ਸ਼ੇਰੇ ਪੰਜਾਬ AM 600 ਤੁਸੀਂ ਇਸ ਵੇਲੇ ਸੁਣ ਰਹੇ ਹੋ ਦਾ ਨਵਜੋਤ ਢਿੱਲੋਂ ਸ਼ੋਅ ਅਤੇ ਅੱਜ ਮਾਈ ਮੋਟੀਵੇਸ਼ਨਲ ਮੰਡੇ ਦੇ ਵਿੱਚ ਮੇਰੇ ਨਾਲ ਮਹਿਮਾਨ ਹੋਣਗੇ ਇੰਡੀਆ ਤੋਂ ਡਾਕਟਰ ਸਵੈਮਾਨ ਸਿੰਘ, ਜਿਹੜੇ ਟਿਕਰੀ ਬਾਰਡਰ ਦੇ ਉੱਤੇ ਜਿਨ੍ਹਾਂ ਨੇ ਕੈਲੀਫੋਰਨੀਆ ਪਿੰਡ ਕੈਲੀਫੋਰਨੀਆ ਵਸਾਇਆ ਹੈ। ਇਸ ਤੋਂ ਇਲਾਵਾ ਦੁਨੀਆ ਸਾਰੀ ਜਾਣਦੀ ਹੈ ਕਿ ਜਿਹੋ ਜਿਹੀਆਂ ਉਹ ਸਰਵਿਸਿਜ਼ ਉੱਥੇ ਪ੍ਰੋਵਾਈਡ ਕਰ ਰਹੇ ਨੇ, ਨਾ ਸਿਰਫ ਇੱਕ ਡਾਕਟਰ ਹੋਣ ਦੇ ਨਾਤੇ ਸਗੋਂ ਇੱਕ ਚੰਗਾ ਇਨਸਾਨ ਹੋਣ ਦੇ ਨਾਤੇ ਉਹਨਾਂ ਨੇ ਬਹੁਤ ਸਾਰੇ ਉੱਥੇ ਕੰਮ ਕੀਤੇ ਆ। ਇਸ ਵੇਲੇ ਕੰਮ ਉਹਨਾਂ ਦੇ ਜਾਰੀ ਨੇ। ਇਸ ਤੋਂ ਇਲਾਵਾ ਮਨ ਦੇ ਵਿੱਚ ਬਹੁਤ ਸਾਰੀਆਂ ਹੋਰ ਗੱਲਾਂ ਉੱਠਦੀਆਂ ਨੇ ਜਦੋਂ ਤੁਸੀਂ ਉਹਨਾਂ ਦੇ ਵੀਡੀਓਜ਼ ਦੇਖਦੇ ਹੋ, ਤੁਸੀਂ ਉਹਨਾਂ ਦੇ ਇੰਟਰਵਿਊਜ਼ ਸੁਣਦੇ ਹੋ ਕਿ ਇੱਕ ਡਾਕਟਰ ਜਿਹੜਾ ਇੱਕ ਬਹੁਤ ਵਧੀਆ ਜਿਹਦਾ ਕਰੀਅਰ ਬਣਨ ਜਾ ਰਿਹਾ ਹੈ ਯੂਨਾਈਟਿਡ ਸਟੇਟਸ ਦੇ ਵਿੱਚ, ਉਹ ਇੰਡੀਆ ਜਾ ਕੇ ਉੱਥੇ ਫ੍ਰੀ ਦੇ ਵਿੱਚ, ਮੁਫਤ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਿਹਾ ਹੈ, ਲੋਕਾਂ ਨੂੰ ਐਜੂਕੇਟ ਕਰ ਰਿਹਾ। ਅਤੇ ਜਿਹੜਾ ਉੱਥੇ ਕਿਸਾਨ ਅੰਦੋਲਨ ਚੱਲ ਰਿਹਾ, ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ, ਉਹਦੇ ਵਿੱਚ ਐਕਟਿਵਲੀ ਪਾਰਟੀਸੀਪੇਟ ਕਰ ਰਿਹਾ ਹੈ। ਇੱਕ ਉਹ ਬੱਚਾ ਜਿਹੜਾ 10 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਆ ਗਿਆ, ਉਹਨੂੰ ਪੰਜਾਬ ਦੀ ਮਿੱਟੀ ਦੇ ਨਾਲ ਇਸ ਤਰ੍ਹਾਂ ਮੋਹ ਜਿਹੜੀ ਖਿੱਚ ਕੇ ਉਹਨੂੰ ਇਸ ਉਮਰ ਦੇ ਵਿੱਚ ਵਾਪਸ ਲੈ ਗਈ, 35-36 ਸਾਲ ਦੀ ਉਮਰ ਦੇ ਵਿੱਚ। ਇੱਕ ਚੰਗਾ ਭਲਾ ਕਰੀਅਰ ਜਿਹਦਾ ਬਣਨ ਜਾ ਰਿਹਾ ਹੈ, ਉਹਨੂੰ ਕੀ ਮਿਲ ਰਿਹਾ ਹੈ ਉਸ ਮਿੱਟੀ ਦੇ ਵਿੱਚੋਂ, ਜਿਸ ਮਿੱਟੀ ਦੇ ਲਈ ਉੱਥੇ ਲੱਖਾਂ ਲੋਕ ਬੈਠੇ ਇਸ ਵੇਲੇ ਸੰਘਰਸ਼ ਕਰ ਰਹੇ ਨੇ, ਲੜਾਈ ਕਰ ਰਹੇ ਨੇ। ਆਪਣੇ ਨਾਲ ਮੈਂ ਸ਼ਾਮਿਲ ਕਰ ਰਹੀ ਹਾਂ ਡਾਕਟਰ ਸਵੈਮਾਨ ਹੁਣਾਂ ਨੂੰ, ਅਤੇ ਅੱਜ ਦਾ ਇਹ ਪ੍ਰੋਗਰਾਮ ਫੇਸਬੁੱਕ 'ਤੇ ਲਾਈਵ ਵੀ ਅਸੀਂ ਬ੍ਰੌਡਕਾਸਟ ਕਰ ਰਹੇ ਹਾਂ, ਤੁਸੀਂ ਸੁਣ ਸਕਦੇ ਹੋ, ਨਾਲ ਨਾਲ ਦੇਖ ਵੀ ਸਕਦੇ ਹੋ। ਡਾਕਟਰ ਸਵੈਮਾਨ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਇਹ ਟਾਈਮ ਦੇ ਉੱਤੇ ਸਮਾਂ ਕੱਢਣ ਦੇ ਲਈ ਤੁਸੀਂ ਸਾਡੇ ਸੁਣਨ ਵਾਲਿਆਂ ਦੇ ਲਈ, ਦੇਖਣ ਵਾਲਿਆਂ ਦੇ ਲਈ ਜਾਗ ਰਹੇ ਹੋ, ਮੈਂ ਖਾਸ ਕਰਕੇ ਧੰਨਵਾਦੀ ਹਾਂ ਤੁਹਾਡੀ। ਡਾਕਟਰ ਸਵੈਮਾਨ ਸਿੰਘ ਜੀ, ਤੁਸੀਂ ਲਾਸਟ ਈਅਰ ਇੰਡੀਆ ਗਏ ਹੋ, ਦਸੰਬਰ ਦੇ ਵਿੱਚ ਗਏ ਮੇਰੇ ਖਿਆਲ, ਇਜ਼ ਦੈਟ ਰਾਈਟ? ਅਕਸਰ ਇਹ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਮਾਮੂਲੀ ਜਿਹਾ ਫ਼ਰਕ ਹੁੰਦਾ ਨਾ ਕਿਸੇ ਚੀਜ਼ ਦਾ, ਕਿਹਾ ਜਾਂਦਾ ਕਿ 19-21 ਦਾ ਫ਼ਰਕ ਹੈ। ਪਰ ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹੁੰਦੀ ਹਾਂ ਕਿ 20-21 ਦਾ ਕੀ ਫ਼ਰਕ ਆ? ਤੁਸੀਂ ਦਸੰਬਰ, ਨਵੰਬਰ ਇਹਨਾਂ ਦਿਨਾਂ ਦੇ ਵਿੱਚ ਸਾਲ 2020 ਦੇ ਵਿੱਚ ਉੱਥੇ ਪਹੁੰਚੇ ਅਤੇ ਹੁਣ 21 ਹੋ ਗਿਆ। ਤੁਹਾਡੀ ਨਜ਼ਰ ਦੇ ਵਿੱਚ ਉਹ 2020 ਅਤੇ 2021 ਯਾਨੀ 20-21 ਦੇ ਵਿੱਚ ਕੀ ਫ਼ਰਕ ਆ? ਕਿਹੋ ਜਿਹੀ ਲਾਈਫ ਬਦਲ ਗਈ? ਪਰਸਨਲੀ ਮੇਰੀ ਕਿ ਜਿਹੜੇ ਲੋਕ ਓਵਰਆਲ ਅੰਦੋਲਨ ਜਾਂ ਮੈਂ ਪਹਿਲਾਂ ਤੁਹਾਡੀ ਪੁੱਛਣਾ ਚਾਹੂੰਗੀ। ਮੇਰੀ ਲਾਈਫ ਤੇ ਬਹੁਤ ਜ਼ਿਆਦਾ ਬਦਲ ਗਈ ਜੀ। I've definitely calmed down a lot. ਮੇਰਾ ਲਾਈਫ ਦੀਆਂ ਪ੍ਰਾਇੋਰਟੀਜ਼ ਚੇਂਜ ਹੋ ਗਈਆਂ। ਜਿੱਥੇ ਮੈਨੂੰ ਬਹੁਤ ਕੁਛ ਬਦਲ ਗਿਆ, ਮੈਂ ਸੱਚੀ ਤੁਹਾਨੂੰ ਦੱਸ ਨਹੀਂ ਸਕਦਾ। ਮਾਈ ਫੈਮਿਲੀ ਇਜ਼ ਦ ਸੇਮ, ਤੇ ਉਹਦੇ ਨਾਲ ਬਹੁਤ ਕੁਛ ਪਲੱਸ ਹੋ ਗਿਆ। ਕੁਛ ਐਸੇ ਲੋਕ ਜ਼ਿੰਦਗੀ ਚੋਂ ਨਿਕਲ ਗਏ ਜਿਹੜੇ ਮੈਂ ਸੋਚਦਾ ਸਾਂ ਫੈਮਿਲੀ ਆ, ਬਟ ਜਦੋਂ ਤੁਸੀਂ ਆਪਣੇ ਲੋਕਾਂ ਲਈ ਨਹੀਂ ਖਲੋਂਦੇ ਫਿਰ ਹਾਰਡ ਹੋ ਜਾਂਦਾ ਤੁਹਾਨੂੰ ਫੈਮਿਲੀ ਕਹਿਣਾ, ਕਿਉਂਕਿ ਫੈਮਿਲੀ ਤਾਂ ਇਸ ਵੇਲੇ ਸਫਰ ਕਰ ਰਹੀ ਹੈ। ਆਪਾਂ ਕਿਉਂਕਿ NRI ਆਪਾਂ ਯੂਜਲੀ ਪੰਜਾਬ ਆਉਂਦੇ ਹਾਂ, 1-2 ਹਫ਼ਤਿਆਂ ਲਈ ਆਉਂਦੇ ਹਾਂ, ਔਰ ਆਪਣਾ ਹੁੰਦਾ ਕਿ ਕਦੀ ਆਹ ਰਿਸ਼ਤੇਦਾਰ ਨੂੰ ਮਿਲਣਾ, ਆਹ ਰਿਸ਼ਤੇਦਾਰ ਨੂੰ ਮਿਲਣਾ। ਐਂਡ ਆਈ ਫੀਲ ਲਾਈਕ ਕਿ ਉਹ ਸਾਰੇ ਰਿਸ਼ਤੇਦਾਰ ਉਲਟ ਪੁਲਟ ਹੋ ਗਏ ਆ। ਹੁਣ ਮਤਲਬ ਕਿ ਕੋਈ ਜਿਹਨੂੰ ਮੈਂ ਪ੍ਰਾਇੋਰਟੀ ਨਹੀਂ ਦਿੰਦਾ ਸਾਂ ਉਹਨੂੰ ਪ੍ਰਾਇੋਰਟੀ ਦੇਣੀ ਪਊਗੀ ਫॉर द ਫਿਊਚਰ। ਬਟ ਆਈ ਫੀਲ ਲਾਈਕ ਕਿ ਲਾਈਫ ਨੇ ਬਹੁਤ ਕੁਝ ਵਿਖਾਤਾ ਇੱਕ ਸਾਲ ਵਿੱਚ। ਅਗਲੇ ਜਿੰਨੇ ਵੀ ਰੱਬ ਨੇ ਸਾਲ ਲਿਖੇ ਆ, ਉਹਨਾਂ ਸਾਲਾਂ ਨੂੰ ਜੀਣ ਦਾ ਇੱਕ ਢੰਗ ਦਿਖਾਤਾ, ਪ੍ਰਾਇੋਰਟੀਜ਼ ਦਿਖਾਤੀਆਂ। ਐਂਡ ਮੈਂ ਫੀਲ ਕਰਦਾ ਕਿ ਆਹ ਚੀਜ਼ ਮੋਸਟਲੀ ਲੋਕਾਂ ਨੂੰ ਓਲਡਰ ਏਜ ਵਿੱਚ ਆਉਂਦੀ ਆ। ਜਿੱਦਾਂ ਜੋ ਚੀਜ਼ ਮੈਂ ਕਰ ਰਿਹਾ, ਆਈ ਫੀਲ ਲਾਈਕ ਕਿ ਮੈਂ ਵੀ ਸੋਚਦਾ ਕਿ ਮੈਂ ਇੱਕ 40-50 ਸਾਲ ਜੋਬ ਕਰੂੰਗਾ, ਵਧੀਆ ਪੈਸੇ ਇਕੱਠੇ ਕਰੂੰਗਾ, ਜਦੋਂ ਰਿਟਾਇਰ ਹੋ ਜਾਊਂਗਾ ਉਦੋਂ ਜਾ ਕੇ ਪਿੰਡ ਜਾ ਕੇ ਸੇਵਾ ਕਰੂੰਗਾ। ਬਟ ਇਟਸ ਆਲਮੋਸਟ ਵਰਕਿੰਗ ਦੀ ਅਦਰ ਵੇ ਅਰਾਊਂਡ ਕਿ ਮੇਰੇ ਜਿਹੜੇ best years I would say, because I was just about to start earning my big bucks, and all time मैं इस time ते सेवा कर रहा हूँ। So I'm not, मैंने ये भी नहीं पता कि future मेरा किधर चलना, I have no sense of it. So it changed a lot, but I'm not worried about my future. मैं अपने future बारे worried नहीं हूँ। I feel like कि रब ने ਜੇ ਮੈਨੂੰ ਇੱਥੇ ਭੇਜਿਆ ਉਹਦਾ ਕੋਈ ਰੀਜ਼ਨ ਹੋਊਗਾ, ਔਰ ਫਿਊਚਰ ਵਿੱਚ ਜਿੱਦਾਂ ਮੈਨੂੰ ਰੱਬ ਨੇ ਇੱਥੇ ਭੇਜਿਆ, ਜਿੱਦਾਂ ਮੈਨੂੰ ਰੱਬ ਨੇ ਡਾਕਟਰ ਬਣਾਇਆ, ਮੈਂ ਕਦੀ ਸੋਚ ਵੀ ਨਹੀਂ ਸਕਦਾ ਸੀ ਕਿ ਇੱਕ ਇਮੀਗ੍ਰੈਂਟ ਦਾ ਪੁੱਤ ਹੋ ਕੇ ਮਤਲਬ ਕਿ ਪੈਟਰੋਲ ਪੰਪਾਂ ਤੇ ਕੰਮ ਕਰਦਾ, ਉਹੀ ਪੈਟਰੋਲ ਪੰਪ ਖਰੀਦ ਲੈਂਦੇ ਆ, ਫਿਰ ਬਾਅਦ ਚੋਂ ਮੈਂ ਕਿਸੇ ਤਰੀਕੇ ਡਾਕਟਰ ਬਣ ਜਾਂਦਾ, ਕਾਰਡੀਓਲੋਜਿਸਟ, ਫਿਰ ਇੰਡੀਆ ਆ ਜਾਂਦਾ ਵਾਪਸ। ਹੁਣ
ਸੋ ਮੈਂ ਰੱਬ ਤੇ ਵਿਸ਼ਵਾਸ ਕਰਦਾ, ਸੋ ਆਈ ਫੀਲ ਲਾਈਕ ਕਿ ਉਹ ਮੈਨੂੰ ਆਪਣੇ ਆਪ ਹੀ ਗਾਈਡ ਕਰਦੇ ਰਹਿਣਗੇ ਕਿ ਮੈਂ ਕਿੱਧਰ ਕੀ ਕਰਨਾ। ਆਈ ਜਸਟ ਹੈਵ ਟੂ ਕੀਪ ਵਰਕਿੰਗ ਹਾਰਡ, ਐਂਡ ਜੋ ਵੀ ਮੈਂ ਕਰਦਾ ਉਹ 'ਚ ਮੈਂ 100% ਦੇਵਾਂ, ਔਰ ਦਿਲ ਦੇ ਨਾਲ ਦੇਵਾਂ, ਵਿਦਆਊਟ any questioning, and so it's great. I mean, whatever it is, ਪਰ ਵਧੀਆ। ਇਹ ਹੈ ਕਿ ਪਰਿਵਰਤਨ ਵੱਡਾ ਆਇਆ ਇਸ ਸਾਲ ਦੇ ਵਿੱਚ ਲਾਈਫ ਮਤਲਬ ਕਿ ਕੋਈ ਐਸਾ ਟਾਈਮ ਹੁੰਦਾ ਜਿਹੜਾ ਤੁਹਾਡੀ ਲਾਈਫ ਹੀ ਚੇਂਜ ਹੋ ਜਾਂਦੀ ਹੈ, ਦ ਵੇ ਤੁਸੀਂ ਕਿੱਦਾਂ ਉਹਨੂੰ ਵੇਖਦੇ ਹੋ, ਕਿੱਦਾਂ ਤੁਸੀਂ ਲਿਵ ਕਰਦੇ ਹੋ। I feel like it's still pending, like it hasn't come to an end, where I feel like whatever I'm living in, ਉਹ ਜਿਹੜੀ ਚੀਜ਼ ਮੈਂ ਇਸ ਵੇਲੇ ਰਹਿ ਰਿਹਾ ਵਾਂ, ਉਹਦਾ ਅਜੇ ਅੰਤ ਨਹੀਂ ਹੋਇਆ। ਮਤਲਬ ਉਹ ਮੈਨੂੰ ਕੁਛ ਇਹ 'ਚੋਂ ਮੈਂ ਸਿੱਖੇ ਜਾਣਾ, ਹਜੇ ਤੱਕ ਮੈਂ ਉਹ ਚੀਜ਼ ਸਿੱਖੀ ਨਹੀਂ ਐਕਚੁਅਲ ਵਿੱਚ, ਜਿਹੜੀ ਉਹ ਕਹਿੰਦੇ ਨਾ ਚੈਰੀ ਔਨ ਦਾ ਟਾਪ ਔਰ ਸਮਥਿੰਗ, ਕਿ ਉਹ ਐਂਡ ਅਜੇ ਮੈਨੂੰ ਬਹੁਤ ਕੁਝ ਸਿੱਖ ਲਿਆ, ਪਰ ਅਜੇ ਮੈਨੂੰ ਲੱਗਦਾ ਥੋੜਾ ਜਿਹਾ ਸਿੱਖਣਾ ਬਾਕੀ ਹੈ ਕਿ ਮੈਂ ਇਹ ਪਰਪਸ ਕੀ ਸੀ, ਇਹਦਾ ਐਕਚੁਅਲ ਪਰਪਸ ਕੀ ਸੀ, ਜੋ ਵੀ ਆ ਕੰਮ ਚੱਲ ਰਿਹਾ। ਬਟ ਵੇਟ ਕਰ ਰਿਹਾ ਉਹ ਚੀਜ਼ ਲਈ ਕਿ ਕੀ ਇਹਦਾ ਪਰਪਸ ਸੀ। ਜੋ ਵੀ ਅਸੀਂ ਇੱਥੇ ਜਿੰਨਾ ਹਾਰਡ ਵਰਕ ਕੀਤਾ, 700 ਤੋਂ ਵੱਧ ਲੋਕ ਸ਼ਹੀਦ ਹੋਏ ਆ, ਪਿੰਡ ਵਿੱਚ ਰੌਲਾ ਪਿਆ, ਸਾਰੇ ਦੇਸ਼ ਵਿੱਚ ਰੌਲਾ ਪਿਆ, ਇਨਕਲਾਬ ਲਈ ਦੁਨੀਆ ਭਰ ਆਵਾਜ਼ਾਂ ਮਾਰੀਆਂ। ਸੋ ਇਹਦਾ ਰਿਜ਼ਲਟ ਕੀ ਹੁੰਦਾ ਉਹ ਆਪਣੇ ਅੱਗੇ ਆਊਗਾ, ਐਂਡ ਆਈ ਥਿੰਕ ਦੈਟ ਵਿਲ ਆਲਸੋ ਉਹ ਵੀ ਮੇਰੀ ਲਾਈਫ 'ਚ ਡਿਫਰੈਂਸ ਮੇਕ ਕਰੂਗਾ। ਬਟ ਵੇਟ ਕਰ ਰਹੇ ਹਾਂ ਕਿ ਇਹ ਜੋ ਵੀ ਅਸੀਂ ਸੰਘਰਸ਼ ਕਰ ਰਹੇ ਇਹਦਾ ਰਿਜ਼ਲਟ ਕੀ ਨਿਕਲੂਗਾ। ਡਾਕਟਰ ਸਵੈਮਾਨ, ਬੇਸ਼ੱਕ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਵੀ ਮੈਂ ਇੰਨਾ ਕੁਝ ਸੋਚਿਆ ਨਹੀਂ ਸੀ ਕਿ ਮੇਰੀ ਲਾਈਫ ਇਸ ਪਾਸੇ ਨੂੰ ਟਰਨ ਲਊਗੀ, ਮੈਨੂੰ ਲੱਗਦਾ ਕਿ ਮੈਂ 40-50 ਸਾਲ ਨੌਕਰੀ ਕਰੂੰਗਾ ਜਾਂ ਮੈਂ ਡਾਕਟਰ ਦੇ ਤੌਰ 'ਤੇ ਸਰਵਿਸ ਕਰੂੰਗਾ, ਉਸ ਤੋਂ ਬਾਅਦ ਪੈਸਾ ਕਮਾਵਾਂਗੇ, ਪਿੰਡ ਜਾ ਕੇ ਕੁਝ ਇੰਪਰੂਵਮੈਂਟ ਕਰਾਂਗੇ। ਪਰ ਇਹ ਤੁਹਾਡੀ ਫੈਮਿਲੀ ਦੇ ਵਿੱਚ ਇਹ ਪਹਿਲੀ ਵਾਰੀ ਨਹੀਂ ਹੋਇਆ। ਤੁਹਾਡੇ ਜਿਹੜੇ ਪੜਦਾਦਾ ਜੀ ਸਨ, ਜਦੋਂ ਉਹ ਸ਼ੰਘਾਈ ਤੋਂ ਪੁਲਿਸ ਦੀ ਜੌਬ ਛੱਡ ਕੇ ਆਪਣੇ ਪਿੰਡ ਪੱਖੋ ਕੇ ਵਾਪਸ ਪਹੁੰਚੇ ਸੀ, ਉੱਥੇ ਜਾ ਕੇ ਜੋ ਪਿੰਡ ਦੇ ਲਈ, ਲੋਕਾਂ ਦੇ ਲਈ ਕੀਤਾ, ਉਹ ਖੈਰ ਪਿੰਡ ਦੇ ਲੋਕ ਨਹੀਂ, ਦੁਨੀਆ ਜਾਣਦੀ ਹੈਗੀ ਆ। ਪਰ ਮੈਂ ਜੇ ਪਿੱਛੇ ਜਾਵਾਂ, ਪੂਰੇ 10 ਸਾਲ ਪਿੱਛੇ ਜਾਵਾਂ, ਤੁਹਾਨੂੰ ਯਾਦ ਹੈ ਕਿ 2011 ਦੇ ਵਿੱਚ ਜਦੋਂ ਤੁਸੀਂ ਮਨੀਪਾਲ ਕੈਂਪਸ ਦੇ ਵਿੱਚ ਸੀ, ਜਿਸ ਵੇਲੇ ਤੁਸੀਂ ਉੱਥੋਂ ਗ੍ਰੈਜੂਏਸ਼ਨ ਕੀਤੀ ਆ, ਉਸ ਗ੍ਰੈਡ ਨਾਈਟ 'ਤੇ ਤੁਸੀਂ ਕੁਝ ਖਾਸ ਗੱਲਾਂ ਕਹੀਆਂ ਸਨ। ਮੈਂ ਚਾਹੁੰਦੀ ਹਾਂ ਕਿ ਸਾਡੇ ਸੁਣਨ ਵਾਲਿਆਂ ਦੇ ਲਈ ਮੈਂ ਉਹ ਗੱਲਾਂ ਪੇਸ਼ ਕਰਾਂ, ਉਸ ਤੋਂ ਬਾਅਦ ਆਪਾਂ ਇਹ ਗੱਲ ਕੰਟੀਨਿਊ ਰੱਖਦੇ ਹਾਂ। ਕੁਝ ਮੈਂ ਤੁਹਾਡੇ ਲਈ ਪਲੇ ਕਰਨ ਜਾ ਰਹੀ ਹਾਂ, ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਉਸ ਵੇਲੇ ਜਿਹੜੀਆਂ ਇਹ ਗੱਲਾਂ ਤੁਸੀਂ ਕਹੀਆਂ ਸਨ, ਤੁਹਾਡੇ ਬੈਕ ਆਫ ਮਾਈਂਡ 'ਤੇ ਕੀ ਚੱਲਦਾ ਸੀ, ਕਿਸ ਰੈਫਰੈਂਸ ਦੇ ਵਿੱਚ ਉਹ ਗੱਲਾਂ ਤੁਸੀਂ ਕਹੀਆਂ ਸਨ। ਆਓ ਸੁਣਦੇ ਹਾਂ। So the guy really needs no introduction. Student speech, Swayman Singh Pakoke. First time with this speech stuff, so I'm gonna try. सरफरोशी की तमन्ना अब हमारे दिल में है, देखना है जोर कितना बाजुए कातिल में है, वक्त आने दे बता देंगे तुझे ए आसमां, हम अभी से क्या बताएं क्या हमारे दिल में है, दिल में तूफानों की टोली और नसों में इनकलाब, होश दुश्मन के उड़ा देंगे हमें रोको दूर रह पाए जो मंजिल, दम कहाँ मंजिल में है, सरफरोशी की तमन्ना अब हमारे दिल में है। राम प्रसाद बिस्मिल, शहीद आजम सरदार भगत सिंह, उधम सिंह, करतार सिंह सराभा, इशफाक उल्ला खान, मंगल पांडे, भुपेश्वर दत्त, लाला लाजपत राय, चंद्रशेखर आजाद, गदराइट्स ऑफ कैलिफोर्निया, नेताजी बोस, शेर मैसूर टीपू सुल्तान, शेर पंजाब महाराजा रणजीत सिंह, men and women of the Indian Armed Forces, and the countless other revolutionaries. We here today remember you and all, and thank you for the sacrifices you made for us. It is because of you that we can proudly walk in the streets of London, Udham Singh. It is because of you, Kartar Singh, that we can study in American libraries and be proud. It is because of you, Azad and Bhagat, that I can twist up my mustache with much pride as a free man. It is because of these men that our past years were spent without fear when the world is surrounded with fear of terrorism. It is due to your sacrifices that no matter where in the world, we can proudly call ourselves Indians. ਹਾਂਜੀ ਡਾਕਟਰ ਸੁਲੇਮਾਨ, ਇਹ ਦੇਖ ਲਓ 10 ਸਾਲ ਪਹਿਲਾਂ ਦੀ ਗੱਲ ਹੈ, ਸਾਲ 2011 ਦੀ ਗੱਲ ਹੈ। ਹੁਣ ਮੈਨੂੰ ਇਹ ਦੱਸੋ ਕਿ ਉਸ ਵੇਲੇ ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਸੀ? ਤੁਸੀਂ ਇਹ ਸਪੀਚ ਹਾਲੇ ਸ਼ੁਰੂ ਕੀਤੀ ਸੀ, ਸਪੀਚ ਦੇ ਸਿਰਫ ਇਹ ਪਹਿਲੇ 2 ਮਿੰਟ 10 ਸੈਕਿੰਡ ਸਨ, ਉਸ ਤੋਂ ਬਾਅਦ ਤੁਸੀਂ ਬਹੁਤ ਸਾਰੀਆਂ ਹੋਰ ਗੱਲਾਂ ਕਹੀਆਂ, ਪਰ ਦੈਟ ਵਾਜ਼ ਅਮੇਜ਼ਿੰਗ। ਕੀ ਚੱਲਦਾ ਸੀ ਉਸ ਵੇਲੇ ਮਾਈਂਡ ਦੇ ਵਿੱਚ?
ਆਈ ਥਿੰਕ ਸਭ ਤੋਂ ਪਹਿਲਾਂ ਤਾਂ ਇਹੋ ਹੀ ਹੈ ਕਿ ਮੈਂ ਨਵਾਂ ਪਾਗਲ ਨਹੀਂ ਬਣਿਆ, ਪਹਿਲਾਂ ਵੀ ਪਾਗਲ ਹੀ ਹਾਂ, ਬਿਕਾਜ਼ ਉਦਣ ਕਿਸੇ ਨੇ ਪਹਿਲਾਂ ਪਤਾ ਨਹੀਂ ਤੁਸੀਂ ਕਿੱਥੋਂ ਇਹ ਸਪੀਚ ਕਰ ਲਈ, ਦੈਟਸ ਗੁੱਡ ਪੁਆਇੰਟ, ਗੁੱਡ ਜਰਨਲਿਜ਼ਮ ਔਨ ਯੂਰ ਐਂਡ, ਤੇ ਉਹ ਸਾਰੇ ਸਰਪ੍ਰਾਈਜ਼ ਹੋ ਗਏ ਯਾਰ ਇਹ ਡਾਕਟਰ ਜਿਹੜਾ ਕਿਹੜੀਆਂ ਗੱਲਾਂ ਕਰ ਰਿਹਾ, ਐਗਜ਼ੈਕਟਲੀ। ਪਤਾ ਕੀ ਹੈ, ਜਦੋਂ ਹਾਲੇ ਤੁਸੀਂ ਸ਼ੁਰੂ ਕੀਤਾ ਨਾ ਉਦੋਂ ਅਜੀਬ ਕਿਸਮ ਦੀ ਜਿਹੜੀ ਹੂਟਿੰਗ ਆ, ਸਪੈਸ਼ਲੀ ਨਾ ਕਿ ਵੀ ਇਹ ਸ਼ਾਇਦ ਮਜ਼ਾਕ ਦੇ ਵਿੱਚ ਇਹ ਗੱਲ ਕਰਨ ਲੱਗਾ, ਉਸ ਤੋਂ ਬਾਅਦ ਹੌਲੀ ਫਿਰ ਸਾਰਿਆਂ ਦੀ ਜਿਹੜੀ ਪਿੱਚ ਸੀ ਉਹ ਸ਼ਾਂਤ ਜਿਹੀ ਹੋ ਗਈ ਸੀ, ਪਰ ਪਹਿਲੀਆਂ 2 ਲਾਈਨਾਂ ਦੇ ਦੌਰਾਨ ਜਿਵੇਂ ਹੂਟਿੰਗ ਹੋ ਰਹੀ ਸੀ। ਤੁਸੀਂ ਬਹੁਤ ਵਧੀਆ ਪਿਕਅਪ ਕੀਤਾ। ਐਕਚੁਅਲ ਵਿੱਚ ਰਿਐਲਿਟੀ ਹੋਈ ਕਿ ਮੇਰੇ ਜਿੰਨੇ ਵੀ ਫਰੈਂਡ ਸੀ ਨਾ, ਉਹ ਫਰੰਟ ਤੇ ਬੈਠੇ ਐਂਡ ਦੇ ਲਾਈਕ ਕਿ ਯਾਰ ਇਹ ਹੋ ਕੀ ਗਿਆ, ਕਿ ਕਿਉਂਕਿ ਮੈਂ ਕਿਸੇ ਨੂੰ ਨਹੀਂ ਦੱਸਿਆ ਮੈਂ ਕੁਝ ਕਰਨਾ, ਮੈਂ ਸਟੇਜ ਤੇ ਚੜ ਕੇ ਤੇ ਮੈਂ ਬੋਲਣ ਲੱਗ ਪਿਆ, ਤੇ ਪਹਿਲਾਂ ਹੁੰਦੇ ਯਾਰ ਡਾਕਟਰ ਐਵੇਂ ਮਤਲਬ ਕਿ ਕੀ ਹੋ ਗਿਆ ਇਹਨੂੰ, ਕਿ ਮਜ਼ਾਕ ਕਰਨ ਦਿਆ। ਆਈ ਥਿੰਕ ਬਿਕਾਜ਼ ਬਹੁਤ ਜ਼ਿਆਦਾ ਫੋਰਨਰ ਸੀ ਉਹ ਕਮਰੇ ਵਿੱਚ, ਸੋ ਉਹਨਾਂ ਨੂੰ ਉਹ ਚੀਜ਼ਾਂ ਦਾ ਪਤਾ ਨਹੀਂ ਸੀ ਕਿ ਇਹ ਕਿੰਨੇ ਕੀ ਆ। ਫਿਰ ਜਦੋਂ ਉਹਨਾਂ ਨੇ ਵੇਖਿਆ ਕਿ ਨਹੀਂ ਯਾਰ ਇਹ ਵਾਕਈ ਸੀਰੀਅਸ ਆ, ਸੋ ਆਈ ਥਿੰਕ ਇਹ ਸਾਡੀ ਫॉर ਅਸ ਜਿਹੜਾ ਸਾਡਾ ਪਰਿਵਾਰ ਆ, ਸਾਡੀ ਸਦਾ ਹੀ ਪੰਜਾਬ ਜਾਂ ਆਪਣਾ ਦੇਸ਼ ਪ੍ਰਾਇੋਰਟੀ ਰਿਹਾ, ਕਿ ਯਾਰ ਕਿਸੇ ਨਾ ਕਿਸੇ ਤਰੀਕੇ ਮਤਲਬ ਕਿ ਜਦੋਂ ਵੀ ਘਰੇ ਬਹਿਣਾ, ਕੰਮ ਤੋਂ ਆਉਣਾ, ਕਿਤੇ ਵੀ ਆਉਣਾ, ਪਾਪਾ ਮਤਲਬ ਮਮ ਬ੍ਰਦਰ ਭਾਵੇਂ ਵਾਈਫ ਆ ਸਿਸਟਰ ਆ, ਸਾਰਿਆਂ ਨੇ ਇੱਕੋ ਹੀ ਗੱਲਾਂ ਡਿਸਕਸ ਕਰਨੀ, ਯਾਰ ਪੰਜਾਬ ਚ ਆ ਹੋ ਗਿਆ, ਨਸ਼ਾ ਆ ਗਿਆ, ਪੰਜਾਬ ਚ ਆ ਹੋ ਗਿਆ, ਪੰਜਾਬ ਚ ਹੋ ਗਿਆ, ਏਦਾਂ ਆਹ ਪਾਰਟੀ ਖਾ ਗਈ, ਆਹ ਪਾਰਟੀ ਖਾ ਗਈ। ਬਟ ਸੋ ਦੈਟਸ ਵਾਟ ਹੈਪਨ। ਇਹੋ ਚੀਜ਼ ਹੋਈ ਜਦੋਂ ਕਿਸਾਨੀ ਅੰਦੋਲਨ ਚੱਲਿਆ। ਮੈਨੂੰ ਕਿਸੇ ਨੇ ਕਿਹਾ ਕਿ ਡਾਕਟਰ ਤੂੰ ਪੈਸੇ ਭੇਜ ਇੰਡੀਆ। ਮੈਂ ਕਿਹਾ ਯਾਰ, ਕਿਉਂਕਿ ਮੈਂ ਇਹ ਵੇਖਿਆ ਕਿ ਠੀਕ ਹੈ NGOs ਕੰਮ ਕਰਦੀਆਂ, ਬਟ ਕਈ ਵਾਰੀ ਉਨੀ ਓਨੈਸਟੀ ਨਾਲ ਕੰਮ ਨਹੀਂ ਕਰਦੀਆਂ ਜਿੰਨਾ ਮਤਲਬ ਕਿ ਕਈ ਵਾਰੀ ਬੰਦਾ ਸੋਚਦਾ ਜਿੰਨਾ ਮੈਂ ਕਰ ਸਕਦਾ। ਸੋ ਮੈਂ ਸੋਚਿਆ ਨਹੀਂ ਯਾਰ, ਇਹ ਲੜਾਈ ਜਿਹੜੀ ਹੈ ਨਾ, ਇਹ ਲੜਾਈ ਆਪ ਲੜਨੀ ਪੈਣੀ ਹੈ, ਕਿਉਂਕਿ ਇਹ ਲੜਾਈ ਨੋਰਮਲ ਲੜਾਈ ਨਹੀਂ ਹੈ। ਸੋ ਮੈਂ ਪੈਸੇ ਨਹੀਂ ਦੇ ਸਕਦਾ, ਮੈਂ ਆਪਣੇ ਆਪ ਜਾਊਂਗਾ, ਮੈਂ ਆਪ ਜਾ ਕੇ ਆਪਣੇ ਪੈਸੇ ਲਾਊਂਗਾ ਕਿ ਇਹ ਚੀਜ਼ ਵਿੱਚ ਮੇਰਾ ਸ਼ਾਮਲ ਹੋਣਾ ਜ਼ਰੂਰੀ ਹੈ। ਐਂਡ ਆਈ ਫੀਲ ਉਹ ਫੀਲਿੰਗ ਜਿਹੜੀ ਬਿਲਡ ਅਪ ਸੀ, ਉਹ ਜਿਹੜਾ ਸਾਰਾ ਕੁਝ ਗੁੱਸਾ ਕਹ ਲਓ ਕਿ ਪਿਛਲੇ 25 ਸਾਲਾਂ ਦਾ ਗੁੱਸਾ ਦਿਮਾਗ ਵਿੱਚ, ਕਿ ਕਿਉਂ ਮੇਰਾ ਪੰਜਾਬ ਪਿੱਛੇ ਰਿਹਾ, ਕਿਉਂ ਮੇਰੇ ਪੰਜਾਬ 'ਚ ਨਸ਼ਾ ਆਇਆ, ਕਿਉਂ ਮੇਰੇ ਪੰਜਾਬ ਨੂੰ ਵੇਚਿਆ ਗਿਆ, ਕਿਉਂ ਸਾਡਾ ਐਜੂਕੇਸ਼ਨ ਦਾ ਪੱਧਰ ਡ੍ਰੌਪ ਹੋਇਆ, ਹੈਲਥ ਕੇਅਰ ਸਿਸਟਮ ਕੋਈ ਨਹੀਂ ਆ, ਉਹ ਸਾਰਾ ਜਿਹੜਾ ਬਿਲਡ ਅਪ ਸੀ, ਆਈ ਥਿੰਕ ਇਟ ਬੇਸਿਕਲੀ I was like ਮੇਰਾ ਬਹੁਤ ਜ਼ਿਆਦਾ ਟਫ ਰੋਟੇਸ਼ਨ ਚੱਲ ਰਹੀ ਸੀ ਨਵੰਬਰ ਵਿੱਚ। ਮੈਂ ਕਦੀ ਸੋਚ ਵੀ ਨਹੀਂ ਸਕਦਾ ਕਿ ਮੈਂ ਇੰਡੀਆ ਜਾ ਸਕਦਾ ਹਾਂ। it was like literally on the 27th or 26th, ਜਦੋਂ ਮੈਂ ਉਹ ਸਾਰਾ ਕੁਝ ਵੇਖਿਆ ਜੋ ਉੱਥੇ ਹੁੰਦਾ ਹੈ, I was like I can't take it। ਮੈਂ ਉਸੇ ਵੇਲੇ ਵੀਜ਼ਾ ਅਪਲਾਈ ਕੀਤਾ, ਨਾਲ ਮੈਂ ਆਪਣਾ OCI ਲਈ ਅਪਲਾਈ ਕਰਤਾ ਕਿ ਵੀਜ਼ਾ ਅਪਲਾਈ ਕੀਤਾ। ਵੀਜ਼ਾ ਤੁਸੀਂ ਅਪਲਾਈ ਕੀਤਾ, ਤੇ ਇਹ ਵੀ ਦੱਸੋ ਸਾਡੇ ਸੁਣਨ ਵਾਲਿਆਂ ਨੂੰ ਕਿ ਇੰਨੀ ਕੁ ਬੇਸਬਰੀ ਸੀ ਤੁਹਾਨੂੰ, ਤੁਸੀਂ 1 ਵਾਰੀ ਨਹੀਂ, 2 ਵਾਰੀ ਨਹੀਂ, 3 ਵਾਰੀ ਆਪਣੇ ਮਮ ਨੂੰ ਫੋਨ ਕਰਕੇ ਇਹ ਗੱਲ ਪੁੱਛ ਰਹੇ ਹੋ ਕਿ ਦੇਖੋ ਕਿ ਮੇਰਾ ਪਾਸਪੋਰਟ ਆ ਗਿਆ ਕਿ ਨਹੀਂ ਆ ਗਿਆ, ਇੰਨੀ ਬੇਸਬਰੀ ਸੀ? ਬਿਕਾਜ਼ ਮੈਨੂੰ ਲੱਗਦਾ ਕਿ ਵੀਜ਼ਾ ਨਹੀਂ ਦੇਣਗੇ। ਮੈਨੂੰ ਇੰਨਾ ਯਕੀਨ ਹੋ ਗਿਆ ਕਿ ਮੈਂ ਕਿਹਾ ਕਿ ਯਾਰ ਸ਼ਾਇਦ ਹੋ ਸਕਦਾ ਕਿ ਇਹ ਵੀਜ਼ਾ ਨਾ ਦੇ, ਕਿਉਂਕਿ ਮੈਂ ਜਸਟ TV ਤੇ ਕੰਮ ਵੀ ਕਰਦਾ ਸਾਂ ਔਰ ਵੋਲੰਟੀਅਰ ਕਰਦਾ ਸਾਂ, ਐਂਡ ਮੈਂ ਉੱਤੇ ਵੀ ਆਊਟਸਪੋਕਨ ਸਾਂ। ਸੋ ਮੈਨੂੰ ਪਤਾ ਹੀ ਨਿਊਯਾਰਕ ਤੇ ਹੋ ਸਕਦਾ ਉਹਨਾਂ ਦੇ ਕੰਨਾਂ 'ਚ ਗੱਲ ਚੱਲ ਗਈ ਹੋਵੇ ਕਿ ਡਾਕਟਰ ਨੇ ਜਾਣਾ ਇੰਡੀਆ ਜਾਂ ਕੁਝ ਪੰਗਾ ਜਾਂ ਪਾਊਗਾ। ਸੋ ਮੈਨੂੰ ਲੱਗਦਾ ਕਿ ਇਹ ਨਾ ਹੋਵੇ ਕਿ ਮੇਰਾ ਵੀਜ਼ਾ ਕੈਂਸਲ ਹੋ ਜੇ। ਸੋ ਉਹਨਾਂ ਨੇ ਕਾਫੀ ਦਿਨ ਲਾ ਦਿੱਤੇ। ਮੇਰਾ ਨੋਰਮਲੀ ਇਹ 1 to 2 day ਪ੍ਰੋਸੈਸ ਹੁੰਦਾ, ਤੇ ਕਾਫੀ ਦਿਨ ਉਹਨਾਂ ਨੇ ਵੀਜ਼ਾ ਲਾ ਦਿੱਤਾ। ਮੈਂ ਡਰੀ ਜਾਣਾ, ਮੈਂ ਕਿਹਾ ਯਾਰ ਕੀ ਕਰੂੰਗਾ। ਦੈਨ ਮੈਂ ਈਵਨ ਦੋ ਮੈਂ ਆਲਟਰਨੇਟਿਵ ਪਲਾਨਸ ਵੀ ਬਣਾਏ ਸੀ, ਮੈਂ ਕਿਹਨੂੰ ਅਪਰੋਚ ਕਰ ਸਕਦਾ ਸਭ ਕੁਝ, ਬਟ ਲੱਕਲੀ ਵੀਜ਼ਾ ਆ ਗਿਆ। ਐਂਡ ਐਨੀ ਡੈਮੋਕ੍ਰੈਟਿਕ ਨੇਸ਼ਨ ਸ਼ੁੱਡ ਡੂ ਦੈਟ। ਜੇ ਕੋਈ ਹੈਲਪ ਕਰਨਾ ਚਾਹੁੰਦਾ ਕਿਸੇ ਲੋਕਾਂ ਨੂੰ, ਤੁਸੀਂ ਕਿਸੇ ਦੀ ਵੀ ਆਵਾਜ਼ ਨਹੀਂ ਸਪਰੈਸ ਕਰਨੀ ਚਾਹੀਦੀ। ਐਂਡ ਆਮ ਥੈਂਕਫੁਲ ਫॉर the government of India at that time to give me the visa to allow ਕਿ ਮੈਂ ਇੰਡੀਆ ਆ ਕੇ ਆਪਣੇ ਲੋਕਾਂ ਦੀ ਹੈਲਪ ਕਰ ਸਕਾਂ। ਐਂਡ ਐਟ ਦੀ ਐਂਡ ਅਸੀਂ ਦੇਸ਼ ਦਾ ਮਾੜਾ ਨਹੀਂ ਚਾਹੁੰਦੇ, ਅਸੀਂ ਦੇਸ਼ ਦਾ ਚੰਗਾ ਚਾਹੁੰਦੇ ਹਾਂ, ਅਸੀਂ ਦੇਸ਼ ਦੀ ਤਰੱਕੀ ਚਾਹੁੰਦੇ ਹਾਂ। ਜੇ ਸਾਨੂੰ ਲੱਗਦਾ ਕਿ ਕੋਈ ਗਲਤ ਹੁੰਦਾ then ਜੇ ਤੁਹਾਨੂੰ ਲੱਗਦਾ ਅਸੀਂ ਗਲਤ ਹੈ, ਤੁਸੀਂ ਸਾਨੂੰ ਦੱਸੋ, but have a dialogue। ਅਸੀਂ ਡਾਇਲੋਗ ਕਰਦੇ ਹਾਂ, ਅਸੀਂ ਕੋਈ ਇੱਥੇ ਕੋਈ ਵਾਇਲੈਂਸ ਨਹੀਂ ਕ੍ਰੀਏਟ ਕਰ ਰਹੇ, ਅਸੀਂ ਤੁਹਾਡੇ ਜਿਹੜੇ ਲਾਜ਼ ਆ ਉਹ ਫੋਲੋ ਕਰ ਰਹੇ ਹਾਂ। ਔਰ ਮੈਂ ਤੇ ਖਾਸ ਕਰਕੇ ਜਿਹੜੀ ਸਾਡੀ ਟੀਮ ਹੈ, ਪਹਿਲੇ ਦਿਨ ਤੋਂ ਭਾਵੇਂ ਅਸੀਂ ਅਸੀਂ ਕਿਸਾਨਾਂ ਦਾ ਇਲਾਜ ਕੀਤਾ, ਅਸੀਂ ਲੋਕਲਸ ਦਾ ਵੀ ਇਲਾਜ ਕੀਤਾ, ਅਸੀਂ ਪੁਲਿਸ ਵਾਲਿਆਂ ਦਾ, CRP ਵਾਲਿਆਂ ਦਾ, ਕੋਵਿਡ ਦੇ ਵਿੱਚ ਜਾ ਕੇ ਦਿੱਲੀ, ਹਰਿਆਣਾ, ਪੰਜਾਬ ਕਿੱਥੇ ਜਾ ਕੇ ਕੰਮ ਨਹੀਂ ਕੀਤਾ। ਅੱਧੀ ਰਾਤ ਨੂੰ there was one time ਜਦੋਂ 7 ਦਿਨ ਅਸੀਂ ਲਿਟਰਲੀ 1-2 ਘੰਟੇ ਸੁੱਤੇ ਹੋਵਾਂਗੇ, constant ਕੀ ਕੰਮ ਕਰਦੇ ਰਹੇ ਆ। ਸੋ I'm thankful for all the opportunities ਜਿਹੜੀਆਂ ਮੈਨੂੰ ਮਿਲੀਆਂ, ਜਿਹੜੀਆਂ ਮੈਂ ਅਵੇਲ ਕੀਤੀਆਂ। ਬੜੀਆ ਡਾਕਟਰ ਸਵੈਮਾਨ ਸਿੰਘ ਜੀ, ਮੈਂ ਚਾਹੁੰਦੀ ਕਿ ਥੋੜ੍ਹਾ ਜਿਹਾ ਆਪਣੇ ਪਰਿਵਾਰ ਬਾਰੇ ਦੱਸੋ, ਇਸ ਵੇਲੇ ਜਿਹੜਾ ਅਮਰੀਕਾ ਦੇ ਵਿੱਚ ਤੁਹਾਡਾ ਪਰਿਵਾਰ ਹੈ। ਹਾਂਜੀ, ਸੋ ਮੇਰੇ ਬ੍ਰਦਰ ਆ,
ਉਹ ਭਾਬੀ ਆ, ਡਾਕਟਰ ਆ, ਮੇਰੀ ਸਿਸਟਰ ਆ, ਉਹਨਾਂ ਦੇ ਹਸਬੈਂਡ ਆ, ਬੱਚੇ, ਦੋਵਾਂ ਦੇ ਬੱਚੇ ਆ, ਮਮ ਡੈਡ, ਪਾਪਾ ਨੂੰ ਮੇਰੇ ਨੂੰ they are kind of alone because ਮੇਰੇ brother and ਭਾਬੀ ਵਰਜੀਨੀਆ ਵਾ, ਉਹ ਨਿਊ ਜਰਸੀ ਚ ਆ ਜੀ। both are mom is retired, papa business ਜੋ ਵੀ family business ਸੰਭਾਲਦੇ ਆ। my wife, I have a 3-year-old daughter, ਜਿਹੜੀ ਉਸ ਵੇਲੇ 2 ਸਾਲ ਦੀ ਸੀ ਜਦੋਂ ਤੁਸੀਂ ਗਏ ਆ ਇੰਡੀਆ। ਹਾਂਜੀ so she's grown up, so yeah, I mean we ਸਾਡੀ close family ਆ, ਸਾਡੇ ਮਤਲਬ ਚਾਚਾ ਜੀ ਵੀ ਉੱਥੇ ਆ, so family almost ਜ਼ਿਆਦਾ ਸਾਡੀ ਅਮਰੀਕਾ 'ਚ ਹੀ ਆ ਹੁਣ, ਤੇ ਥੋੜੀ ਬਹੁਤੀ ਇੰਡੀਆ 'ਚ ਵੀ ਆ। ਵੱਡਾ ਪਰਿਵਾਰ ਸਾਡਾ, ਜੁਆਇੰਟ ਪਰਿਵਾਰ ਆ, ਸੋ ਕਾਫੀ ਵੱਡਾ ਪਰਿਵਾਰ ਹੈ ਸਾਡਾ। ਤੇ ਭੂਆ ਜੀ ਹੁਣੀ ਆ ਸਾਡੇ, 3 ਭੂਆ ਮੇਰੀਆਂ ਅਮਰੀਕਾ ਹੀ, ਸੋ ਜ਼ਿਆਦਾ ਪਰਿਵਾਰ ਸਾਡਾ। ਹੁਣ ਕੋਈ ਮੇਰੇ ਬੀਜੀ ਵੀ ਅਮਰੀਕਨ ਸਿਟੀਜ਼ਨ ਸੀ, ਸੋ ਕਾਫੀ ਟਾਈਮ ਦੀ ਸਾਡੇ ਪਰਿਵਾਰ ਆ ਜਿਹੜਾ ਕਾਫੀ ਅਮਰੀਕਾ ਵਿੱਚ ਹੀ ਵਸਦਾ। ਡਾਕਟਰ ਸਵੈਮਾਨ, ਕੀ ਹੁੰਦਾ ਕਿ ਜਿਸ ਵੇਲੇ ਤੁਸੀਂ ਘਰ ਛੱਡ ਕੇ ਦੂਰ ਜਾ ਰਹੇ ਹੋ, ਚਾਹੇ ਤੁਸੀਂ ਉਸ ਮੁਲਕ ਦੇ ਵਿੱਚ ਜਾ ਰਹੇ ਹੋ ਜਿਹਨੂੰ ਤੁਹਾਡੇ ਮਾਂ-ਬਾਪ ਆਪਣਾ ਮੁਲਕ ਕਹਿੰਦੇ ਸੀ, ਤੁਸੀਂ ਕਹਿੰਦੇ ਸੀ, ਪਰ ਉਸ ਵੇਲੇ ਜਦੋਂ ਤੁਸੀਂ ਮੁਲਕ ਛੱਡਿਆ 10 ਸਾਲ ਦੇ ਸੀ। ਜਦੋਂ ਫੌਜ ਦੇ ਵਿੱਚ ਵੀ ਜਦੋਂ ਕੋਈ ਫੌਜੀ ਲੜਨ ਜਾਂਦਾ ਹੈ ਅਤੇ ਘਰ ਦੇ ਵਿੱਚ ਜਿੰਨੇ ਪਰਿਵਾਰਕ ਮੈਂਬਰ ਹੁੰਦੇ ਆ ਬੜੇ ਫਿਕਰਮੰਦ ਹੁੰਦੇ ਆ। ਮੈਨੂੰ ਇਹ ਮਹਿਸੂਸ ਹੋ ਰਿਹਾ ਜਦੋਂ ਮੈਂ ਵਿਜ਼ੂਅਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਤੁਸੀਂ ਆਪਣੇ ਘਰ ਤੋਂ ਨਿਕਲੇ ਹੋਗੇ, ਤੁਹਾਡੀ ਆਪਣੀ ਪਤਨੀ ਨੇ, ਤੁਹਾਡੀ ਆਪਣੀ ਮਾਂ ਨੇ ਜ਼ਰੂਰ ਥੋੜ੍ਹੀ ਬਹੁਤ ਤੁਹਾਨੂੰ ਹਦਾਇਤਾਂ ਜ਼ਰੂਰ ਕੀਤੀਆਂ ਹੋਣਗੀਆਂ, ਜਾਂ ਕਿਸੇ ਤਰ੍ਹਾਂ ਦੀ ਤਾੜਨਾ ਕੀਤੀ ਹੋਏਗੀ, ਜਾਂ ਫਿਕਰਮੰਦੀ ਜ਼ਾਹਰ ਕੀਤੀ ਹੋਏਗੀ। ਇੱਦਾਂ ਦਾ ਮਾਹੌਲ ਸੀ? ਨਹੀਂ, ਇੰਨਾ ਨਹੀਂ ਸੀ। ਮੈਂ ਦੱਸ ਦਿੰਦਾ, ਮੇਰੇ ਭੂਆ ਜੀ ਇੱਕ ਤੇ ਉਹ ਰੋਣ ਲੱਗ ਪਏ, ਔਰ ਉਹ ਇੰਨੇ ਖੁਸ਼ ਸੀ ਕਿ ਉਹ ਆਂਦੇ ਕਿ ਮੈਂ ਵੀ ਜਾ ਸਕਦੀ ਹਾਂ। ਅੱਛਾ। ਸੋ ਮੇਰੀ ਸਿਸਟਰ ਨੇ ਕਿਹਾ ਬਾਈ ਜਿੱਦਾਂ ਤੂੰ ਕਹਿੰਦਾ ਉਦਾਂ ਹੀ ਕਰ ਲਾ। ਮੇਰੇ ਫਾਦਰ ਨੇ ਮੈਨੂੰ ਕਿਹਾ ਕਿ ਥੋੜਾ ਬਚ ਕੇ ਰਹੀ। ਮੇਰੀ ਵਾਈਫ ਵੀ ਆਂਦੀ ਕਿ ਜੇ ਤੇਰੇ ਮਮ ਡੈਡ ਨੂੰ ਕੋਈ ਪ੍ਰੋਬਲਮ ਨਹੀਂ ਹੈ ਤਾਂ ਮੈਨੂੰ ਵੀ, ਮੈਂ ਵੀ ਖੁਸ਼ ਹਾਂ, ਚਲੋ ਤੂੰ ਚੱਕੀ ਜਾ, ਜੋ ਤੇਰਾ ਮਨ ਕਰਦਾ ਕਰ ਹੀ ਜਾ, ਮੈਂ ਕਦੇ ਤੈਨੂੰ ਰੋਕਿਆ ਨਹੀਂ। ਮੇਰੇ ਮਮ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਔਰ ਉਹ ਕਿਉਂਕਿ ਡਰੇ ਸੀ, ਔਰ ਫਿਰ ਮੇਰੇ ਸਿਸਟਰ ਨਾਲ ਗੱਲ ਕੀਤੀ ਕਿ ਇਹਨੂੰ ਰੋਕ ਕਿਸੇ ਤਰੀਕੇ, ਇਹਨੂੰ ਪਤਾ ਨਹੀਂ ਲੱਗਦਾ ਕੀ ਕਰ ਰਿਹਾ, ਬਿਕੋਜ਼ ਮੇਰੇ ਮਮ ਡੈਡ ਨੇ ਇੰਡੀਅਨ ਪੋਲਿਟਿਕਸ ਵੇਖੀ ਆ, ਗੰਦੀ ਪੋਲਿਟਿਕਸ ਆ, ਇੱਥੇ ਜਾਣ ਦੀ ਕਦਰ ਨਹੀਂ ਆ, ਐਂਡ ਆਲ ਦੋਸ ਥਿੰਗਸ, ਐਂਡ ਉਹ ਡਰਦੇ ਸੀ ਕਿ ਕਿਤੇ ਐਵੇਂ ਇਹਨੂੰ ਪਤਾ ਕੋਈ ਹੈਗਾ ਨਹੀਂ ਆ, ਉੱਥੇ ਜਾ ਕੇ ਇਹਨੂੰ ਇਹ ਵੀ ਨਹੀਂ ਪਤਾ ਕਿ ਕਿੰਨਾ ਲੋਕਾਂ 'ਚ ਰਹਿਣਾ, ਤੇ ਐਵੇਂ ਇਹਦਾ ਕੋਈ ਮਤਲਬ ਇਹਨੂੰ ਪਾਗਲ ਨਾ ਬਣਾ ਜਾਣਾ, ਹਨਾ। ਸੋ ਸ਼ੀ ਵਾਜ਼ ਸਕੇਅਰਡ, ਔਰ ਮੇਰੇ ਸਿਸਟਰ ਨੇ ਫਿਰ ਉਹਨੂੰ ਜਾ ਕੇ ਇਹ ਗੱਲ ਕੀਤੀ ਕਿ ਬੇਸਿਕਲੀ ਕਿ ਜੇ ਤੁਸੀਂ ਇਹਨੂੰ ਅੱਜ ਨਹੀਂ ਭੇਜਣਾ ਸੀ ਤੇ ਫਿਰ ਇਹਨੂੰ ਤੁਸੀਂ ਆਪਣੇ ਇਤਿਹਾਸ ਕਿਉਂ ਪੜ੍ਹਾਉਂਦੇ ਹੋ, ਆਪਣੇ ਵੱਡੇ ਵਡੇਰਿਆਂ ਬਾਰੇ ਦੱਸਦੇ ਹੋ, ਮੇਰੇ ਬਾਪੂ ਨੇ ਆਹ ਕੀਤਾ, ਮੇਰੇ ਇਹਨੇ ਆਹ ਕੀਤਾ, ਭਗਤ ਸਿੰਘ ਨੇ ਆਹ ਕੀਤਾ, ਗਦਰ ਬਾਬਾ ਨੇ ਆਹ ਕੀਤਾ, ਹਨਾ, ਕਿ ਜੇ ਆਪਣਾ ਮੁੰਡਾ ਨਹੀਂ ਤੁਸੀਂ ਲੜਾਉਂਦੇ, ਕਿ ਜਦੋਂ ਲੜਾਈ ਦਾ ਟਾਈਮ ਆਇਆ ਤੇ ਉਹਨੂੰ ਤੁਸੀਂ ਲੁਕਾਉਂਦੇ ਹੋ, ਫਿਰ ਕੀ ਫਾਇਦਾ। ਦੈਨ ਆਈ ਥਿੰਕ ਉਸ ਤੋਂ ਬਾਅਦ ਨਹੀਂ ਮਮ ਨੇ ਰੋਕਿਆ ਕਿ ਚੱਲ ਜਾ ਜੋ ਤੂੰ ਕਰਨਾ, ਹਨਾ, ਠੀਕ ਹੈ ਗੱਲ। ਔਰ ਵਾਕਈ ਇਹ ਚਾਹੀਦਾ ਵੀ ਆ ਕਿ ਆਪਾਂ ਬਾਣੀ ਪੜ੍ਹਦੇ ਹਾਂ, ਆਪਾਂ ਹਿਸਟਰੀ ਪੜ੍ਹਦੇ ਹਾਂ, ਹਰੀ ਸਿੰਘ ਨਲੂਆ, ਆਪਾਂ ਕਿਤੇ ਵੀ ਆਪਣਾ ਕਿਤੇ ਲੜਾਈ ਹੋ ਜਾਏ ਕਿਸੇ ਨਾਲ, ਮੈਂ ਹਰੀ ਸਿੰਘ ਨਲੂਆ, ਮੈਂ ਪੰਜਾਬੀ, ਮੁੱਛਾਂ ਉੱਪਰ ਕਰ ਲੱਗ ਪੈਂਦੇ ਹਾਂ, ਔਰ ਜਦੋਂ ਲੜਾਈ ਐਕਚੁਅਲ ਵਿੱਚ ਪ੍ਰੈਕਟੀਕਲ ਦਾ ਟਾਈਮ ਆਉਂਦਾ ਉਦੋਂ ਆਪਾਂ ਪਿੱਛੇ ਲੋਕ ਜਾਂਦੇ ਹਾਂ। ਸੋ ਆਈ ਥਿੰਕ ਇਸ ਟਾਈਮ ਤੇ ਲੋੜ ਆ, ਪ੍ਰੈਕਟੀਕਲ ਹੋ ਰਿਹਾ। ਸੋ ਵਟਐਵਰ ਜੋ ਵੀ ਤੁਸੀਂ ਇਤਿਹਾਸ ਪੜ੍ਹਦੇ ਹੋ, ਤੁਸੀਂ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਹੋ, ਹਿੱਕ ਤਾਣ ਕੇ ਖੜਦੇ ਹੋ, ਤੇ ਏਦਾਂ ਹੁੰਦੇ ਕਿ ਮੈਂ ਆਪਣੇ ਮੈਂ ਪਰਸੋਂ ਦੀ ਇੱਕ ਵੀਡੀਓ ਮੈਂ ਸ਼ੇਅਰ ਨਹੀਂ ਕੀਤੀ ਆਪਣੇ ਇੰਸਟਾਗ੍ਰਾਮ ਤੇ, ਆਈ ਜਸਟ ਟੈਲ ਯੂ, ਜਿੱਥੇ ਲੋਕਾਂ ਨੂੰ ਆਦਤ ਪੈ ਗਈ ਹੈ ਸਾਰਿਆਂ ਨੂੰ ਮੇਰਾ ਬਾਪੂ, ਮੇਰੀ ਬੇਬੇ, ਇੱਕ ਟ੍ਰੈਂਡ ਬਣ ਗਿਆ। ਔਰ ਮੈਂ ਵੀਡੀਓ 'ਚ ਮੈਂ ਇਹ ਗੱਲ ਕੀਤੀ, ਅਸੀਂ ਹਸਪੀਟਲ ਬੈਠੇ ਸਾਂ, ਗੁਰਮੇਲ ਕੌਰ ਜਿਹਨਾਂ ਦਾ ਐਕਸੀਡੈਂਟ ਹੋਇਆ ਟਿਕਰੀ ਬਾਰਡਰ ਤੇ, ਐਂਡ ਆਈ ਵਾਜ਼ ਲਾਈਕ, ਉਹਨਾਂ ਦਾ ਬਾਥਰੂਮ ਵੀ ਬੈੱਡ ਤੇ ਕਰਵਾਈਦਾ, ਉਹਨਾਂ ਦਾ ਪਿਸ਼ਾਬ ਵੀ ਬੈੱਡ ਤੇ ਕਰਵਾਈਦਾ, ਸਾਰਾ ਕੁਝ। ਮੈਂ ਵੀਡੀਓ 'ਚ ਇਹ ਗੱਲ ਕੀਤੀ ਕਿ ਬਾਪੂ ਕਹਿਣਾ ਬੜਾ ਸੌਖਾ, ਬੀਬੀ ਕਹਿਣਾ ਬੜਾ ਸੌਖਾ, ਪਰ ਜਿਹੜੀ ਸੇਵਾ ਕਰਨੀ ਆ ਉਦੋਂ ਪਤਾ ਲੱਗਦਾ ਕਿ ਕਿਹੜਾ ਤੁਹਾਡਾ ਬਾਪੂ ਤੇ ਕਿਹੜੀ ਤੁਹਾਡੀ ਬੇਬੇ। ਕਿ ਤੁਹਾਡੇ ਬਜ਼ੁਰਗ ਸੜਕਾਂ ਤੇ ਸੁੱਤੇ ਪਏ ਆ ਤੇ ਤੁਸੀਂ ਘਰਾਂ 'ਚ ਸੁੱਤੇ ਹੋ, ਤੇ ਤੁਸੀਂ ਕਹਿੰਦੇ ਮੇਰੇ ਬਾਪੂ ਮੇਰੇ ਬੇਬੇ, ਤੁਹਾਨੂੰ ਹੱਕ ਨਹੀਂ ਬਣਦਾ ਉਹਨਾਂ ਨੂੰ ਆਪਣੇ ਬਾਪੂ ਬੇਬੇ ਕਹਿਣ ਦਾ। ਉਦੋਂ ਪਤਾ ਲੱਗਦਾ ਜਦੋਂ ਉਹਨਾਂ ਦੇ ਪੈਂਦੀ ਆ ਕਿ ਤੁਸੀਂ ਬਾਥਰੂਮ ਉਹਨਾਂ ਦਾ ਸਾਫ਼ ਕਰ ਸਕਦੇ ਹੋ, ਟੱਟੀ ਸਾਫ਼ ਕਰਦੇ ਹੋ, ਆਮ ਸੌਰੀ ਫॉर ਮਾਈ ਲੈਂਗੁਏਜ, ਮਾਈਂਡ ਨਾ ਕਰਿਓ, ਪਰ ਪਿਸ਼ਾਬ ਸਾਫ਼ ਕਰਦੇ ਹੋ ਆਪਣੇ ਵੱਡੇ ਵਡੇਰਿਆਂ ਦਾ। ਜੇ ਤੁਸੀਂ ਉਹ ਕੁਝ ਕਰ ਸਕਦੇ ਹੋ, ਉਹਨਾਂ ਨਾਲ ਖਲੋ ਸਕਦੇ ਜੋ, ਜੇ ਉਹਨਾਂ ਦੇ ਅੱਗੇ ਮੌਤ ਆ ਜਾਏ, ਤੁਸੀਂ ਉਹਨਾਂ ਦੇ ਅੱਗੇ ਹੋ ਕੇ ਖਲੋ ਸਕਦੇ ਹੋ ਕਿ ਮੌਤ ਤੁਹਾਨੂੰ ਪਹਿਲਾਂ ਆਵੇ, ਫਿਰ ਤੁਸੀਂ ਕਹੋਗੇ ਉਹ ਮੇਰੇ ਬਾਪੂ ਬੇਬੇ ਤੇ ਬਾਪੂ ਆ, ਉਵੇਂ ਨਾ ਕਹੋ। ਸੋ ਉਸ ਦੀ ਸਿਚੁਏਸ਼ਨ ਸ਼ੁਰੂ 'ਚ ਬਣੀ ਸੀ ਘਰੇ ਵੀ, ਤੇ ਉਹਨਾਂ ਨੂੰ ਮੈਂ ਇੰਨਾ ਕਨਵਿੰਸ ਨਹੀਂ ਕਰਨਾ ਪਿਆ, ਪਰ ਗੱਲ ਇਹ ਹੋਈ ਕਿ ਆਪਣੀ ਕੌਮ ਤੇ ਇੱਕ ਮਾੜਾ ਦਿਨ ਆਇਆ ਤੇ ਆਪਾਂ ਨੂੰ ਅੱਗੇ ਹੋ ਕੇ ਜਿੱਦਾਂ ਆਪਣੇ ਵੱਡੇ ਵਡੇਰੇ ਲੜੇ ਆ, ਉਦਾਂ ਹੀ ਅੱਗੇ ਹੋ ਕੇ ਲੜਨਾ ਚਾਹੀਦਾ, ਪਿੱਛੋਂ ਨਹੀਂ ਆਪਾਂ ਲੜ ਸਕਦੇ। ਡਾਕਟਰ ਸਵੈਮਾਨ ਸਿੰਘ ਜੀ, ਅੱਜ ਪੁੱਛਦੇ ਹਾਂ ਕਿ ਮੰਮੀ ਦਾ ਕੀ ਹਾਲ ਆ?
ਹੈਲੋ ਸੁਰਿੰਦਰ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੁਰਿੰਦਰ ਜੀ, ਸਾਲ ਹੋ ਗਿਆ ਬੇਟੇ ਗਏ ਨੂੰ ਘਰੋਂ। ਦੇਖੋ ਬੇਟੇ ਨੇ ਤਾਂ ਆਪਣਾ ਸਰੂਪ ਵੀ ਬਦਲ ਲਿਆ। ਜਦੋਂ ਘਰੋਂ ਗਿਆ ਸੀ ਬਿਲਕੁਲ ਇਸ ਤਰ੍ਹਾਂ ਦਾ ਨਹੀਂ ਸੀ, ਹੈ ਨਾ? ਬਿਲਕੁਲ ਬਿਲਕੁਲ ਬਿਲਕੁਲ। ਕਿੱਦਾਂ ਮਹਿਸੂਸ ਹੋ ਮੈਂ ਰਿਹਾ? ਵੇਖ ਕੇ ਬਹੁਤ ਇਮੋਸ਼ਨਲ ਹੋ ਜਾਂਦੀ ਆ। ਕਈ ਵਾਰੀ ਇੰਨਾ ਰੁਲਿਆ ਹੁੰਦਾ ਆ, ਇੱਥੇ ਹੀ ਜਾਂਦਾ ਹੁੰਦਾ ਸੀਗਾ। ਮੈਂ ਇਹਨੂੰ ਵੇਖ ਕੇ ਹਮੇਸ਼ਾ ਇਹੋ ਵੇਖਦੀ ਸੀ, ਕਿੱਦਾਂ ਇਹ ਆਪਣਾ ਸਕਰਬ ਪਾ ਕੇ ਤੇ ਕੋਟ ਪਾ ਕੇ, ਜਿੱਦਾਂ ਉੱਦਾਂ ਵੀ ਆਪਣਾ ਕੋਟ ਪੈਂਟ ਪਾ ਕੇ ਟਾਈ ਲਾ ਕੇ ਬੜਾ ਤਿਆਰ ਹੋ ਕੇ ਜਾਂਦਾ ਸੀ। ਤੇ ਹੁਣ ਜਦੋਂ ਇਹਨੂੰ ਮੈਂ ਵੇਖਦੀ ਚੱਪਲਾਂ ਤੇ ਮੇਰੇ ਪੈਰ, ਇਹਦੇ ਪੈਰਾਂ ਵੱਲ ਮੇਰਾ ਧਿਆਨ ਰਹਿੰਦਾ ਵੀ ਹਾਏ ਕੁਛ ਵੱਜ ਨਾ ਜਾਵੇ, ਇੱਥੇ ਚੱਪਲਾਂ ਨਹੀਂ ਅਸੀਂ ਪਾ ਸਕਦੇ ਸੀ। ਇਹਨੂੰ ਰੋਕਦੀ ਹੁੰਦੀ ਸਾਂ, ਚੱਪਲਾਂ ਨਾ ਪਾਈ। ਫਿਰ ਇਹਦਾ ਜਦੋਂ ਮੈਂ ਵਾਲ ਖਿਲਰੇ ਵੇਖਦੀ ਹਾਂ, ਜਾਂ ਮੈਂ ਇਹਨੂੰ ਬਹੁਤ ਹੀ ਇਹਦੀਆਂ ਅੱਖਾਂ ਥੱਕੀਆਂ ਵੇਖਦੀ ਹਾਂ, ਜਾਂ ਏਦਾਂ ਦੀਆਂ ਚੀਜ਼ਾਂ ਵੇਖਦੀ ਹਾਂ, ਤੇ ਦੈਨ ਆਈ ਫੀਲ ਕਿ ਅਣਥੱਕ ਯੋਧਾ ਆ। ਤੇ ਮੈਂ ਫੀਲ ਪ੍ਰਾਊਡ ਵੀ ਕਰਦੀ ਹਾਂ ਕਿ ਉਹ ਥੱਕਦਾ ਹੀ ਨਹੀਂ। ਜਦੋਂ ਮੈਂ ਕਾਲ ਕਰਾਂ ਉਦੋਂ ਹੀ ਜਾਗਦਾ ਹੁੰਦਾ ਆ। ਕਈ ਵਾਰੀ 24 ਆਵਰ ਹੀ ਮੈਂ ਵੀ ਜਾਗਦੀ ਰਹਿੰਦੀ ਹਾਂ, ਤੇ ਇਹ ਵੀ ਇਹਨੂੰ ਵਾਚ ਕਰਦੀ ਰਹਿੰਦੀ ਹਾਂ ਵੀ ਇਹ ਕੀ ਕਰਦਾ ਆ। ਹੁਣ ਖਾਸ ਕਰਕੇ ਜਦੋਂ ਕੋਵਿਡ 'ਚ ਇਹ ਰਾਤ ਨੂੰ ਫਿਰਦਾ ਹੁੰਦਾ ਸੀਗਾ ਪਾ ਕੇ ਆਪਣਾ ਪੂਰਾ ਉਹ ਜਿਹੜੀ ਪੀਪੀ ਡਰੈਸ, ਤੇ ਇੱਥੇ ਦਿਨ ਹੁੰਦਾ ਸੀ, ਤੇ ਫਿਰ ਮੈਂ ਸਾਰਾ ਦਿਨ ਹੀ ਵੇਖਦੀ ਸੀ ਵੀ ਉਹ ਰਾਤ ਨੂੰ ਦਿੱਲੀ ਵਿੱਚ ਤੁਰਿਆ ਫਿਰਦਾ ਆ। ਕੋਈ ਉੱਥੇ ਡੇਂਜਰ ਵੀ ਹੋ ਸਕਦਾ, ਤੈਨੂੰ ਕੋਈ ਉੱਦਾਂ ਵੀ ਪ੍ਰੈਂਕ ਫੋਨ ਕਾਲ ਕਰਕੇ ਬੁਲਾ ਸਕਦਾ। ਤੂੰ ਆਪਣੀ ਟੀਮ ਲੈ ਕੇ ਚਲੇ ਜਾਂਦਾ ਆ, ਤੇਰੇ ਨਾਲ ਸਿਕਿਉਰਿਟੀ ਨਹੀਂ ਕੋਈ ਹੁੰਦੀ, ਤੂੰ ਉੱਦਾਂ ਹੀ ਆ। ਫਿਰ ਦੈਨ ਆਈ ਫੀਲ ਕਿ ਐਜ਼ ਏ ਮਦਰ ਯੂ ਕੈਨ ਫੀਲ ਕਿ ਤੁਸੀਂ ਬੱਚਿਆਂ ਬਾਰੇ ਕਿੱਦਾਂ ਵਰੀ ਸੁਰਿੰਦਰ ਹੁੰਦੇ ਜੀ, ਜੀ। ਹੁਣ ਦੇਖੋ, ਹੁਣੇ ਗੱਲ ਕਰਕੇ ਹਟਿਆ ਮਾਤਾਵਾਂ ਦੀ, ਜਿਨ੍ਹਾਂ ਦਾ ਇਹ ਸਭ ਕੁਝ ਉੱਥੇ ਕਰ ਰਹੇ ਹੈਗੇ ਆ। ਮੈਂ ਚਾਹੁੰਦੀ ਹਾਂ ਕਿ ਖਾਸ ਕਰਕੇ ਜਿਹੜੇ ਇੰਡੀਆ ਦੇ ਲੋਕ ਤੁਹਾਨੂੰ ਅੱਜ ਸੁਣ ਰਹੇ ਹੈਗੇ ਆ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਇਹੋ ਹੀ ਸੁਨੇਹਾ ਦਿੰਦੀ ਹਾਂ ਕਿ ਜਿੱਦਾਂ ਮੈਂ ਇਹਨੂੰ ਆਪਣੇ ਬੱਚਿਆਂ ਨੂੰ ਮੈਂ ਛੋਟੇ ਹੁੰਦਿਆਂ ਨੂੰ ਕਹਾਣੀਆਂ ਸੁਣਾਈਆਂ, ਜਿਹੜਾ ਮੈਂ ਹਿਸਟਰੀ ਦੱਸੀ, ਅਸੀਂ ਪੇਰੈਂਟਸ ਨੇ ਜਾਂ ਸਾਡੀ ਫੈਮਿਲੀ ਨੇ ਇਹਨੂੰ ਜੋ ਕੁਝ ਦੱਸਿਆ। ਕਈ ਵਾਰੀ ਡਰ ਲੱਗਦਾ ਆ, ਹੁਣ ਮੈਨੂੰ ਡਰ ਲੱਗਦਾ। ਮੈਂ ਆਪਣੇ ਪੋਤਰੇ ਨਾਲ ਜਦੋਂ ਗੱਲ ਕਰਦੀ ਹਾਂ, ਜਾਂ ਦੋਤੇ ਨਾਲ ਗੱਲ ਕਰਦੀ ਹਾਂ, ਜਾਂ ਦੋਤੀ ਨਾਲ ਪੋਤਰੀ ਨਾਲ, ਤਾਂ ਮੈਨੂੰ ਡਰ ਲੱਗਦਾ ਕਿ ਇਹਨਾਂ ਵੀ ਉਹੀ ਗੱਲਾਂ ਪਿਕ ਕਰਨੀਆਂ ਆ ਨਾ। ਪਰ ਫਿਰ ਮੈਂ ਕਹਿੰਦੀ ਹਾਂ ਨਹੀਂ, ਮੈਂ ਚੰਗੀਆਂ ਗੱਲਾਂ ਕਰ ਰਹੀ ਹਾਂ, ਮੈਂ ਕੋਈ ਮਾੜੀ ਗੱਲ ਨਹੀਂ ਕਰ ਰਹੀ। ਕਿ ਜਿਹੜੀ ਇਹਨਾਂ ਨੂੰ ਸ਼ੁਰੂ ਤੋਂ ਹੀ ਸੀ ਸਿਖਾਇਆ ਗਿਆ ਕਿ ਤੁਸੀਂ ਹੈਲਪ ਕਰਨੀ ਆ ਕਿਸੇ ਦੀ, ਕਿਸੇ ਦਾ ਦਿਲ ਨਹੀਂ ਦਿਖਾਉਣਾ, ਤੁਸੀਂ ਕਿਸੇ ਦੀ ਹੈਲਪ ਕਰਨੀ ਆ, ਕਿਸੇ ਦੇ ਨਾਲ ਖਲੋਣਾ ਆ, ਮਾੜੇ ਦੇ ਨਾਲ ਖਲੋਣਾ ਆ, ਜਿਹੜਾ ਕੋਈ ਦੁਖੀ ਆ ਉਹਦੇ ਨਾਲ ਖਲੋਣਾ ਆ, ਉਹਦਾ ਦੁੱਖ ਵੰਡਾਉਣਾ ਆ। ਤੇ ਉਹ ਇਹਦੇ ਵਿੱਚ ਮੈਂ ਠੀਕ ਹੈ, ਇਹ ਪ੍ਰੈਕਟੀਕਲੀ ਕਰ ਰਿਹਾ ਆ। ਦੂਜੇ ਤੋਂ ਇੱਥੇ ਆ ਮੇਰੇ ਬੱਚੇ, ਪਰ ਉਹਨਾਂ ਈਵਨ ਜਿਹੜੇ ਉਹਨਾਂ ਦੇ ਨਾਲ ਬੱਚਿਆਂ ਦੇ, ਮੇਰੇ ਵੱਡੇ ਬੇਟੇ ਦੀ ਵਾਈਫ ਆ, ਮੇਰੀ ਬੇਟੀ ਦਾ ਹਸਬੈਂਡ ਆ, ਇਹਦੀ ਵਾਈਫ ਆ, ਉਹ ਵੀ ਏਦਾਂ ਦੇ ਹੀ ਆ ਸੇਮ। ਤੁਸੀਂ ਪਹਿਲੀ ਗੱਲ ਤਾਂ ਇਹ ਹੈ, ਮੈਂ ਤੁਹਾਨੂੰ ਇਸ ਗੱਲ ਦੀ ਮੁਬਾਰਕ ਦਿੰਦੀ ਹਾਂ ਕਿ ਤੁਸੀਂ ਜਿਹੜੇ ਆਪਣੇ ਬੱਚਿਆਂ ਦੇ ਨਾਮ ਰੱਖੇ ਆ, ਸਵੈਮਾਨ ਸਿੰਘ ਐਂਡ ਦੂਸਰਾ ਬੇਟਾ ਸੰਗਰਾਮ ਸਿੰਘ, ਕਮਾਲ ਦੇ ਨਾਮ ਆ। ਤੇ ਉਹ ਜਿਹੜੀਆਂ ਫੀਲਿੰਗਸ ਤੁਸੀਂ ਭਰ ਕੇ ਰੱਖੀਆਂ ਨਾ, ਨਾਵਾਂ ਦੇ ਵਿੱਚ ਰੱਖੀਆਂ, ਔਰ ਇਹ ਆਪਣੇ ਨਾਮ ਦੇ ਉੱਤੇ ਪੂਰੇ ਉਤਰ ਰਹੇ ਨੇ। ਇਸ ਤੋਂ ਵੱਧ ਮਾਣ ਦੀ ਹੋਰ ਕੀ ਗੱਲ ਹੋ ਸਕਦੀ ਆ? ਸੁਰਿੰਦਰ ਜੀ, ਸ਼ੁਕਰੀਆ ਗੱਲ ਕਰਨ ਦੇ ਲਈ। ਬੇਟੇ ਦੇ ਨਾਲ ਕੋਈ ਸਿੱਧੀ ਗੱਲ ਕਰਨੀ ਹੋਵੇ ਤਾਂ ਇਸ ਵੇਲੇ ਕਰੋ। ਬਸ ਇਹੋ ਹੀ ਆ ਬੇਟੇ, ਆਪਣਾ ਧਿਆਨ ਰੱਖਿਆ ਕਰ, ਖਾਣ ਪੀਣ ਦਾ ਧਿਆਨ ਰੱਖਿਆ ਕਰ, ਆਪਣੀ ਸਿਹਤ ਦਾ ਧਿਆਨ ਰੱਖਿਆ ਕਰ, ਤੇ ਜਿਹੜੀ ਰਿਕਮੈਂਡੇਸ਼ਨ ਤੂੰ ਲੋਕਾਂ ਨੂੰ ਦਿੰਦਾ ਨਾ ਵੀ ਇੰਨਾ ਕੁ ਜ਼ਰੂਰ ਸੌਣਾ ਚਾਹੀਦਾ, ਉਹਨਾਂ ਕੁ ਜ਼ਰੂਰ ਸੌ ਲਿਆ ਕਰ। ਉਹਨਾਂ ਕੁ ਜ਼ਰੂਰ ਸੌ ਲਿਆ ਕਰੋ ਜੀ। ਡਾਕਟਰ ਸਵੈਮਾਨ ਜੀ, ਕੀ ਕਹੋਗੇ? ਹਾਂਜੀ, ਨਹੀਂ ਮੰਮੀ ਨੇ ਤਾਂ ਇਹ ਕਹਿਣਾ ਕਿ ਰੇਡੀਓ ਤੇ ਆਵਾਜ਼ ਸੁਣਾਉਂਦਾ ਹੋਵੇ, ਸਾਡਾ ਫੋਨ ਨਹੀਂ ਚੁੱਕਦਾ, ਬਿਕਾਜ਼ ਵਾਕਈ ਇੱਥੇ ਕਈ ਵਾਰੀ ਬਿਜ਼ੀ ਹੋਈਦਾ, ਔਰ ਇਹਨਾਂ ਦਾ ਵੀ ਮੈਂ ਫੋਨ ਮਤਲਬ ਕਿ ਫੋਨ ਰਿਪਲਾਈ ਨਹੀਂ ਕਰਦਾ। ਮੇਰੇ ਭਰਾ ਨੂੰ ਕਈ ਵਾਰੀ ਗੁੱਸਾ ਆ ਕੇ ਮੈਨੂੰ ਲੱਗਦਾ ਮੇਰੇ ਫਾਦਰ ਨੂੰ ਆਉਂਦਾ ਸੀ ਇਹ ਮੈਨੂੰ ਹੁਣ ਆਪਣਾ ਭਰਾ ਨਹੀਂ ਸਮਝਦਾ, ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗ ਪਿਆ ਔਰ ਸਮਥਿੰਗ। ਉਹ ਵਾਕਈ ਇੱਥੇ ਨਾ ਮੇਰੇ ਐਂਡਲੈਸ ਮੈਸੇਜਿਸ ਹੁੰਦੇ ਆ, ਐਂਡਲੈਸ ਕਾਲਸ ਹੁੰਦੀਆਂ, ਔਰ ਕਈ ਵਾਰੀ ਇੰਪੋਰਟੈਂਟ ਕਾਲਸ ਹੁੰਦੀਆਂ ਜਿਹੜੀਆਂ ਰਿਟਰਨ ਕਰਨੀ ਦਾ ਕਈ ਵਾਰੀ ਇਹਨਾਂ ਨੂੰ ਨਹੀਂ ਟਾਈਮ ਹੈ, ਔਰ ਫੈਮਿਲੀ ਨੂੰ ਵਾਕਈ ਨਹੀਂ ਟਾਈਮ ਦੇਣ ਪੈਂਦਾ। ਕਈ ਵਾਰੀ ਆਪਣੀ ਵਾਈਫ ਨੂੰ ਮੈਂ there were times ਕਿ ਮੈਂ ਹਫਤਾ ਕਾਲ ਨਹੀਂ ਕੀਤਾ, so definitely ਇਹ ਐਸਾ ਟਾਈਮ ਹੈ ਜਿਹੜਾ ਮੈਂ ਆਪਣੀ ਫੈਮਿਲੀ ਲਾਈਫ ਮੇਰੀ ਅਫੈਕਟਡ ਹੈ ਬਹੁਤ ਜ਼ਿਆਦੀ। ਪਰ again ਅਸੀਂ ਫੀਲ ਕਰਦੇ ਹਾਂ ਕਿ ਇੱਕ ਸੈਕਰੀਫਾਈਸ ਹੈ, for now I can tell you 1984 ਦੇ ਮੈਂ ਪੋਸਟਸ ਵੇਖਣ ਦਿਆਂ, ਹਰ ਇੱਕ ਬੰਦਾ 1984 ਦੀ ਪੋਸਟ ਵੇਖਣ ਦਿਆਂ, and I feel like ਕਿ 1984 ਇੱਕ ਟਾਈਮ ਸੀ, ਉਹ ਫਿਰ ਆ ਸਕਦਾ
ਜੇ ਅੱਜ ਤੱਕ ਉਹ ਓਪਰਚੁਨਿਟੀ ਆ, ਤੁਸੀਂ ਸਟੈਂਡ ਅਪ ਕਰੋ ਆਪਣੀ ਕਮਿਊਨਿਟੀ ਲਈ, ਆਪਣੇ ਲੋਕਾਂ ਲਈ, ਤਾਂ ਆਪਣੇ ਲਈ ਵੀ ਨਹੀਂ, ਕੋਈ ਵੀ ਇਨਸਾਨੀਅਤ ਦੇ ਨਾਮ ਤੇ ਜਿੱਥੇ ਧੱਕਾ ਹੁੰਦਾ ਉੱਥੇ ਖਲੋ। ਤੇ ਬਾਅਦ ਚ ਇਹ ਨਾ ਹੋਵੇ ਕਿ ਤੁਸੀਂ ਉਦੋਂ ਖਲੋ ਨਾ ਤੇ ਬਾਅਦ ਚ ਤੁਸੀਂ ਪੋਸਟਾਂ ਪਾਉਂਦੇ ਫਿਰੋ ਕਿ ਆਹ ਹੋਇਆ ਜੀ, ਉਹ ਹੋਇਆ। ਐਂਡ ਇਫ ਯੂ, ਜੇ ਤੁਸੀਂ ਚਾਹੁੰਦੇ ਨਹੀਂ ਹੋ ਕਿ ਹਿਟਲਰ ਜਰਮਨੀ ਜਾਂ 1984 ਜਾਂ ਗੁਜਰਾਤ ਰਾਈਟਸ ਜਾਂ ਜਿੰਨਾ ਵੀ ਮਾੜਾ ਕੁਝ ਹੋਇਆ ਹੈ ਇਨਸਾਨੀਅਤ ਦੇ ਨਾਲ ਇਸ ਦੁਨੀਆ ਦੇ ਵਿੱਚ, ਦੈਨ ਫਿਰ ਤੁਹਾਨੂੰ ਖਲੋਣਾ ਪਊਗਾ। ਜਦੋਂ ਤੁਹਾਨੂੰ ਲੱਗਦਾ ਕਿ ਕੋਈ ਗਲਤ ਹੈ ਉਦੋਂ ਬੋਲਣਾ ਪਊਗਾ। ਐਂਡ ਅ ਬਿਗ ਐਗਜ਼ਾਮਪਲ ਇਜ਼ ਸ਼ਾਹਰੁਖ ਖਾਨ ਐਂਡ ਦ ਇੰਡੀਅਨ ਕ੍ਰਿਕਟ ਟੀਮ। ਇਫ ਯੂ ਫੋਲੋ ਜੋ ਇੰਡੀਆ 'ਚ ਹੋ ਰਿਹਾ, ਕਿ ਇਹੋ ਹੀ ਕ੍ਰਿਕਟ ਦੀ ਟੀਮ ਸੀ ਜਿਨ੍ਹਾਂ ਨੇ ਸਾਰੀਆਂ ਟਵੀਟ ਸ਼ੇਅਰ ਕੀਤੀਆਂ, ਉਹ ਜਿਹੜੀਆਂ ਜਦੋਂ ਐਂਟੀ ਕਿਸਾਨ ਮੂਵਮੈਂਟ ਇਹਨਾਂ ਨੇ ਚਲਾਈ ਸੀ ਬਾਲੀਵੁੱਡ ਨੇ ਤੇ ਕ੍ਰਿਕਟ ਵਾਲਿਆਂ ਨੇ, ਔਰ ਸਰਕਾਰ ਨੇ ਉਹ ਚਲਵਾਈ ਸੀ, ਸਾਫ਼ ਪਤਾ ਲੱਗਦਾ ਸੀ। ਔਰ ਅੱਜ ਉਹੀ ਬਾਲੀਵੁੱਡ ਤੇ ਉਹੀ ਕ੍ਰਿਕਟ ਟੀਮ, ਦੋਵਾਂ ਦੇ ਵਿੱਚ ਉਹ ਵੇਖੋ ਤੁਹਾਨੂੰ ਵੇਖਣ ਨੂੰ ਮਿਲਦੇ ਆ। ਕਿਉਂਕਿ ਜਿਹੜੀ ਹੇਟ ਹੈ ਨਾ, ਜਿਹੜੀ ਤੁਸੀਂ ਹੇਟ ਕਰਦੇ ਹੋ ਇਨਸਾਨੀਅਤ ਦੇ ਖਿਲਾਫ, ਤੁਸੀਂ ਜਿਹੜਾ ਬੋਲਦੇ ਹੋ, ਇੱਕ ਨਾ ਇੱਕ ਦਿਨ ਉਹ ਅੱਗ ਜਿਹੜੀ ਉਹ ਤੁਹਾਡੇ ਘਰ 'ਚ ਹੀ ਲੱਗ ਜਾਂਦੀ ਆ। ਸੋ ਆਪਾਂ ਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ ਕਿ ਜੇ ਤੁਸੀਂ 1984 ਦੀ ਅੱਜ ਪੋਸਟ ਪਾ ਰਹੇ ਹੋ, then you should be concerned very much about the farmers at the borders। ਕਿਉਂਕਿ ਉਹ ਟਾਈਮ ਕਿਤੇ ਇਹ ਨਾ ਸੋਚੋ ਕਿ ਉਹ ਜਿਹਾ ਟਾਈਮ ਕਦੀ ਵਾਪਸ ਨਹੀਂ ਆ ਸਕਦਾ। ਉਹ ਟਾਈਮ ਵਾਪਸ ਆ ਸਕਦਾ। ਉਹ ਕਿਉਂ ਨਹੀਂ ਆ ਸਕਦਾ? ਤੁਹਾਡੇ ਇੱਥੇ ਐਜੂਕੇਸ਼ਨ ਨਹੀਂ ਹੈਗੀ, ਬੱਚੇ ਡਰੱਗਸ ਕਰਨ ਲੱਗ ਪਏ ਆ, ਹਸਪੀਟਲ ਸਿਸਟਮ ਨਹੀਂ ਆ, ਐਵਰੀਬਡੀ ਇਜ਼ ਡਿਪਰੈਸਡ, there is literally no jobs available। ਸਾਰੀ ਜਿਹੜੀ ਇਕਨੋਮੀ ਆ ਉਹ ਕ੍ਰੈਸ਼ ਕਰ ਰਹੀ ਆ। ਜਿਹੜੇ ਸਿਆਸਤਦਾਨ ਹੈ ਉਹ ਫ੍ਰੀ ਬਿਜਲੀ ਤੋਂ ਇਲਾਵਾ ਉਹਨਾਂ ਕੋਲ ਕੁਛ ਦੇਣ ਲਈ ਨਹੀਂ ਹੈਗਾ। ਕੋਈ ਵੀ ਬੰਦਾ ਐਸੀ ਗੱਲ ਨਹੀਂ ਕਰ ਰਿਹਾ ਕਿ ਜਿਹਨਾਂ ਬੱਚਿਆਂ ਦਾ ਫਿਊਚਰ ਵਧੀਆ ਹੋਵੇ, ਪੰਜਾਬ ਦਾ ਫਿਊਚਰ ਅੱਗੇ ਆਵੇ। ਕੋਈ ਵੀ ਹਿਸਟਰੀ ਨੂੰ ਪ੍ਰੀਜ਼ਰਵ ਕਰਨ ਦੀ ਗੱਲ ਨਹੀਂ ਕਰ ਰਿਹਾ ਕਿ ਸਾਡਾ ਇਤਿਹਾਸ ਕਿਸੇ ਤਰੀਕੇ ਨਾਲ ਪ੍ਰੀਜ਼ਰਵ ਕਰ ਲਈਏ, ਆਪਣੀ ਬੋਲੀ ਪ੍ਰੀਜ਼ਰਵ ਕਰ ਲਈਏ, ਆਪਣਾ ਕਲਚਰ ਪ੍ਰੀਜ਼ਰਵ ਕਰ ਲਈਏ। ਗੱਲਬਾਤ ਹੋ ਰਹੀ ਹੈ ਬਸ ਇੱਕੋ ਹੀ ਹੈ ਕਿ ਤੁਹਾਨੂੰ ਬਿਜਲੀ ਦੇ ਦਾਂਗੇ, ਤੁਹਾਨੂੰ ਉਹ ਇੱਕ ਹਿਸਾਬ ਦਾ। ਜੇ ਮੈਂ ਵੇਖਾਂ ਮੇਰਾ ਪੇਸ਼ੈਂਟ ਇਸ ਵੇਲੇ ਵੈਂਟੀਲੇਟਰ ਤੇ ਆ, ਤੇ ਮੈਂ ਬਸ ਇਹੋ ਕਹਿੰਦਾ ਕਿ ਹਾਂ ਇਹ ਵੈਂਟੀਲੇਟਰ ਤਾਂ ਮੈਂ ਥੋੜਾ ਜਿਹਾ ਮਾਸਕ ਉੱਪਰ ਕਰਦਾ, ਕਦੀ ਥੱਲੇ ਕਰਦਾ, ਬਟ ਇਨਸਟੈਡ ਕਿ ਇੱਕ ਡਾਕਟਰ ਨੂੰ ਪਲਾਨ ਬਣਾਉਣਾ ਪੈਂਦਾ ਕਿ ਹਾਂ ਯਾਰ ਅੱਜ ਵੈਂਟੀਲੇਟਰ ਤੇ ਆ, ਕੱਲ ਮੈਂ ਇਹਨੂੰ ਆਕਸੀਜਨ ਤੇ ਲਾਉਣਾ, ਹੌਲੀ ਹੌਲੀ ਮੈਂ ਇਹਦੀ ਆਕਸੀਜਨ ਲਾ ਦੇਣੀ ਆ ਕਿ ਇਹ ਤੁਰ ਫਿਰ ਸਕੇ। ਕੋਈ ਵੀ ਇਹ ਨਹੀਂ ਸੋਚਦਾ ਕਿ ਹਾਂ ਯਾਰ ਇਹ ਪੰਜਾਬ ਨੂੰ ਇੱਕ ਦਿਨ ਤੋੜਨਾ ਫੇਰਨਾ, ਕਿ ਉਹੀ ਬਸ ਜਿਹੜਾ ਲੁੱਟ ਹੋ ਉਹੀ ਕੰਮ ਹੋਈ ਜਾਂਦਾ। ਡਾਕਟਰ ਸਵੈਮਾਨ, ਮੈਂ ਇੱਕ ਹੋਰ ਚੀਜ਼ ਜਾਣਨਾ ਚਾਹੁੰਦੀ ਹਾਂ, ਤੁਹਾਨੂੰ ਕੀ ਲੱਗਦਾ ਕਿ ਕਦੋਂ ਤੱਕ ਤੁਸੀਂ ਉੱਥੇ ਰਹਿ ਸਕੋਗੇ, ਜਾਂ ਤੁਹਾਡੀ ਕੀ ਯੋਜਨਾ ਹੈ? ਮੈਂ ਇਹ ਜਾਣਨਾ ਚਾਹੁੰਦੀ ਹਾਂ, ਮਨ ਦੇ ਵਿੱਚ ਤੁਸੀਂ ਵੀ ਆਪਣੇ ਆਪ ਨੂੰ ਕਦੇ ਪੁੱਛਦੇ ਹੋਗੇ ਕਿ ਵੀ ਇਹ ਪਤਾ ਨਹੀਂ ਕਦੋਂ ਖ਼ਤਮ ਹੋਊਗਾ, ਜਿਹੜੇ ਲੌਜ਼ ਦੀ ਗੱਲ ਹੈਗੀ ਆ, ਜਿਹੜੀਆਂ ਮੰਗਾਂ ਲੈ ਕੇ ਕਿਸਾਨ ਉੱਥੇ ਬੈਠੇ ਹੈਗੇ ਆ। ਸ਼ੁਰੂ 'ਚ ਤੁਸੀਂ ਇਹ ਗੱਲ ਕਹੀ ਸੀ ਕਿ ਮੈਨੂੰ ਵੀ ਪਤਾ ਨਹੀਂ ਗਾ ਕਿ ਫਿਊਚਰ ਮੈਨੂੰ ਕਿੱਧਰ ਨੂੰ ਲੈ ਕੇ ਜਾਂਦਾ ਜਾਂ ਮੈਂ ਕੀ ਕਰਦਾ, ਆਈ ਹੈਵ ਨੋ ਆਈਡੀਆ। ਸਟਿਲ ਤੁਸੀਂ ਆਪਣੇ ਆਪ ਨੂੰ ਕਿਹੋ ਜਿਹੇ ਸਵਾਲ ਪੁੱਛਦੇ ਹੋ ਜਦੋਂ ਕਿਤੇ ਇਕੱਲੇ ਬੈਠਦੇ ਹੋ? ਫਾਈਨਲ ਹੈ ਜੀ ਉਹ ਜਿਹੜੀ ਉਹ ਫਿਊਚਰ ਜਿਹੜੀ ਮੈਂ ਗੱਲ ਕਰਦਾ, ਫਿਊਚਰ ਦਾ ਪਤਾ ਨਹੀਂ, ਉਹ ਆ ਕਿ ਜਦੋਂ 3 ਕਾਨੂੰਨ ਵਾਪਸ ਹੋ ਗਏ, ਜਦੋਂ ਅਸੀਂ ਘਰਾਂ ਨੂੰ ਆ ਗਏ। ਸੋ ਜਿਹੜੀ ਚੀਜ਼ ਆ ਕਿ ਮੈਂ ਅੰਦੋਲਨ 'ਚ ਰਹਿਣਾ ਔਰ ਆਪਣੇ ਬਜ਼ੁਰਗਾਂ ਨੂੰ ਛੱਡ ਕੇ ਨਹੀਂ ਜਾਣਾ, ਉਹ ਚੀਜ਼ ਫਾਈਨਲ ਆ। ਉਹਦੇ ਵਿੱਚ ਕੋਈ ਵੀ ਮੈਂ ਉਹ ਨਹੀਂ ਕਰ ਸਕਦਾ, ਆਈ ਕੈਨਟ ਗੋ ਵਨ, ਦੈਟਸ ਫਾਈਨਲ। ਉਹਦੇ ਲਈ ਕਦੇ ਸੈਕਿੰਡ ਥਾਟ ਨਹੀਂ ਆਇਆ ਵੀ ਮੈਂ ਆਇਆ ਤਾਂ ਮੈਂ ਕਿਉਂ ਆਇਆ? ਨਹੀਂ ਜੀ, ਬਹੁਤ ਜ਼ਿਆਦਾ ਸਟਰੋਂਗਲੀ ਔਰ ਫਰਮਲੀ ਕੋਈ ਸੈਕਿੰਡ ਥਾਟ ਕਦੀ ਆ ਹੀ ਨਹੀਂ ਸਕਦਾ। ਕਿਉਂਕਿ ਮੈਂ ਜਿੰਨਾ ਵੀ ਦੇਰ ਇੱਥੇ ਰਹਿ ਰਿਹਾ ਔਰ ਮੇਰੀਆਂ ਲੋੜਾਂ ਲੋਕਾਂ ਦੇ ਪ੍ਰਤੀ ਵਧੀ ਜਾਂਦੀਆਂ ਵਾ। ਜਿਹੜੇ ਲੋਕ ਮੈਨੂੰ ਜਦੋਂ ਮੈਂ ਫਸਟ ਡੇ ਆਇਆ ਸੀ, ਨੋਬਡੀ ਕੇਅਰਡ ਕਿ ਹਾਂ ਯਾਰ ਚਲੋ ਡਾਕਟਰ ਆ ਗਿਆ। ਜਿਹੜੇ ਮੇਰੇ ਪੁਰਾਣੇ ਮਰੀਜ਼ ਸੀ ਉਹ ਮੇਰੇ ਕੋਲ ਆ ਗਏ, ਓਕੇ ਡਾਕਟਰ ਆ ਬਹੁਤ ਵਧੀਆ, ਜਾਂ ਮੇਰੇ ਪਿੰਡ ਦੇ ਲੋਕ ਆ ਗਏ, ਜਾਂ ਆਲੇ ਦੁਆਲੇ ਜਿਹਨਾਂ ਨੂੰ ਪਤਾ ਸੀ ਡਾਕਟਰ ਕੌਣ ਆ, ਚਲੋ ਉਹ ਆ ਗਏ। ਪਰ ਹੌਲੀ ਹੌਲੀ ਹੁਣ ਇਹ ਚੀਜ਼ ਆ ਗਈ ਆ ਕਿ ਟਿਕਰੀ ਬੋਰਡ ਉੱਤੇ ਮੈਂ ਅੱਗੇ ਵੀ ਗੱਲ ਕਰਦਾ, ਜੇ ਕਿਸੇ ਦਾ ਕੁੱਤਾ ਗਵਾਚ ਜਾਂਦਾ, ਜੇ ਕਿਸੇ ਦੀ ਘੜੀ ਗਵਾਚ ਜਾਂਦੀ, ਉਹਨੇ ਸਭ ਤੋਂ ਪਹਿਲਾਂ ਉਹਨੂੰ ਪਤਾ ਮੈਂ ਪਿੰਡ ਕੈਲੀਫੋਰਨੀਆ ਜਾ ਕੇ ਰਿਪੋਰਟ ਕਰਨੀ ਹੈ ਕਿ ਯਾਰ ਸਾਡੇ ਨਾਲ ਇਹ ਹੋ ਗਿਆ, ਹੁਣ ਡਾਕਟਰ ਸਾਹਿਬ ਕੀ ਕਰੀਏ। ਕਈ ਵਾਰੀ ਅਸੀਂ ਵੀ ਯਾਰ ਮੇਰੇ ਵੀ, ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਅਸੀਂ ਇੱਕ ਤੰਬੂ 'ਚ ਗਏ, ਹੁਣ ਅਸੀਂ ਵਾਕ ਟੂ ਵਾਕ ਨਾ ਡੋਰ ਟੂ ਡੋਰ, ਚਲੋ ਕਿ ਟਰਾਲੀ ਟੂ ਟਰਾਲੀ ਕੈਂਪੇਨ ਰਨ ਕਰ ਰਹੇ ਹਾਂ ਟਿਕਰੀ ਬੋਰਡ ਉੱਤੇ। ਹਰ ਇੱਕ ਟਰਾਲੀ 'ਚ ਜਾਂਦੇ ਆ, ਉਹਨਾਂ ਦੀਆਂ ਨੀਡਸ ਅਸੈਸ ਕਰਦੇ ਆ। ਚਲੋ ਤੈਨੂੰ 2 ਮੰਜੇ ਚਾਹੀਦੇ, ਓਕੇ ਨਹੀਂ ਬਾਈ ਜੀ ਆ ਤੁਹਾਡਾ ਮੰਜਾ ਹੈਗਾ, ਨਹੀਂ ਇੱਕ ਹੀ ਤੁਹਾਨੂੰ ਮਿਲਣਾ, ਜਾਂ ਡੇਂਗੂ ਸੀਜ਼ਨ ਆ ਰਿਹਾ, ਤੁਸੀਂ ਪਾਣੀ ਕਿਉਂ ਨਹੀਂ ਕਲੀਅਰ ਕੀਤਾ, ਫਾਇਰ ਹਾਈਡਰੈਂਟ ਕਿਉਂ ਨਹੀਂ ਤੁਹਾਡੇ ਹੈਗਾ, ਜਾਂ ਅਲੱਗ-ਅਲੱਗ ਚੀਜ਼ਾਂ ਚੈੱਕ ਮਾਰ ਕਰ ਰਹੇ ਹੋ, ਜੋ ਅਸੀਂ ਦੇ ਸਕਦੇ ਹੋ ਦੇ ਰਹੇ। ਇੱਕ ਬਜ਼ੁਰਗ ਆਇਆ, ਉਹ ਲਾਈਕ ਲਿਟਰਲੀ ਅਸੀਂ ਸ਼ੇਕ ਸਾਨੂੰ ਸਾਰਿਆਂ ਨੂੰ ਪੈ ਗਿਆ, ਉਹਦੇ ਯਾਰ ਉਹ ਅੜਬਜਾ ਜਿੱਦਾਂ ਨਾ ਕਰਕੇ। ਔਰ ਮੈਂ ਟੀਮ ਜਿਹੜੇ ਮੇਰੇ 2 ਮੁੰਡੇ ਉਹ ਵੀ ਵਾਪਸ ਕਰੋ, ਯਾਰ ਬਾਬਾ ਤੂੰ ਕਿਉਂ ਸਾਡੇ ਨਾਲ ਏਦਾਂ ਕਰਦੇ ਆ, ਅਸੀਂ ਕਿਹੜਾ ਕਿਸੇ ਕੋਲ ਪੈਸੇ ਲੈਂਦੇ ਆ, ਤੂੰ ਸਾਨੂੰ ਮਤਲਬ ਕਿ ਏਦਾਂ ਹਨਾ। ਐਂਡ ਦੈਨ ਮੈਂ ਥੋੜਾ ਜਿਹਾ ਸੋਚਿਆ, ਮੈਂ ਫਿਰ ਸਾਰਿਆਂ ਨੂੰ ਸਾਈਡ ਤੇ ਕੀਤਾ, ਮੈਂ ਕਿਹਾ ਯਾਰ ਇਹ ਬੰਦਾ ਨਾ 11 ਮਹੀਨੇ ਦਾ ਭਰਿਆ ਵਾ, ਜਦੋਂ ਤੁਸੀਂ ਮੇਰੇ ਤੇ ਕੱਢਦੇ ਹੋ, ਕਿਉਂਕਿ ਅਸੀਂ ਮੀਟਿੰਗ ਕਰਦੇ ਆ, ਮੀਟਿੰਗ 'ਚ ਸਾਰੇ ਮੁੰਡੇ ਕਦੀ ਮੈਨੂੰ ਕਦੀ ਖੋ ਮਤਲਬ ਭਰੇ ਆਉਂਦੇ ਆ, ਪਰ ਮਤਲਬ ਸਾਰਾ ਕੁਝ ਉੱਥੇ ਡੋਲ ਜਾਂਦੇ ਆ। ਮੈਂ ਕਿਹਾ ਇਹ ਬੰਦਾ ਜਿਹੜਾ ਬਜ਼ੁਰਗ ਆ ਨਾ ਆਪਣੇ ਘਰਦਿਆਂ ਤੋਂ ਦੂਰ ਆ, 11 ਮਹੀਨੇ ਹੋ ਗਿਆ, ਇਹ ਭਰਿਆ ਪਿਆ ਵਾ, ਇਹ ਫੀਲ ਕਰ ਰਿਹਾ ਕਿ ਹੁਣ ਬਾਹਰ ਕਿਤੇ ਉਹਦੀ ਕੋਈ ਗੱਲ ਸੁਣਨਾ ਹੈ ਤੇ ਉਹਨੇ ਸਾਰਾ ਕੁਝ ਖੋਲ ਦੇਣਾ। he went off like 10 ਮਿੰਟ
ਪੂਰਾ ਉਹਨਾਂ ਵੈਂਟ ਆਊਟ ਨੇ ਕੀਤਾ ਉਹਨੇ ਆਪਣੇ ਆਪ ਨੂੰ। ਹਾਂ 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 ਹਾਂ। ਸਵੈਮਾਨ ਇੱਕ ਹੋਰ ਵੱਡਾ ਨਾਮ ਹੈਗਾ ਰਜਿੰਦਰ ਸਿੰਘ ਦੀਪਵਾਲਾ, ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਕਿਰਤੀ ਕਿਸਾਨ ਯੂਨੀਅਨ ਦੇ। ਤੁਹਾਡੇ ਲਈ ਉਹਨਾਂ ਨੇ ਇੱਕ ਸੁਨੇਹਾ ਭੇਜਿਆ, ਉਹਨਾਂ ਦਾ ਆਪਾਂ ਸੁਨੇਹਾ ਸੁਣ ਲਈਏ, ਉਸ ਤੋਂ ਬਾਅਦ ਆਪਣੀ ਜਿਹੜੀ ਗੱਲਬਾਤ ਹੈ ਇਸੇ ਤਰ੍ਹਾਂ ਚੱਲਦੀ ਰਹੇਗੀ। ਡਾਕਟਰ ਸਵੈਮਾਨ ਜੀ ਦੀ ਜਿੱਥੋਂ ਤੱਕ ਸੇਵਾਵਾਂ ਦੀ ਗੱਲ ਹੈਗੀ ਹੈ, ਡਾਕਟਰ ਸਵੈਮਾਨ ਜੀ ਹੋਰੀ ਬਹੁਤ ਵਧੀਆ ਸੇਵਾਵਾਂ ਜਿਹੜੀਆਂ ਨੇ ਦੇ ਰਹੇ ਨੇ। ਅਤੇ ਜਿਸ ਤਰ੍ਹਾਂ ਭਾਜੀ ਰਮਿੰਦਰ ਸਿੰਘ ਪਟਿਆਲਾ ਹੋਰਾਂ ਨੇ ਦੱਸਿਆ ਕਿ ਉਹ ਮੈਡੀਕਲ ਸੇਵਾਵਾਂ ਲਗਾਤਾਰ ਮੋਰਚੇ ਦੇ ਵਿੱਚ ਦੇ ਰਹੇ ਨੇ। ਅਤੇ ਮੈਂ ਸਿਰਫ ਇੰਨੀ ਗੱਲ ਦਾ ਵਾਅਦਾ ਕਰਨਾ ਚਾਹੂੰਗਾ ਕਿ ਮੈਡੀਕਲ ਸੇਵਾਵਾਂ ਨਹੀਂ, ਇਸ ਤੋਂ ਇਲਾਵਾ ਲੋਕਾਂ ਨੂੰ ਘਰ ਬਣਾ ਕੇ ਦੇਣ ਦਾ ਵੀ ਵੱਡੀ ਪੱਧਰ 'ਤੇ ਉਹਨਾਂ ਨੇ ਜਿਹੜਾ ਉਪਰਾਲਾ ਕੀਤਾ। ਲੋਹੇ ਦੇ ਘਰ ਵੱਡੀ ਪੱਧਰ 'ਤੇ ਜਿਹੜੇ ਨੇ ਉਹਨਾਂ ਨੇ ਲੋਕਾਂ ਦੇ ਸਹਿਯੋਗ ਦੇ ਨਾਲ ਬਣਾ ਕੇ ਜਿੰਨੇ ਵੀ ਸਾਡੇ ਲੋੜਵੰਦ ਕਿਸਾਨ ਸੀਗੇ ਮੋਰਚੇ 'ਚ ਉਹਨਾਂ ਨੂੰ ਦਿੱਤੇ, ਤਾਂ ਕਿ ਜੇ ਮੋਰਚਾ 2024 ਤੱਕ ਵੀ ਚੱਲਦਾ ਹੈਗਾ ਅਤੇ ਉਦੋਂ ਤੱਕ ਛੱਪਰ ਜਿਹੜੇ ਆ ਉਹਨਾਂ ਨੂੰ ਖੜਾਉਣਾ ਮੁਸ਼ਕਿਲ ਹੋਊਗਾ, ਲੋਹੇ ਦੇ ਘਰ ਜਿਹੜੇ ਆ ਪੱਕੇ ਤੌਰ 'ਤੇ ਚੱਲਣਗੇ। ਅਤੇ ਦੂਸਰੀ ਗੱਲ ਕਿ ਬਹੁਤ ਸਾਰੇ ਮੋਰਚੇ ਦੇ ਹਮਾਇਤੀ ਰਹੇ ਸ਼ੁਰੂ ਤੋਂ, ਅਲੱਗ-ਅਲੱਗ ਖਿੱਤਿਆਂ ਨਾਲ ਜੁੜੇ ਹੋਏ ਲੋਕ, ਪਰ ਕਈ ਮੋਰਚੇ ਦੇ ਹਮਾਇਤੀਆਂ ਨੇ ਕਈ ਵਾਰ ਸੰਯੁਕਤ ਕਿਸਾਨ ਮੋਰਚੇ ਨੂੰ ਕਿਹਾ ਵੀ ਇੱਦਾਂ ਨਹੀਂ ਇੱਦਾਂ ਕਰੋ, ਪਰ ਡਾਕਟਰ ਸਵੈਮਾਨ ਉਸ ਤਰ੍ਹਾਂ ਦੀ ਸ਼ਖਸੀਅਤ ਆ ਜਿਨ੍ਹਾਂ ਦੀ ਅਨਕੰਡੀਸ਼ਨਲ ਸਪੋਰਟ ਰਹੀ ਹੈਗੀ ਆ। ਕਿਸੇ ਵੀ ਤਰ੍ਹਾਂ ਦਾ ਸੰਯੁਕਤ ਕਿਸਾਨ ਮੋਰਚੇ 'ਤੇ ਉਹਨਾਂ ਨੇ ਕਦੇ ਕਿਹਾ ਨਹੀਂ ਵੀ ਆਹ ਗੱਲ ਇੱਦਾਂ ਕਰੋ ਜਾਂ ਇੱਦਾਂ ਕਰੋ। ਨਿਰਸਵਾਰਥ ਉਹਨਾਂ ਨੇ ਜਿਹੜੀ ਸੇਵਾ ਕੀਤੀ ਆ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ। ਔਰ ਪਿਛਲੇ ਦਿਨੀ ਜਦੋਂ ਅਸੀਂ ਟਿੱਕਰੀ ਬਾਰਡਰ ਨੂੰ ਮਿਲਣ ਗਏ ਤਾਂ ਉਹ ਕੁਛ ਟਰਾਲੀਆਂ ਇਸ ਤਰ੍ਹਾਂ ਤਿਆਰ ਕਰਵਾ ਰਹੇ ਸੀ ਕਿ ਟਿੱਕਰੀ ਮੋਰਚਾ ਬਹੁਤ ਦੂਰ ਤੱਕ ਫੈਲਿਆ ਹੋਇਆ, ਕਿ ਟਰਾਲੀਆਂ 'ਤੇ ਮੋਰਚੇ 'ਚ ਘਰਾਂ ਤੋਂ ਲਿਆ ਕੇ ਸਟੇਜ 'ਤੇ ਲੋਕਾਂ ਨੂੰ ਛੱਡਣਾ, ਔਰ ਸਟੇਜ ਤੋਂ ਫਿਰ ਮਤਲਬ ਸਟੇਜ ਖਤਮ ਹੋਣ 'ਤੇ ਵਾਪਸ ਉਹਨਾਂ ਦੇ ਜਿਹੜੇ ਹੈਗੇ ਆ ਘਰਾਂ ਦੇ ਵਿੱਚ ਜਿਹੜੇ ਬਣੇ ਹੋਏ ਮੋਰਚੇ ਦੇ ਉੱਤੇ ਛੱਡਣ ਦਾ। ਤਾਂ ਇਸ ਤਰ੍ਹਾਂ ਲਗਾਤਾਰ ਉਪਰਾਲੇ ਜਿਹੜੇ ਹੈਗੇ ਨੇ ਉਹ ਡਾਕਟਰ ਸਵੈਮਾਨ ਹੋਰੀ ਜਿਹੜੀ ਲਗਾਤਾਰ ਜਿਹੜੇ ਨੇ ਉਹ ਕਰ ਰਹੇ ਨੇ। ਸਰਦਾਰ ਅਜੈਬ ਸਿੰਘ ਗਰਚਾ ਜੀ ਹੋਰਾਂ ਨੇ ਅਸੀਂ ਇਕੱਠੇ ਹੀ ਅੱਜ ਦੇਸ਼ ਭਗਤੀ ਯਾਦਗਾਰ ਹਾਲ, ਜਿੱਥੇ ਗਦਰੀ ਬਾਬਿਆਂ ਦਾ ਮੇਲਾ ਹਰ ਸਾਲ ਲੱਗਦਾ ਔਰ ਪੰਜਾਬ 'ਚੋਂ ਹਜ਼ਾਰਾਂ ਲੋਕ ਵੱਡੀ ਗਿਣਤੀ 'ਚ ਇੱਥੇ ਪਹੁੰਚਦੇ ਨੇ, ਅੱਜ ਅਸੀਂ ਸਾਰੇ ਇੱਥੇ ਇਕੱਠੇ ਸੀਗੇ ਔਰ ਅਸੀਂ ਡਾਕਟਰ ਸਵੈਮਾਨ ਹੋਰਾਂ ਦੀਆਂ ਸੇਵਾਵਾਂ ਕਰਕੇ ਉਹਨਾਂ ਨੂੰ ਦਿਲੋਂ ਸੈਲੂਟ ਕਰਦੇ ਹਾਂ ਜੀ। ਇਹ ਸਨ ਜੀ ਰਜਿੰਦਰ ਸਿੰਘ ਦੀਪਵਾਲਾ। ਖੈਰ ਡਾਕਟਰ ਸਵੈਮਾਨ, ਬਹੁਤ ਸਾਰੇ ਲੋਕ ਨੇ ਜਿਹੜੇ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦੇ। ਇਸ ਵੇਲੇ ਮੇਰੇ ਕੋਲ ਜਿਹੜੀਆਂ ਟੈਲੀਫੋਨ ਲਾਈਨਸ ਨੇ ਉਹ ਭਰ ਗਈਆਂ ਨੇ, ਪਰ ਮੈਂ ਚਾਹੁੰਦੀ ਹਾਂ ਕਿ ਕੁਝ ਗੱਲਾਂ ਖਾਸ ਕਰਕੇ ਤੁਹਾਡੇ ਕੋਲੋਂ ਜ਼ਰੂਰ ਪੁੱਛੀਆਂ ਜਾਣ। ਜਿਹੜਾ ਪਿੰਡ ਕੈਲੀਫੋਰਨੀਆ ਦਾ ਕੌਨਸੈਪਟ ਹੈ ਉਹ ਕਿੱਥੋਂ ਆਇਆ ਅਤੇ ਉਹ ਜਿਹੜਾ ਪਿੰਡ ਹੈ ਉਹ ਕਿਵੇਂ ਵਸਾਇਆ? ਥੋੜ੍ਹਾ ਜਿਹਾ ਉਹਦੇ ਬਾਰੇ ਸਾਡੇ ਸੁਣਨ ਵਾਲਿਆਂ ਨੂੰ ਫਸਟ ਹੈਂਡ ਇਨਫੋਰਮੇਸ਼ਨ ਅਸੀਂ ਤੁਹਾਡੇ ਕੋਲੋਂ ਚਾਹੁੰਦੇ ਹਾਂ। ਮੈਂ ਇੱਕ ਨਾ ਤੁਹਾਡੀ ਫੋਨ ਜਿਹੜੀ ਆ ਰਿਕਾਰਡਿੰਗ ਉਹਦੇ ਬਾਰੇ ਇੱਕ ਚੀਜ਼ ਕਹਿਣਾ ਚਾਹੁੰਦਾ। ਜਿਹੜੀ ਗੱਲ ਕੀਤੀ ਸੀ ਕਿ ਡਾਕਟਰ ਨੇ ਕਦੀ ਬੋਲਿਆ ਨਹੀਂ ਕਿ ਜੋ ਸੰਯੁਕਤ ਮੋਰਚੇ ਨੇ ਕਰਤਾ ਉਹੀ ਕਰਤਾ, ਕਦੀ ਆਪਣੀ ਟਿੱਪਣੀ ਨਹੀਂ ਕੀਤੀ। ਔਰ ਮੈਂ ਤੁਹਾਨੂੰ ਦੱਸਦਾ ਕਿ ਇਹ ਨਹੀਂ ਕਿ ਮੇਰੇ 'ਚ ਗੁੱਸਾ ਨਹੀਂ ਹੁੰਦਾ, ਇਹ ਨਹੀਂ ਕਿ ਮੈਂ ਆਪਣੇ ਆਪ ਨੂੰ ਸਮਝਦਾ ਨਹੀਂ ਕਿ ਨਹੀਂ ਯਾਰ ਆਹ ਹੋ ਜਾਂਦਾ ਜਾਂ ਉਹ ਹੋ ਜਾਂਦਾ ਤੇ ਸੰਯੁਕਤ ਮੋਰਚਾ ਆਹ ਕਿਹੜੀ ਕਰ ਲੈਂਦਾ। ਮੈਂ ਬੜਾ ਈਜ਼ੀ ਆ, ਫੋਨ ਆਪਣਾ ਔਨ ਕਰੋ ਔਰ ਕਹਿ ਦੋ ਬਈ ਸੰਯੁਕਤ ਮੋਰਚਾ ਆਹ ਕਰ ਦਿੰਦਾ, ਉਹ ਕਰ ਦਿੰਦਾ, ਮੈਂ ਆਹ ਕਰ ਦਿੰਦਾ। ਪਰ ਇੱਕ ਚੀਜ਼ ਜਿਹੜੀ ਮੈਂ ਆਪਣੇ ਪਰਿਵਾਰ ਤੋਂ ਸਿੱਖੀ, ਮੇ ਵੀ ਇਹ ਰੀਜ਼ਨ ਸੀ ਕਿ ਜੇ ਅਜੇ 11 ਮਹੀਨਿਆਂ 'ਚ ਮੈਂ ਰੱਬ ਕਰੇ ਏਦਾਂ ਹੀ ਚੱਲਦਾ ਰਹੇ। ਔਰ ਰੀਜ਼ਨ ਇਹ ਹੁੰਦਾ ਕਿ ਜਿਹੜੇ ਤੁਹਾਡੇ ਵੱਡੇ ਹੁੰਦੇ ਆ ਉਹਨਾਂ ਨੂੰ ਕੋਈ ਨਾ ਕਿਤੇ ਐਕਸਪੀਰੀਅੰਸ ਹੁੰਦਾ, ਉਹ ਲੜਾਈ ਦਾ ਐਕਸਪੀਰੀਅੰਸ ਹੁੰਦਾ। ਔਰ ਕਈ ਵਾਰੀ ਉਹ ਚੀਜ਼ ਉਸ ਵੇਲੇ ਨਹੀਂ ਆਉਂਦੀ, ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਹਾਂ ਯਾਰ ਉਦੋਂ ਸਹੀ। ਤੇ ਉਦੋਂ ਤੱਕ ਤੁਸੀਂ ਬਿਕਾਜ਼ ਆਫ ਵਾਟ ਯੂ ਡਿਡ, ਔਰ ਇਹ ਏਡਾ ਵੱਡਾ ਮੋਰਚਾ ਬਣ ਗਿਆ ਕਿ ਤੁਹਾਡੀ ਇੱਕ ਗਲਤੀ ਇਹ ਮੋਰਚੇ ਨੂੰ ਬਹੁਤ ਵੱਡੀ ਢਾਲ ਲਾ ਸਕਦੀ ਆ। ਸੋ ਆਈ ਥਿੰਕ ਜਿਹੜੇ ਵੀ ਲੋਕ ਸਟੇਜਾਂ ਤੇ ਚੜ੍ਹ ਕੇ ਜਾਂ ਟੈਲੀਫੋਨਾਂ ਰਾਹੀਂ ਜਾਂ ਭਾਵੇਂ ਮੈਸੇਜ ਰਾਹੀਂ ਗਲਤ ਬੋਲਦੇ ਆ ਲੀਡਰਾਂ ਬਾਰੇ, ਉਹਨਾਂ ਨੂੰ ਇੱਕ ਚੀਜ਼ ਸੋਚਣੀ ਚਾਹੀਦੀ ਕਿ ਤੁਹਾਡੀ ਇੱਕ ਇੱਕ ਗਲਤੀ ਤੁਸੀਂ ਬਾਅਦ ਚੋਂ ਤੁਸੀਂ 5 ਸਾਲਾਂ ਬਾਅਦ ਕਹਿਣਾ ਉਹ ਯਾਰ ਮੈਂ ਤੇ ਗਲਤ ਹਾਂ, ਉਦੋਂ ਫਿਰ ਕੋਈ ਫਾਇਦਾ ਨਹੀਂ ਹੋਣਾ। what has happened is happened. So I think ਜੇ ਮੈਂ ਟਰਸਟ ਕੀਤਾ ਇਹਨਾਂ ਤੇ, ਆਗੂਆਂ ਤੇ ਟਰਸਟ ਕੀਤਾ ਤੇ 11 ਮਹੀਨਿਆਂ 'ਚ ਇਹਨਾਂ ਨੇ ਟਰਸਟ ਨਹੀਂ ਤੋੜਿਆ। ਤੇ ਸੋ ਆਈ ਥਿੰਕ ਇਹ ਚੀਜ਼ ਦਾ ਧਿਆਨ ਜਿਹੜਾ ਯੂਥ ਹੈ, NRI ਪਾਪੂਲੇਸ਼ਨ ਜ਼ਰੂਰ ਰੱਖੇ ਕਿ ਠੀਕ ਆ ਸਾਡੇ ਤੁਸੀਂ ਹਰ ਇੱਕ ਵਾਰੀ ਹਰ ਇੱਕ ਚੀਜ਼ ਤੇ ਕਨੈਕਟ ਨਹੀਂ ਕਰਨਾ, ਪਰ ਜਿੱਦਾਂ ਪਰਿਵਾਰ 'ਚ ਹੁੰਦਾ ਜਿਹੜਾ ਵੱਡਾ ਬੋਲ ਦਿੰਦਾ, ਵੱਡਾ ਆਪਣਾ ਦੇ ਦਿੰਦਾ, ਦੈਨ ਯੂ ਹੈਵ ਟੂ ਫੋਲੋ। ਆਈ ਥਿੰਕ ਆਰਮੀ ਹੋਵੇ, ਨੇਵੀ ਹੋਵੇ, ਗੁੱਡ ਫੈਮਿਲੀ ਹੋਵੇ, ਗੁੱਡ state ਹੋਵੇ, ਗੁੱਡ ਕੰਟਰੀ ਹੋਵੇ, you have laws and you follow the laws and that's the way ਅਸੀਂ ਸੰਯੁਕਤ ਮੋਰਚੇ ਨੂੰ ਵੇਖਦੇ ਹਾਂ ਕਿ ਇਹ ਸਾਡੇ ਆਗੂ ਜਿਹੜੇ ਉਹ laws ਬਣਾਉਂਦੇ ਆ, ਅਸੀਂ ਉਹਨਾਂ ਨੂੰ ਫੋਲੋ ਕਰਨਾ। ਤੇ ਕਿਉਂਕਿ ਜੇ ਡਾਕਟਰ ਸਵੈਮਾਨ ਫੋਲੋ ਨਹੀਂ ਕਰੂਗਾ ਤੇ ਬਹੁਤ ਲੋਕ ਹੋਰ ਹੈ ਜਿਹੜੇ ਉਸੇ ਲਈ ਟੁੱਟ ਜਾਣਗੇ। ਸੋ ਆਈ ਥਿੰਕ ਐਵਰੀਬਡੀ ਇਹ ਚੀਜ਼ ਸਦਾ ਦਿਮਾਗ 'ਚ ਰਹਿੰਦੀ ਹੈ ਕਿ ਹਾਂ ਯਾਰ ਕੋਈ ਗੱਲ ਨਹੀਂ, ਛੋਟੀ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ, ਲੜਾਈ ਬਹੁਤ ਵੱਡੀ ਆ। ਔਰ ਇਹ ਇੱਕ ਡਾਕਟਰ ਸਵੈਮਾਨ ਨਹੀਂ, ਇਹ ਲੜਾਈ ਉਹਨਾਂ ਬਜ਼ੁਰਗਾਂ ਦੀ ਹੈ ਜਿਹੜੇ ਵਿਚਾਰੇ ਸੜਕਾਂ ਤੇ ਪਏ ਆ, ਸੁੱਤੇ ਪਏ ਆ, 700 ਤੋਂ ਵੱਧ ਸ਼ਹੀਦ ਹੋ ਗਿਆ। ਤੇ ਜੇ ਮੇਰੀ ਇੱਕ ਗਲਤੀ ਕਰਕੇ
ਇਹ ਲੜਾਈ ਨੂੰ ਢਾਲ ਲੱਗਦੀ ਹੈ, ਦੈਨ ਉਹ ਤੁਸੀਂ ਇੱਕ ਬਹੁਤ ਵੱਡੇ, ਮੈਂ ਗਦਾਰ ਨਹੀਂ ਕਹਿਣਾ ਚਾਹੁੰਦਾ, ਪਰ ਇੱਕ ਗਦਾਰ ਵਾਂਗੂ ਹੀ ਬਾਹਰ ਨਿਕਲੋਗੇ ਕਿ ਜੇ ਤੁਹਾਡੇ ਕਰਕੇ ਇਹ ਮੋਰਚਾ ਹਟ ਹੁੰਦਾ। ਸੋ ਦੈਟਸ ਆਲਵੇਜ਼ ਔਨ ਮਾਈ ਮਾਈਂਡ। ਕਹਿਣਾ ਬਹੁਤ ਔਖਾ, ਪਰ ਇਸੇ ਚੀਜ਼ ਦੀ ਮੈਂ ਕੰਟੀਨਿਊਟੀ ਦੇ ਵਿੱਚ ਆਪਾਂ ਪਿੰਡ ਕੈਲੀਫੋਰਨੀਆ ਦੀ ਗੱਲ ਜ਼ਰਾ ਰੋਕ ਕੇ ਕਰਦੇ ਹਾਂ। ਇਸੇ ਚੀਜ਼ ਦੀ ਕੰਟੀਨਿਊਟੀ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਸ਼ੇਅਰ ਕਰਨਾ ਚਾਹੁੰਦੀ ਹਾਂ। ਆਮ ਕਰਕੇ ਇਹ ਹੁੰਦਾ ਕਿ ਜਦੋਂ NRIs ਬੈਠੇ ਕੁਛ ਬੋਲਦੇ ਆ, ਚਾਹੇ ਉਹ ਇੰਗਲੈਂਡ ਦੇ ਵਿੱਚ ਉੱਥੇ ਪ੍ਰਾਈਮ ਮਿਨਿਸਟਰ ਮੋਦੀ ਆਏ ਆ, ਉਹਨਾਂ ਦੇ ਖਿਲਾਫ ਉਹਨਾਂ ਨੇ ਪ੍ਰੋਟੈਸਟ ਕੀਤਾ, ਜਾਂ ਇੱਥੇ ਵੀ ਵੱਡੇ ਜਿਹੜੇ ਪ੍ਰੋਟੈਸਟ ਆ ਉਹ ਹੁੰਦੇ ਰਹੇ ਆ ਨਾਰਥ ਅਮਰੀਕਾ ਦੇ ਵਿੱਚ ਵੀ। ਬੜੀ ਵਾਰੀ ਇੰਡੀਆ ਤੋਂ ਲੋਕ ਇਹ ਗੱਲ ਕਹਿੰਦੇ ਆ ਕਿ ਜੇ ਤੁਹਾਨੂੰ ਵਾਕਈ ਹੀ ਕੋਈ ਪਰੇਸ਼ਾਨੀ ਹੈ, ਜੇ ਤੁਸੀਂ ਗਰਾਊਂਡ ਰਿਐਲਿਟੀਜ਼ ਸਮਝਣਾ ਚਾਹੁੰਦੇ ਆ ਤਾਂ ਤੁਸੀਂ ਇੱਥੇ ਆ ਕੇ ਗੱਲ ਕਰੋ। ਤੁਸੀਂ ਉੱਥੇ ਬੈਠ ਕੇ, ਜੇ ਕੋਈ ਉਹ ਨੈਗੇਟਿਵ ਇੱਥੋਂ ਗੱਲਬਾਤ ਜਾਂਦੀ ਹੈ, ਚਾਹੇ ਉਹ ਸੰਯੁਕਤ ਮੋਰਚੇ ਦੇ ਅਗੇਂਸਟ ਜਾ ਰਹੀ ਹੈ ਜਾਂ ਕੋਈ ਹੋਰ ਇਹੋ ਜਿਹੀ ਗੱਲਬਾਤ ਹੈ ਜਿਹੜੀ ਆਮ ਕਰਕੇ ਲੋਕ ਇਹ ਸੋਚਦੇ ਆ ਕਿ ਉੱਥੇ ਏਡੀ ਦੂਰ ਬੈਠੇ ਲੋਕਾਂ ਨੂੰ ਕੀ ਪਤਾ ਕਿ ਗਰਾਊਂਡ ਰਿਐਲਿਟੀਜ਼ ਕੀ ਹੈਗੀਆਂ। ਫਿਰ ਉੱਥੋਂ ਲੋਕਾਂ ਦੀ ਆਵਾਜ਼ ਆਉਂਦੀ ਹੈ, ਚਾਹੇ ਸੋਸ਼ਲ ਮੀਡੀਆ ਦੇ ਥਰੂ ਆਉਂਦੀ ਹੈ, ਕਿ ਭਾਈ ਤੁਸੀਂ ਇੱਥੇ ਆ ਕੇ ਦੇਖੋ, ਅੱਗੇ ਆ ਕੇ ਲੜੋ। ਜੇ ਤੁਸੀਂ ਲੜਨਾ, ਇੱਥੇ ਬੈਠ ਕੇ ਤੁਸੀਂ ਗਲਤ ਮਲਤ ਨਾ ਬੋਲੋ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਤਾਂ ਹੁਣ ਉੱਥੇ ਜਾ ਕੇ ਬੈਠ ਗਏ ਹੋ। ਨਹੀਂ, ਫਸਟ ਆਫ ਆਲ ਅਸੀਂ NRI ਪਾਪੂਲੇਸ਼ਨ ਦੇ ਬਹੁਤ ਥੈਂਕਫੁਲ ਹਾਂ ਜੀ, ਕਿਉਂਕਿ NRIs ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ। ਮੈਂ ਕਹਿ ਨਹੀਂ ਸਕਦਾ, ਮਤਲਬ ਦਿਲੋਂ। ਕਈ ਲੋਕ ਤੇ ਇਦਾਂ ਹੁੰਦੇ ਆ ਕਿ ਮੈਨੂੰ ਫੋਨ ਕਰਦੇ ਤੇ ਰੋਣ ਲੱਗ ਪੈਂਦੇ ਆ, ਐਂਡ ਆਮ ਲਾਈਕ ਕਿ ਯਾਰ ਨਹੀਂ ਕੋਈ ਗੱਲ ਨਹੀਂ ਕੋਈ ਗੱਲ। ਮੈਂ ਇਸ ਲਈ ਬਹੁਤ ਕੇਅਰਫੁਲ ਹੁੰਦਾ ਕਿ ਮੈਂ ਕਿਹੜੀਆਂ ਵੀਡੀਓਜ਼ ਪਾਵਾਂ। ਮੈਂ ਟਰਾਈ ਕਰਦਾ ਮੈਂ ਜ਼ਿਆਦਾ ਇਮੋਸ਼ਨਲ ਵੀਡੀਓਜ਼ ਨਾ ਪਾਵਾਂ ਜਾਂ ਜ਼ਿਆਦਾ ਰਿਐਲਿਟੀ ਤੁਹਾਨੂੰ ਨਾ ਵਿਖਾਵਾਂ ਕਿ ਤੁਸੀਂ ਵਾਕਈ ਰੋਣ ਲੱਗ ਪੋਗੇ। ਔਰ ਸੋ ਉਹ ਚੀਜ਼ ਤੋਂ ਅਸੀਂ ਦੂਰ ਰਹਿੰਦੇ ਹਾਂ। ਸੋ ਯੈਸ, ਤੁਸੀਂ ਦਿਲੋਂ ਸਾਡੇ ਨਾਲ ਜੁੜੇ ਹੋ। ਪਰ ਕਿ ਮੇਰੇ ਫਾਦਰ, ਮੈਂ ਅੱਗੇ ਕਹਿੰਦਾ ਹੁੰਦਾ ਕਿ ਮੇਰੇ ਫਾਦਰ ਵੀ ਮੈਨੂੰ ਸਮਝਾਉਂਦੇ ਹੁੰਦੇ ਕਿ ਨਹੀਂ ਯਾਰ, ਕਈ ਵਾਰੀ ਦਿਲੋਂ ਨਹੀਂ ਕੋਈ ਕਰਦਾ, ਅਨਇੰਟੈਂਸ਼ਨਲੀ ਕਿਸੇ ਕੋਲ ਗਲਤੀਆਂ ਹੋ ਜਾਂਦੀਆਂ। ਸੋ ਕਈ ਵਾਰੀ ਅਨਇੰਟੈਂਸ਼ਨਲੀ ਦਾ 1984 ਦਾ ਮੁੱਦਾ ਵਾ। ਇੱਕ ਹੋਰ ਹੀ ਇੱਕ ਹੋਰ ਪੱਖ ਹੈ ਜਿਹੜਾ ਖਾਲਿਸਤਾਨੀ ਮੁੱਦਾ ਵਾ। ਹੁਣ ਆਪਣੇ ਗੁਰਦੁਆਰਿਆਂ ਵਿੱਚ ਕੀ ਹੁੰਦਾ, ਬਹੁਤ ਵਾਰੀ ਕੋਈ ਵੀ ਐਜੂਕੇਸ਼ਨ ਦੀ ਆਪਾਂ ਗੱਲ ਨਹੀਂ ਕਰਦੇ, ਕੋਈ ਵੀ ਆਪਾਂ ਇਹ ਨਹੀਂ ਕਹਿੰਦੇ ਕਿ ਅਸੀਂ ਸਿੱਖ ਧਰਮ ਲਈ ਕਿੱਦਾਂ ਅੱਗੇ ਲੈ ਕੇ ਜਾਣਾ, ਪਰ ਹਰ ਇੱਕ ਵਾਰੀ ਉਹ ਮੁੱਦੇ ਇਹੋ ਹੀ ਦੋ ਮੁੱਦੇ ਲੈ ਕੇ ਸਾਰੀ ਆਪਣੀ એનર્ਜੀ ਚੂਸ ਲੈਂਦੇ ਆ ਇਹ ਜਿਹੜੇ ਮੁੱਦੇ। ਸੋ ਇਹ ਜਿਹੜੇ ਦੋ ਮੁੱਦੇ ਆ ਨਾ, ਇਹ ਕਿਤੇ ਨਾ ਕਿਤੇ ਜਿਹੜੇ ਸਾਡੇ ਵਿਰੋਧੀ ਆ ਉਹਨਾਂ ਦੇ ਹੱਥਾਂ 'ਚ ਖੇਡ ਜਾਂਦੇ ਆ। ਖਾਸ ਕਰਕੇ ਜਿਹੜਾ ਖਾਲਿਸਤਾਨ ਦਾ ਮੁੱਦਾ, 1984 is a whole separate thing, human rights violations, I mean that's just, you have to discuss that, ਉਹਦਾ ਤੇ ਡਿਸਕਸ ਹੋਣਾ ਬਹੁਤ ਜ਼ਰੂਰੀ ਹੈ। ਬਟ ਐਸ ਫਾਰ ਐਸ ਦਾ ਖਾਲਿਸਤਾਨੀ ਮੁੱਦਾ, ਉਹ ਚੀਜ਼ ਜਿਹੜੀ ਆ ਨਾ, ਉਹ ਜਿਹੜੇ ਵਿਰੋਧੀ ਕਹਿੰਦੇ ਆ ਕਿ ਕਿਉਂਕਿ ਇਹ ਜਿਹੜੀ ਫਾਈਟ ਆ ਔਨ ਦਾ ਗਰਾਊਂਡ, ਇਹ ਹਿੰਦੂ, ਮੁਸਲਿਮ, ਸਿੱਖ, ਈਸਾਈ, ਇਹ ਹਰ ਇੱਕ ਵਰਗ ਦੀ, ਹਰ ਇੱਕ ਇਨਸਾਨ ਦੀ ਲੜਾਈ ਹੈ, ਕਿਉਂਕਿ ਕਿਸਾਨੀ ਦੇ ਨਾਲ ਰਿਲੇਟਿਡ ਹੈ। ਇਹਦੇ ਵਿੱਚ ਕੋਈ ਧਰਮ ਨਹੀਂ। ਹਾਂ, ਬਾਬਾ ਨਾਨਕ ਨੇ ਸਾਨੂੰ ਵਾਹੀ ਸਿਖਾਈ ਆ, ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦਵਾਈਆਂ। ਇਸ ਲਈ ਐਜ਼ ਸਿੱਖਸ ਵੀ ਫੀਲ ਲਾਈਕ ਕਿ ਸਾਡੀ ਲੜਾਈ ਜਿੱਦਾਂ ਸਭ ਤੋਂ ਜ਼ਿਆਦਾ ਹੁੰਦੀ ਹੈ, ਕਿਉਂਕਿ ਸਾਡੇ ਵੱਡੇ ਵਡੇਰਿਆਂ ਨੇ ਇਹ ਜ਼ਮੀਨ ਵਾਹੀ ਹੈ, ਕਹਿ ਲਓ ਕਿ ਜਿੱਦਾਂ ਵੀ ਆ। ਪਰ ਅਸੀਂ ਹੱਥ ਜੋੜ ਕੇ ਸਦਾ ਇਹੋ ਹੀ ਬੇਨਤੀ ਕੀਤੀ, ਜਾਂ ਸੰਯੁਕਤ ਮੋਰਚੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਕਿਸੇ ਨਾ ਕਿਸੇ ਤਰੀਕੇ NRA ਵਿੱਚੋਂ ਕੋਈ ਵੀ ਧਰਮ ਨੂੰ ਨਾ ਅੱਗੇ ਕਰਿਆ ਕਰੋ ਕਿ ਹਾਂ ਇਹ ਧਰਮ ਦੀ ਲੜਾਈ ਹੈ, ਕਿਉਂਕਿ ਉਹ ਮਿਸਰਿਪਰੈਜ਼ੈਂਟ ਹੁੰਦੀ ਆ ਔਨ ਦਾ ਗਰਾਊਂਡ। ਔਰ ਕਿਤੇ ਨਾ ਕਿਤੇ ਜਿਹੜੇ ਹਿੰਦੂ ਜਾਂ ਮੁਸਲਮਾਨ ਜਾਂ ਹੋਰ ਲੋਕ ਆਪਣੇ ਨਾਲ ਜੁੜਦੇ, ਉਹ ਦੂਰ ਹੋ ਸਕਦੇ ਕਿ ਨਹੀਂ ਯਾਰ, ਕਿਤੇ ਖਾਲਿਸਤਾਨ ਦੀ ਵਿੱਚੋਂ ਲੜਾਈ ਨਾ ਨਿਕਲ ਆਵੇ। ਕਿਉਂਕਿ ਜਿੱਦਾਂ ਨਿਹੰਗ ਸਿੰਘਾਂ ਦਾ ਤੁਸੀਂ ਕੇਸ ਵੇਖਿਆ, ਬਹੁਤ ਕੁਝ ਸਰਕਾਰ ਨੇ ਅੰਦਰ ਛੁਪਾਇਆ ਵਾ ਜਿਹੜਾ ਉਹ ਕਦੀ ਵੀ ਕੱਢ ਸਕਦੇ ਆ। ਸੋ ਆਪਾਂ ਬਚ ਕੇ ਰਹੀਏ, ਲੜਾਈ ਨੂੰ ਸਟ੍ਰੇਟ ਫਾਰਵਰਡ ਰਹੀਏ। ਔਰ ਜਿਹੜੀਆਂ ਚੀਜ਼ਾਂ ਤੁਸੀਂ ਕਰਦੇ ਹੋ, NRIs, ਸਲੀਪ ਆਊਟ ਇਵੈਂਟਸ, ਸਰਕਾਰ ਨੂੰ ਘੇਰਨਾ, ਜੋ ਵੀ ਤੁਸੀਂ ਗੱਲ ਕੀਤੀ, UN ਦੇ ਅੱਗੇ ਪ੍ਰੋਟੈਸਟ, ਯੂ ਗਾਇਜ਼ ਆਰ ਡੂਇੰਗ ਅਮੇਜ਼ਿੰਗ, ਬਹੁਤ ਵਧੀਆ ਕਰ ਰਹੇ ਹੋ। ਇੱਕ ਮੇਰੇ ਮਨ ਦੇ ਵਿੱਚ ਖਿਆਲ ਆ ਰਿਹਾ ਸੀ ਥੋੜ੍ਹੀ ਦੇਰ ਪਹਿਲਾਂ, ਜਿਹੜੀ ਆਪਣੀ ਗੱਲ ਹੋਈ ਸੀ, ਤੁਸੀਂ ਕਹਿੰਦੇ ਸੀ ਕਿ ਵੀ ਮੇਰੀ ਸਿਸਟਰ ਨੇ ਇੱਕ ਗੱਲ ਕਹੀ ਸੀ ਕਿ ਵੀ ਜੇ ਹੁਣ ਇਹਨੂੰ ਇਹੋ ਜਿਹੀਆਂ ਵੈਲਿਊਜ਼ ਦਿੱਤੀਆਂ ਨੇ, ਆਪਣੀ ਮਦਰ ਨੂੰ ਇਹ ਗੱਲ ਕਹਿ ਰਹੇ ਆ ਕਿ ਹੁਣ ਜੇ ਇਹ ਜਾਂਦਾ ਤਾਂ ਇਹਨੂੰ ਜਾਣ ਦਿਓ। ਇੱਕ ਆਵਾਜ਼ ਤੁਹਾਡੇ ਲਈ ਪੇਸ਼ ਕਰਨ ਲੱਗੀ ਹਾਂ, ਮੈਂ ਉਮੀਦ ਕਰਦੀ ਹਾਂ ਕਿ ਆਵਾਜ਼ ਜ਼ਰੂਰ ਪਛਾਣ ਲਓਗੇ। ਹੈਲੋ, ਸਤਿ ਸ਼੍ਰੀ ਅਕਾਲ ਸਹਿਮਾਨ। ਹਾਂਜੀ ਭੈਣ, ਸਤਿ ਸ਼੍ਰੀ ਅਕਾਲ। ਕਿਵੇਂ ਆ? ਥੈਂਕ ਯੂ ਨਵਜੋਤ ਜੀ, ਐਟਲੀਸਟ ਸਾਡੀ ਗੱਲ ਹੋ ਜਾਂਦੀ ਆ। ਤਾਂ ਇਹਦੇ ਨਾਲ ਵੈਸੇ ਗੱਲ ਨਹੀਂ ਹੁੰਦੀ, ਵੀਡੀਓਜ਼ ਵੇਖ ਕੇ ਵੀਡੀਓਜ਼ ਵੇਖੀ ਦੀਆਂ ਦਿਨ ਰਾਤ ਇਹਦੀਆਂ, ਤੇ ਉਹ ਤੋਂ ਪਤਾ ਲੱਗਦਾ ਠੀਕ ਠਾਕ ਹੈ, ਚਲੋ ਵਧੀਆ ਚੱਲਣ ਡਿਆ ਆ। ਜਾਂ ਫਿਰ ਜਦੋਂ ਵੀ ਉਹਦੇ ਨਾਲ ਗੱਲ ਕਰੀਏ ਸਾਨੂੰ ਲੱਗਦਾ ਹੁੰਦਾ ਕਿ ਪਤਾ ਨਹੀਂ ਉੱਥੇ ਕੀ ਹਾਲਾਤ ਆ, ਇਹਨੂੰ ਪੁੱਛੀਏ ਤੇ ਕਹਿੰਦਾ ਕਿ ਚੜ੍ਹਦੀ ਕਲਾ ਹੈ। ਦੈਨ ਵੀ ਆਲ ਜਸਟ ਕਾਮ ਡਾਊਨ ਕਿ ਠੀਕ ਹੈ, ਸਾਰਾ ਕੁਝ ਠੀਕ ਹੀ ਚੱਲ ਰਿਹਾ। ਦੇਖ ਲਓ, ਚੜ੍ਹਦੀ ਕਲਾ ਵਾਲੀ ਇਸ ਵੇਲੇ ਵੀ ਉਹ ਟੀ-ਸ਼ਰਟ ਪਾ ਕੇ ਬੈਠੀ ਆ, ਦਿਨ ਰਾਤ ਚੜ੍ਹਦੀ ਕਲਾ। ਕਮਲ ਰੰਧਾਵਾ ਜੀ, ਤੁਸੀਂ ਇੱਕ ਭੈਣ ਦੇ ਨਾਤੇ ਜਿਹੜੀ ਇੱਕ ਘਰ ਦੇ ਵਿੱਚ ਨਾ ਉਹ ਜਿਹੜੀ ਕੀਤੀ ਆ, ਇੱਕ ਚਿੰਗਾੜੀ ਜਿਹੀ ਛੱਡੀ ਸੀ ਜਿਹੜੀ, ਉਹ ਬਹੁਤ ਵਧੀਆ ਲੱਗੀ ਮੈਨੂੰ ਸੁਣ ਕੇ ਕਿ ਤੁਸੀਂ ਮਦਰ ਨੂੰ ਐਟਲੀਸਟ ਇਹ ਗੱਲ ਠੋਕ ਕੇ ਗਈ ਕਿ ਵੀ ਹਾਂ, ਜੇ ਇਹ ਵੈਲਿਊਜ਼ ਦਿੱਤੀਆਂ ਤੇ ਹੁਣ ਇਹ ਜਾਂਦਾ ਤਾਂ ਇਹਨੂੰ ਜਾਣ ਦਿਓ, ਹੁਣ ਇਹਨੂੰ ਰੋਕੋ ਨਾ। ਮੈਨੂੰ ਇਹ ਵੀ ਪਤਾ ਲੱਗਾ ਕਿ ਜਿਸ ਵੇਲੇ
ਇਹਨਾਂ ਨੇ ਉਹ ਜਿਹੜਾ CPR ਹੁੰਦਾ ਦੇਖਿਆ ਸੀ ਜਿਸ ਵੇਲੇ ਇਹ ਤੁਹਾਡੇ ਕੋਲ ਨਿਊ ਜਰਸੀ ਸਨ। CPR ਕਹਿੰਦੇ ਠੀਕ ਤਰ੍ਹਾਂ ਪਰਫਾਰਮ ਨਹੀਂ ਸੀ ਹੋ ਰਿਹਾ। ਟਿਕਰੀ ਬਾਰਡਰ ਤੋਂ ਕੋਈ ਵੀਡੀਓ ਆਈ ਸੀ ਨਿਊਜ਼ ਦੀ, ਉਹਨੂੰ ਦੇਖ ਕੇ ਇਹ ਬੌਖਲਾ ਗਏ ਸੀ, ਪਰੇਸ਼ਾਨ ਹੋ ਗਏ ਸੀ। ਕਹਿੰਦੇ ਇਹ ਤਾਂ ਬੰਦਾ ਇਹਨਾਂ ਨੇ ਇੱਦਾਂ ਹੀ ਮਾਰ ਦੇਣਾ, CPR ਦਿੰਦਿਆਂ ਨੇ ਬਚਾਉਣਾ ਕੀ ਹੈ। ਅਤੇ ਉਸ ਵੇਲੇ ਮੈਨੂੰ ਸੁਣਨ ਵਿੱਚ ਆਇਆ ਤੁਹਾਡੀ ਮਦਰ ਦੱਸ ਰਹੇ ਸੀ, ਕਹਿੰਦੇ ਤੁਸੀਂ ਖਿਝ ਗਏ ਸੀ ਕਿ ਜੇ ਨਹੀਂ ਤੈਨੂੰ ਚੰਗਾ ਲੱਗ ਰਿਹਾ ਤਾਂ ਤੂੰ ਚਲੇ ਜਾ ਫਿਰ ਉੱਥੇ। Is that right? That is right. See, but I've been very protective of him. ਮੇਰੇ ਤੋਂ 2.5 ਸਾਲ ਛੋਟਾ ਹੈ, but we've been really good friends all throughout. ਇਹਨੂੰ ਕਈ ਵਾਰੀ ਲੱਗਦਾ ਹੈ ਮੇਰੇ ਤੋਂ ਵੱਡਾ ਆ, but that's okay. But I think it was tough for all of us to let him go, ਕਿਉਂਕਿ ਸਾਨੂੰ ਪਤਾ ਆ ਹਨਾ, like we've seen the terrorism and ਪਹਿਲੋਂ terrorists ਦੇ ਜਿਹੜੀਆਂ ਗੋਲੀਆਂ ਵੱਜਣੀਆਂ and everything, we heard those ਆਪਣੇ ਪਿੰਡ ਦੇ ਵਿੱਚ। ਉਸ ਤੋਂ ਬਾਅਦ ਪੁਲਿਸ ਸਾਡੀ ਦੁਸ਼ਮਣ ਬਣ ਗਈ। we remember all those ਹੈ ਨਾ, and ਡਰ ਲੱਗਦਾ ਹੀ, ਪਰ I think that's how he is. I think he this is how he's going to be happy, right? ਕਮਲ ਜੀ ਰੱਖੜੀ ਵੀ ਬੰਨ੍ਹਦੇ ਹੁੰਦੇ ਹੋ? Sometimes depending on where he is, mostly he's not around. ਅੱਛਾ, ਤਾਂ ਇਸ ਸਾਲ ਵੀ ਤੁਹਾਡੇ ਕੋਲ ਨਹੀਂ ਸੀਗੇ ਇਹ? ਹਾਂਜੀ ਨਹੀਂ, ਇਹ ਕਿਉਂਕਿ ਪਹਿਲੋਂ ਤੇ ਮਨੀਪਾਲ ਹੀ, ਜਦੋਂ ਇਕੱਠੇ ਹੁੰਦੇ ਆ ਉਦੋਂ ਫੋਰਸ ਬਣਦੇ ਆ, ਪਰ ਇਹ ਪਹਿਲੋਂ ਮਨੀਪਾਲ ਹੀਗਾ, ਫਿਰ ਉਸ ਤੋਂ ਬਾਅਦ ਮੋਸਟਲੀ ਆਈ ਥਿੰਕ ਜੇ ਇਕੱਠੇ ਹੋਈਏ ਤੇ ਫਿਰ ਹਾਂਜੀ ਜ਼ਰੂਰ ਬਣਦੀ ਆ, ਵਧੀਆ ਲੱਗਦਾ ਆ। ਕਮਲ ਜੀ ਸ਼ੁਕਰੀਆ, ਤੁਸੀਂ ਟਾਈਮ ਕੱਢਿਆ, ਸਾਡੇ ਨਾਲ ਗੱਲਬਾਤ ਕੀਤੀ। ਕੋਈ ਗੱਲ ਸਵੈਮਾਨ ਹੋਣਾ ਨੂੰ ਤੁਸੀਂ ਕਹਿਣੀ ਹੋਵੇ, ਜਾਂ ਸਵੈਮਾਨ ਜੀ ਤੁਸੀਂ ਭੈਣ ਨੂੰ ਕਹਿਣੀ ਹੋਵੇ, ਵੱਡੀ ਭੈਣ ਨੂੰ? ਨਹੀਂ, ਆ ਬਹੁਤ ਵਧੀਆ ਤੁਸੀਂ ਆ ਜਿਹੜਾ ਰਿਮਾਈਂਡ ਕਰਤਾ ਨਾ, ਮੈਨੂੰ ਭੁੱਲ ਗਈ ਸੀ ਗੱਲ, ਪਰ ਥੈਂਕ ਯੂ, ਮੈਨੂੰ 11 ਮਹੀਨਿਆਂ ਬਾਅਦ ਆ ਗੱਲ ਯਾਦ ਆਈ। ਉਹ CPR ਵਾਲੀ, ਉਹ ਵਾਕਈ ਰਿਐਲਿਟੀ ਆ। ਉਦੋਂ ਕੇਸ ਆ, ਉਹ ਬਹੁਤ ਫੇਮਸ ਹੋਇਆ ਸੀ। ਉਹ ਇੱਕ ਹੱਥ ਨਾਲ CPR ਕਰ ਰਹੇ ਆ। I was like ਯਾਰ ਇਹ ਕੀ ਹੋ ਰਿਹਾ, and I think that was one of those things that motivated me ਕਿ ਯਾਰ ਜਾਣਾ ਚਾਹੀਦਾ। ਐਜ਼ ਅ ਡਾਕਟਰ they need me, ਹਾਂ ਉੱਥੇ ਔਨ ਦਾ ਗਰਾਊਂਡ ਮੇਰਾ ਕੀ ਫਾਇਦਾ ਡਾਕਟਰੀ ਦਾ ਜੇ ਇਹ ਕੁਝ ਉੱਥੇ ਹਾਲ ਹੁੰਦਾ। ਯਾ ਬਾਕੀ ਭੈਣ ਮਤਲਬ ਬਹੁਤ ਪਿਆਰ ਹੈ ਸਾਡਾ। ਮਤਲਬ ਆਈ ਫੀਲ ਲਾਈਕ ਜੇ ਮੈਂ ਨਹੀਂ ਕਾਲ ਕਰਦਾ ਘਰੇ, ਉਹ ਮੈਨੂੰ ਪਤਾ ਹੁੰਦਾ ਕਿ ਹਾਂ ਯਾਰ ਕਨੈਕਸ਼ਨ ਹੈ, ਕਿ ਹਾਂ ਯਾਰ ਕਿ ਉਹ ਠੀਕ ਹੈ, ਸਭ ਕੁਝ ਵਧੀਆ। ਸੋ ਉਹ ਸਾਨੂੰ ਫਾਰਮੈਲਿਟੀ ਨਹੀਂ ਗਈ ਕਿ ਕਾਲ ਕਰਕੇ ਹੀ ਆਪਾਂ ਇੱਕ ਦੂਜੇ ਨੂੰ ਦੱਸਣਾ। ਬਟ ਯਾ ਮਾਈ ਸਿਸਟਰ ਹੈਜ਼ ਬੀਨ ਬੈਕਬੋਨ ਯੂ ਨੋ ਫॉर ਆਲ ਮਾਈ ਲਾਈਫ, ਸੋ ਆਲਵੇਜ਼ ਥੈਂਕਫੁਲ ਫॉर ਹਰ ਸਪੋਰਟ। ਥੈਂਕ ਯੂ ਕਮਲ ਜੀ। ਥੈਂਕ ਯੂ ਸੋ ਮਚ ਨਵਜੋਤ ਜੀ। ਓਕੇ ਜੀ। ਸੋ ਆਪਾਂ ਗੱਲ ਕਰ ਰਹੀ ਸੀ ਪਿੰਡ ਕੈਲੀਫੋਰਨੀਆ ਦੀ। ਉਹ ਜਿਹੜਾ ਕਨਸੈਪਟ ਸੀ ਉਹ ਕਿੱਥੋਂ ਆਇਆ? ਇਹ ਬਹੁਤ ਜ਼ਰੂਰੀ ਹੈ ਜੀ, ਇਹ ਸਮਝਣਾ ਕਨਸੈਪਟ ਬਹੁਤ ਜ਼ਰੂਰੀ ਆ। ਔਰ ਜੇ ਤੁਸੀਂ ਇਹ ਕਨਸੈਪਟ ਨੂੰ ਸਮਝ ਜਾਓ ਦੈਨ ਤੁਸੀਂ ਰਿਅਲਾਈਜ਼ ਕਰਦੇ ਹੋ ਕਿ ਹਾਂ ਯਾਰ ਆਪਾਂ ਇਹ 3 ਕਾਨੂੰਨ ਨਹੀਂ ਸਾਡੇ ਲਈ ਐਂਡ, ਕਿ ਬਈ ਹਾਂ 3 ਕਾਨੂੰਨ ਹੋ ਗਏ। ਨੋ, ਯੂ ਕੈਨਟ ਸਟਾਪ ਦੇਅਰ। ਜਿੱਦਾਂ 1984 ਐਂਡ ਨਹੀਂ ਸੀ, ਉਸ ਤੋਂ ਬਾਅਦ ਕੋਈ ਚੇਂਜਸ ਲੈ ਕੇ ਆਉਣੀਆਂ ਜ਼ਰੂਰੀ ਸੀ, ਜਿਹੜੇ ਆਪਾਂ ਫੇਲ ਕਰ ਗਏ। That's why we're stuck in 2021. In 1984 something happened. ਉਹ ਵੀ ਹਾਂ ਅਸੀਂ ਕੈਂਡਲ ਲਾਈਟਸ ਕਰ ਲਈਆਂ, ਅਸੀਂ ਬੁੱਕਾਂ ਕਰ ਲਈਆਂ, ਪਰ we never actually made the change ਕਿ ਦੁਬਾਰਾ ਇਹ ਚੀਜ਼ ਨਾ ਹੋਵੇ। ਸੋ ਕੈਲੀਫੋਰਨੀਆ ਦਾ ਕਨਸੈਪਟ ਇਹ ਸੀ, ਪ੍ਰਤਾਪ ਸਿੰਘ ਕੈਰੋ ਹੋਏ, ਸੁਖਬੀਰ ਸਿੰਘ ਬਾਦਲ ਹੋਏ, ਉਹਨਾਂ ਨੇ ਕਿਹਾ ਸੀ ਕਿ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ। ਔਰ ਅਸੀਂ ਬਾਹਰ ਬੈਠੇ ਯਾਰ ਕੀ ਮਜ਼ਾਕ ਕਰਦੇ ਆ। ਕਰਪਸ਼ਨ ਗੋੜੇ ਆ, ਐਜੂਕੇਸ਼ਨ ਦਾ ਲੈਵਲ ਕੋਈ ਨਹੀਂ ਆ, ਹੈਲਥ ਕੇਅਰ ਕਿਸੇ ਨੂੰ ਮਿਲਦੀ ਨਹੀਂ ਆ, ਪੰਜਾਬ ਗਿਰਵੀ ਰੱਖਿਆ ਪਿਆ, ਤੇ ਕੈਲੀਫੋਰਨੀਆ ਇਹਨਾਂ ਨੇ ਕਿੱਦਾਂ ਬਣਾਉਣਾ। ਫਿਰ ਦੈਨ ਆਈ ਸੇਡ ਓਕੇ ਯੂ ਨੋ ਵਾਟ, ਇਹ ਅੰਦੋਲਨ ਸ਼ਾਇਦ ਲੰਬਾ ਚੱਲ ਸਕਦਾ। ਪਹਿਲੇ ਦਿਨ ਤੋਂ ਮੈਂ ਇਹੀ ਸੋਚ ਕੇ ਆਇਆ ਕਿ ਅੰਦੋਲਨ ਲੰਬਾ ਚੱਲਣਾ। ਸੋ ਆਈ ਸੇਡ ਵਾਈ ਨੋ ਵੀ ਗਿਵ ਅ ਬਲੂਪ੍ਰਿੰਟ, ਅਸੀਂ ਬਲੂਪ੍ਰਿੰਟ ਦੇ ਕੇ ਜਾਈਏ ਲੋਕਾਂ ਨੂੰ, ਪੰਜਾਬ ਦੇ ਨੂੰ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ। ਸੱਚੀ ਰਿਐਲਿਟੀ ਹੈ ਨਾ। ਮੈਂ PGI ਹਸਪੀਟਲ ਗਿਆ ਤੇ ਮੈਂ ਉਸੇ ਕੰਪਲੇਨ ਕਰਨ ਲੱਗ ਪਿਆ, ਯਾਰ ਆਹ ਕਿਉਂ? ਉਹ ਕਹਿੰਦੇ ਅੱਛਾ ਨਵਾਂ ਆਇਆ ਲੱਗਦਾ, ਇੱਥੇ ਤਾਂ ਇਦਾਂ ਹੀ ਆ। ਮਤਲਬ ਪੀਪਲ ਹੈਵ ਐਕਸੈਪਟਡ ਇਟ, ਉਹ ਐਕਸੈਪਟ ਕਰ ਗਏ ਕਿ ਨਹੀਂ ਯਾਰ ਅਸੀਂ ਇਦਾਂ ਹੀ ਆ ਤੇ ਇਦਾਂ ਹੀ ਠੀਕ ਆ। ਉਹਨਾਂ ਨੂੰ ਦੱਸਣਾ ਪੈਣਾ ਕਿ ਨਹੀਂ ਯਾਰ ਇਦਾਂ ਨਹੀਂ ਠੀਕ। ਕੈਲੀਫੋਰਨੀਆ ਜੇ ਤੁਸੀਂ ਕਹਿੰਦੇ ਹੋ, ਉੱਥੇ ਐਜੂਕੇਸ਼ਨ ਹਰ ਇੱਕ ਲਈ ਆ। ਡਜ਼ਨਟ ਮੈਟਰ ਤੁਸੀਂ ਦਲਿਤ ਹੋ, ਤੁਸੀਂ ਜੱਟ ਹੋ, ਤੁਸੀਂ ਡਜ਼ਨਟ ਮੈਟਰ ਬੈਕਵਰਡ ਹੋ, ਫਰੰਟ ਹੋ, ਜਿਹੜਾ ਮਰਜ਼ੀ ਕਲਾਸ ਹੋ, ਉਹ ਨਹੀਂ ਮੈਟਰ ਕਰਦਾ। ਇਕੁਅਲ ਜਿਹੜੀ ਸਾਡੀ ਇੱਕ ਲਾਅ ਆ ਕਿ ਜਦੋਂ ਤੁਸੀਂ ਬੋਰਨ ਹੁੰਦੇ ਹੋ, ਐਵਰੀਬਡੀ ਹੈਜ਼ ਅ ਇਕੁਅਲ ਰਾਈਟ ਟੂ ਐਵਰੀਥਿੰਗ, ਸਪੈਸ਼ਲੀ ਐਜੂਕੇਸ਼ਨ ਐਂਡ ਹੈਲਥ ਕੇਅਰ। ਸੋ ਐਜੂਕੇਸ਼ਨ ਹਰ ਇੱਕ ਨੂੰ ਮਿਲਣੀ ਚਾਹੀਦੀ ਹੈ। ਹੈਲਥ ਕੇਅਰ ਦਾ ਇਸ ਦੇਸ਼ ਵਿੱਚ ਬੇੜਾ ਗਰਕਿਆ ਪਿਆ। ਆਈ ਮੀਨ ਆਮ ਟੈਲਿੰਗ ਯੂ, ਮੈਂ ਇਹ ਦੋਵੇਂ PGI ਵੇਖ ਰਿਹਾ, ਰੋਹਤਕ ਵੀ ਵੇਖ ਰਿਹਾ, ਚੰਡੀਗੜ੍ਹ ਵੀ ਵੇਖ ਰਿਹਾ, ਜਿਹੜੇ ਟੌਪ ਦੇ ਇੱਥੇ ਦੇ ਸਰਕਾਰੀ ਹਸਪੀਟਲ ਆ। ਡਾਕਟਰ ਬਹੁਤ ਵਧੀਆ ਵਾ, ਪਰ ਡਾਕਟਰ ਵਿਚਾਰੇ ਕੀ ਕਰਨ ਜਦੋਂ 10 ਡਾਕਟਰਾਂ ਦਾ ਕੰਮ ਇੱਕ ਡਾਕਟਰ ਕਰ ਰਿਹਾ। ਸਾਰੇ ਡਾਕਟਰ ਇਹਲਾ ਦੇਸ਼ ਛੱਡ ਕੇ ਬਾਹਰਲੇ ਦੇਸ਼ਾਂ ਜਾ ਰਹੇ ਆ। ਸੋ ਕੈਲੀਫੋਰਨੀਆ ਵਿੱਚ ਲਾਇਬ੍ਰੇਰੀ ਆ, ਹੈਲਥ ਕੇਅਰ ਆ, ਸਾਫ਼ ਪਾਣੀ ਆ। ਪਾਣੀ ਦਾ ਇੱਥੇ ਬਹੁਤ ਜ਼ਿਆਦਾ ਬੁਰਾ ਹਾਲ ਆ ਪੰਜਾਬ ਵਿੱਚ। ਕੈਂਸਰ ਰੇਟ ਇੰਨਾ ਹਾਈ ਆ, ਲੋਕੀ ਕੈਂਸਰ ਦਾ ਕਹੀ ਜਾਂਦੀ ਸਰਕਾਰ ਕਿ ਅਸੀਂ 1 ਲੱਖ ਦੇਵਾਂਗੇ,
ਪਰ ਜਿਹੜੀ ਬੇਸਿਕ ਕਾਜ਼ ਆ, ਰੂਟ ਆ, ਕੈਂਸਰ ਕਿੱਥੋਂ ਆਉਂਦੀ ਆ, ਉਹਦਾ ਕੌਣ ਸੋਲੂਸ਼ਨ ਲੱਭੂਗਾ? ਅੱਜ ਮੈਂ ਬੜੀ ਸੋਹਣੀ ਵੀਡੀਓ ਬਣਾ ਕੇ ਆਇਆ, ਮੈਂ ਪੋਸਟ ਨਹੀਂ ਕੀਤੀ, ਪਰਾਲੀ ਦੀ 2 ਕਿੱਲੇ ਆ, ਇੱਕ ਬੰਨੇ ਕਿਸੇ ਨੇ ਪਰਾਲੀ ਸਾੜੀ ਆ, ਦੂਜੇ ਬੰਨੇ ਕਿਸੇ ਨੇ ਪਰਾਲੀ ਰੋਲ ਕੀਤੀ ਆ, ਔਰ ਰੋਲ ਕੀਤੀ ਪਰਾਲੀ ਵਿਕਣੀ ਆ, ਸਾੜੀ ਪਰਾਲੀ ਨਾਲ ਕੈਂਸਰ ਫਾਰਮ ਹੋਣੀ ਆ। ਸੋ ਸਰਕਾਰ ਕਿੱਥੇ ਸੁੱਤੀ ਆ? ਉਹ ਕਹਿੰਦੀ ਉਹ ਸਾੜੋ ਨਾ, ਕਿਉਂ ਨਾ ਸਾੜੇ ਜੱਟ, ਜਦੋਂ ਕੋਲ ਪੈਸੇ ਨਹੀਂ ਹੈਗੇ ਮਸ਼ੀਨ ਲਈ। You have to be the one ਕਿ ਉਹਨਾਂ ਨੂੰ ਸਪੋਰਟ ਕਰੋ, ਹਨਾ। ਸੋ ਐਨੀਵੇ, ਸੋ ਕੈਲੀਫੋਰਨੀਆ ਦਾ ਕਨਸੈਪਟ, ਸਾਫ਼ ਪਾਣੀ, ਸਾਫ਼ ਰੋਟੀ, ਹਰ ਇੱਕ ਲਈ ਛੱਤ, ਹਰ ਇੱਕ ਲਈ ਸਕੂਲ ਪੜ੍ਹਨ ਲਈ, ਹਨਾ, ਲਾਇਬ੍ਰੇਰੀ, ਉਹ ਕਨਸੈਪਟ ਜਿਹੜਾ ਆਪਾਂ ਅਮਰੀਕਾ ਵਿੱਚ ਜਾਂ ਕੈਨੇਡਾ ਵਿੱਚ ਆਪਾਂ ਯੂਜ਼ ਟੂ ਆ ਕਿ ਯਾਰ ਹਾਂ ਇਹ ਚੀਜ਼ਾਂ ਬੇਸਿਕ ਰਾਈਟਸ ਆ, ਮਿਲਣੀ ਚਾਹੀਦੀਆਂ। ਔਰ ਮੈਂ ਫੀਲ ਕਰਦਾ ਕਿ ਮੇਰੀ ਇਹ ਅੰਦੋਲਨ ਕਦੋਂ ਖਤਮ ਹੋਊਗਾ, ਜਾਂ ਜਿਹੜਾ ਇਹ ਇਨਕਲਾਬ ਕਦੋਂ ਸਕਸੈਸਫੁਲ ਹੋਊਗਾ। ਜੇ ਆਪਾਂ ਸ਼ੁਰੂ 'ਚ ਵੀ ਸ਼ੋਅ 'ਚ ਗੱਲ ਕੀਤੀ ਕਿ ਮੈਨੂੰ ਇਹਦੀ ਐਂਡਿੰਗ ਨਹੀਂ ਪਤਾ, ਐਂਡਿੰਗ ਇਹ ਆ ਕਿ ਮੈਂ ਚਾਹੁੰਦਾ ਹਰ ਇੱਕ ਪਿੰਡ ਵਿੱਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਕਿ ਹਰ ਇੱਕ ਬੰਦੇ ਕੋਲ ਐਜੂਕੇਸ਼ਨ, ਹਰ ਇੱਕ ਬੰਦੇ ਕੋਲ ਹੈਲਥ ਕੇਅਰ, ਬੇਸਿਕ ਜਿਹੜੇ ਰਾਈਟਸ ਆ ਕਿ ਆਪਾਂ ਲੜੀਏ। ਆਪਾਂ ਇਹ ਨਾ ਕਹੀਏ ਕਿ ਹਾਂ ਕੈਂਸਰ ਨੂੰ ਆਪਾਂ ਦਵਾਈਆਂ ਨਾਲ ਖਤਮ ਕਰਨਾ, ਕੈਂਸਰ ਨੂੰ ਆਪਾਂ ਖਤਮ ਕਰਨਾ ਉਹਦੇ ਜਿਹੜਾ ਜੜ ਆ, ਕੈਂਸਰ ਆਉਂਦੀ ਕਿੱਥੋਂ, ਗੰਦਾ ਪਾਣੀ ਤੇ ਜਿਹੜੀ ਹਵਾ ਗੰਦੀ ਆਪਾਂ ਕਰਤੀ, ਉਹਨਾਂ ਨੂੰ ਆਪਾਂ ਕਿੱਦਾਂ ਸਾਫ਼ ਕਰਨਾ। ਸੋ ਦੈਟ ਵਾਸ ਦ ਕਨਸੈਪਟ ਬਿਹਾਈਂਡ ਕੈਲੀਫੋਰਨੀਆ, ਐਂਡ ਆਈ ਬੀਨ ਬਹੁਤ ਸਕਸੈਸਫੁਲ, ਆਈ ਥਿੰਕ ਅਸੀਂ ਬਹੁਤ ਸਕਸੈਸਫੁਲ ਹੋਏ ਆ। ਤੁਸੀਂ ਕੈਲੀਫੋਰਨੀਆ ਜਾਂਦੇ ਹੋ, ਜਿਹੜੀਆਂ ਚੀਜ਼ਾਂ ਮੈਂ ਆਪਣੇ ਬਾਪੂ ਜੀ ਦੇ ਵੇਖਦਾ ਹੁੰਦਾ ਪਿੰਡ ਵਿੱਚ, ਜਦੋਂ ਜਾਂਦੇ ਸੀ ਸਾਰੇ ਹੱਥ ਜੋੜਦੇ, ਸਤਿ ਸ੍ਰੀ ਅਕਾਲ, ਜੱਫੀਆਂ ਪਾਉਂਦੇ। ਹੁਣ ਏਦਾਂ ਹੀ ਮੇਰਾ ਹਾਲ ਹੈ, ਟਿਕਰੀ ਬਾਰਡਰ ਤੇ ਜਾਂਦਾ, ਹੋਰ ਸਾਰੇ ਜੱਫੀਆਂ, ਸਤਿ ਸ੍ਰੀ ਅਕਾਲ, ਇੱਕ ਦੂਜੇ ਨਾਲ ਪਿਆਰ, ਇੱਕ ਸਾਡੀ ਉਹ ਆ ਬੌਂਡਿੰਗ ਆ ਇੱਕ ਦੂਜੇ ਦੀਆਂ, ਉਹ ਚੀਜ਼ਾਂ ਪੰਜਾਬ ਵਿੱਚ ਚਾਹੁੰਦਾ ਮੈਂ ਕਿ ਵਾਪਸ ਆਉਣ। ਉਹ ਆ ਸਾਡਾ ਡ੍ਰੀਮ, ਕੈਲੀਫੋਰਨੀਆ ਦਾ ਡ੍ਰੀਮ। ਸਾਡੇ ਇੱਕ ਲਿਸਨਰ ਨੇ 15 ਮਿੰਟ ਤੋਂ ਵੱਧ ਟਾਈਮ ਤੋਂ ਤੁਹਾਡੇ ਨਾਲ ਗੱਲ ਕਰਨ ਦੇ ਲਈ ਉਹ ਰੁਕੇ ਹੋਏ ਨੇ, ਆਪਾਂ ਉਹਨਾਂ ਦੀ ਗੱਲ ਸੁਣਦੇ ਹਾਂ। ਹਾਂਜੀ ਕੈਸਰ ਜੀ। ਹਾਂਜੀ, ਸ਼ੁਕਰੀਆ ਟਾਈਮ ਦੇਣ ਦਾ। ਮੈਂ ਤੇ ਇਸ ਵਾਰ ਜਲਦੀ ਨਾਲ ਨਮਾਜ਼ ਪੜ੍ਹੀ ਸੀ। ਅੱਛਾ, ਮੈਂ ਕਿਹਾ ਦੇਰ ਨਾ ਹੋ ਜਾਏ, ਮੈਂ ਸੁਣਨਾ और ਦੱਸਣਾ। चलो जी, डॉक्टर साहब ने भी सत श्री अकाल। और बहुत अच्छी तालीम, बहुत अच्छी दिल, बहुत अच्छा तरबियत ਜਿਹਦਾ ਇਜ਼ਹਾਰ ਹੋ ਰਿਹਾ ਵੇ ਕਿ ਸਾਰੀਆਂ ਸਹੂਲਤਾਂ ਛੱਡ ਕੇ ਉਹ ਮੈਦਾਨੇ ਜੰਗ 'ਚ ਡਟੇ ਹੋਏ। ਅੱਲਾ ਇਹਨਾਂ ਨੂੰ ਕਾਮਯਾਬ ਕਰੇ ਔਰ ਕੌਮ ਜਿਹੜੀ ਹੈ ਸੁਰਖ ਰੂ ਹੋ ਕੇ ਆਪਣੇ ਘਰਾਂ ਨੂੰ ਮੁੜੇ। ਜਿਹਦਾ ਬਹੁਤ ਮੁਸ਼ਕਿਲ ਹੈ ਕਹਿਣਾ, ਤੇ ਬਹੁਤ ਜਲਦੀ ਨਾਲ ਅਸੀਂ ਕਹਿ ਦਿੰਦੇ ਹਾਂ, ਲੇਕਿਨ ਇੱਕ ਇੱਕ ਪਲ ਭੁਗਤਣਾ ਉਹ ਉਹਨਾਂ ਨੂੰ ਪਤਾ ਵੇ ਜਿਨ੍ਹਾਂ ਨੇ ਭੁਗਤਿਆ ਉੱਥੇ, ਔਰ ਉਹਨਾਂ ਨੂੰ ਸਲਾਮ ਹੈ ਜਿਹੜੇ ਬੈਠੇ ਹਾਲੇ, ਔਰ ਉਹ ਹੁਣ ਡਗਮਗਾ ਨਾ ਜਾਣ, ਉਹ ਮੁਸਤਕਿਲ ਬੈਠੇ ਰਹਿਣ ਔਰ ਆਪਣੇ ਗੋਲ ਦੇ ਕੋਲ ਇਹ ਨਾ ਹੋਵੇ ਕਿ ਜਦੋਂ ਮੰਜ਼ਿਲ ਆ ਗਏ ਜਾਵੇ ਤੇ ਫਿਰ ਹੋ ਜਾਣ ਵਿੱਚ ਸ਼ਰਾਰਤੀ ਅਨਸਰ ਬਹੁਤ ਵਿੱਚ ਪੈ ਚੁੱਕੇ ਨੇ। ਬਹੁਤ ਬਹੁਤ ਸ਼ੁਕਰੀਆ ਕੈਸਰ ਜੀ, ਬਹੁਤ ਬਹੁਤ ਧੰਨਵਾਦ ਗੱਲ ਕਰਨ ਦੇ ਲਈ। ਡਾਕਟਰ ਸੁਲੇਮਾਨ, ਸਾਡੇ ਕੁਝ ਲਿਸਨਰਸ ਵੀ ਜਿਹੜੇ ਗੱਲ ਕਰਨਾ ਚਾਹੁੰਦੇ ਆ, ਤੁਹਾਡੀ ਇਜਾਜ਼ਤ ਦੇ ਨਾਲ ਮੈਂ ਕਾਲਸ ਉਹਨਾਂ ਦੀਆਂ ਲੈ ਲਵਾਂ ਜੀ? ਪਲੀਜ਼, ਥੈਂਕ ਯੂ। ਸੁਖਵੰਤ ਕੌਰ ਜੀ। ਹਾਂਜੀ ਨਵਜੋਤ ਜੀ, ਤੁਹਾਨੂੰ ਤੇ ਡਾਕਟਰ ਸਾਹਿਬ ਨੂੰ ਮੇਰੇ ਵੱਲੋਂ ਸਲੂਟ ਜੀ, ਜਿਹੜੇ ਇਹੋ ਜਿਹੇ ਇਨਸਾਨਾਂ ਨੂੰ ਲਿਆਉਂਦੇ ਹੋ ਤੁਸੀਂ ਏਅਰ ਤੇ। ਸ਼ੁਕਰੀਆ ਜੀ। ਇਹ ਡਾਕਟਰ ਸਾਹਿਬ ਮੇਰੇ ਇਲਾਕੇ ਦੇ ਨੇ, ਬਿਲਕੁਲ ਤਰਨਤਾਰਨ, ਸਾਡੇ ਪਿੰਡ ਵਿੱਚੋਂ ਲੰਘ ਕੇ ਪੱਖੋ ਕੇ ਜਾਂਦੇ ਨੇ ਅੱਗੇ। ਹਾਂਜੀ, ਤੇ ਮੈਨੂੰ ਬੜੀ ਖੁਸ਼ੀ ਵੀ ਹੋਈ ਤੇ ਮਾਣ ਵੀ ਮਹਿਸੂਸ ਹੋਇਆ ਕਿ ਇਹੋ ਜਿਹੀਆਂ ਰੂਹਾਂ ਜਿਹੜੀਆਂ ਬਹੁਤ ਘੱਟ ਮਿਲਦੀਆਂ ਨੇ, ਜਿਹੜੀ ਮਾਨਵਤਾ ਦੀ ਸੇਵਾ, ਦੇਖੋ ਗਰੀਬਾਂ ਦੀ ਸੇਵਾ, ਉਹ ਸਾਡੇ ਗਰੀਬ ਭੈਣ ਭਰਾ ਜਿਹੜੇ ਕਿੰਨੇ ਸਮੇਂ ਤੋਂ ਸੜਕਾਂ ਤੇ ਬੈਠੇ ਨੇ, ਉਹਨਾਂ ਦੇ ਵਾਸਤੇ ਆਪਣੇ ਸੁੱਖ ਆਰਾਮ ਛੱਡ ਕੇ ਤੇ ਕਿੱਥੇ ਗਏ ਨੇ ਇਹ ਡਾਕਟਰ ਸਾਹਿਬ। ਤੇ ਮੇਰਾ ਸਿਰ ਝੁਕਦਾ ਇਹੋ ਜਿਹੀਆਂ ਰੂਹਾਂ ਨੂੰ, ਤੇ ਵਾਹਿਗੁਰੂ ਸਾਡੇ ਪ੍ਰਧਾਨ ਮੰਤਰੀ ਜੀ ਦੇ ਮਨ ਮਿਹਰ ਪਾਉਣ ਤੇ ਉਹ ਇਹਨਾਂ ਤੇ ਗਰੀਬਾਂ ਸਾਡਿਆਂ ਤੇ ਤਰਸ ਕਰਕੇ ਤੇ ਉਹਨਾਂ ਤੇ ਕਾਨੂੰਨ ਵਾਪਸ ਲੈਣ। ਸਾਡੀ ਇਹੋ ਨਰਿੰਦਰ ਮੋਦੀ ਜੀ ਦੇ ਚਰਨਾਂ 'ਚ ਬੇਨਤੀ ਹੈ। ਸ਼ੁਕਰੀਆ ਸੁਖਵੰਤ ਕੌਰ ਜੀ ਕਾਲ ਕਰਨ ਦੇ ਲਈ। ਬਹੁਤ ਸਾਰੇ ਸਾਡੇ ਲਿਸਨਰਸ ਜਿਹੜੇ ਆ ਇਸੇ ਤਰ੍ਹਾਂ ਦੀਆਂ ਹੀ ਭਾਵਨਾਵਾਂ ਉਹ ਰੱਖਦੇ ਹੋਣਗੇ, ਕਿਉਂਕਿ ਜਦੋਂ ਮੈਂ ਫੇਸਬੁੱਕ ਦੇ ਉੱਤੇ ਇਹ ਪੋਸਟ ਪਾਈ ਸੀ ਇੰਟਰਵਿਊ ਦੀ, ਉਸ ਵੇਲੇ ਵੀ ਇਸ ਤਰ੍ਹਾਂ ਦੇ ਖਿਆਲ ਬਹੁਤ ਸਾਰੇ ਸੁਣਨ ਵਾਲਿਆਂ ਨੇ ਪੇਸ਼ ਕੀਤੇ। ਖੈਰ, ਗੱਲਬਾਤ ਨੂੰ ਅੱਗੇ ਵਧਾਉਂਦੇ ਹੋਏ ਡਾਕਟਰ ਸੁਲੇਮਾਨ, ਇੱਕ ਹੋਰ ਮੈਂ ਚੀਜ਼ ਜਾਣਨਾ ਚਾਹੁੰਦੀ ਹਾਂ। ਜਿੰਨਾ ਤੁਸੀਂ ਉੱਥੇ ਕੰਮ ਕਰ ਰਹੇ ਹੋ, ਮੈਨੂੰ ਪਤਾ ਲੱਗਾ ਕਿ ਜਿਹੜਾ ਕਲੀਨਿੰਗ ਦਾ ਕੰਮ ਬਹੁਤ ਜ਼ਿਆਦਾ ਕੀਤਾ ਗਿਆ, ਕਿਉਂਕਿ ਕੋਵਿਡ ਦੇ ਦੌਰ ਦੇ ਦੌਰਾਨ ਇਹ ਵੀ ਬਹੁਤ ਜ਼ਰੂਰੀ ਸੀ ਕਿ ਉੱਥੇ ਸਫਾਈ ਵੀ ਰਹਿਣੀ ਚਾਹੀਦੀ ਆ। ਫਿਰ ਉੱਥੇ ਜਿਹੜਾ ਡੇਂਗੀ ਫੀਵਰ ਹੈ ਉਹ ਬਹੁਤ ਜਲਦੀ ਹੋ ਜਾਂਦਾ ਮੱਛਰ ਹੋਣ ਕਰਕੇ, ਇਸ ਕਰਕੇ ਵੀ ਬਹੁਤ ਸਾਰੀਆਂ ਜਿਹੜੀਆਂ ਸਾਵਧਾਨੀਆਂ ਵਰਤੇ ਜਾਣ ਦੀ ਜ਼ਰੂਰਤ ਹੈਗੀ ਸੀਗੀ। ਇੰਨਾ ਕੁਝ ਤੁਸੀਂ ਕੀਤਾ, ਮੈਨੂੰ ਪਤਾ ਬਹੁਤ ਸਾਰੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ, ਕਲੀਨਿੰਗ ਦੀਆਂ ਸਪਲਾਈਜ਼ ਵੀ, ਫਿਰ ਉੱਥੇ ਕਿਤਾਬਾਂ ਦਾ ਤੁਸੀਂ ਇੱਕ ਸਿਲਸਿਲਾ ਸ਼ੁਰੂ ਕੀਤਾ। ਮੈਂ ਹੈਰਾਨ ਹਾਂ ਕਿ ਫਿਰ ਵੀ ਇਹ ਜਿਹੜੀ ਇੰਨੀ ਜ਼ਿਆਦਾ ਫੰਡਿੰਗ ਹੈ, ਇਹ ਕਿੱਥੋਂ ਆ ਰਹੀ ਹੈ? ਕੌਣ ਲੋਕ ਨੇ ਹੈਲਪ ਕਰ ਰਹੇ ਨੇ ਜਿਹੜੀ ਤੁਹਾਡੀ? ਹਾਂਜੀ, ਸੋ ਆਈ ਮੀਨ
ਐਵਰੀ ਸਾਡੀ ਜਿਹੜੀ ਜਦੋਂ ਅਸੀਂ ਆਰਗੇਨਾਈਜੇਸ਼ਨ ਬਣਾਈ ਸੀ, ਸਾਡਾ ਮੋਟਿਵ ਸੀ ਕਿ ਅਸੀਂ ਕਿਸੇ ਤੋਂ ਪੈਸੇ ਨਹੀਂ ਲੈਣੇ, ਅਸੀਂ ਸੈਲਫ ਸਸਟੇਨ ਕਰਨਾ, ਮਤਲਬ ਆਪਣੇ ਆਪ ਨੂੰ ਆਪਣੇ ਪੈਰਾਂ ਤੇ। ਬਿਕਾਜ਼ ਜਿਹੜੀ 5 ਰਿਵਰਸ ਤੁਹਾਡੀ ਹੈਗੀ ਆ, 5 ਰਿਵਰਸ ਦੀ ਤੁਸੀਂ ਗੱਲ ਕਰ ਰਹੇ ਹੋ। ਹਾਂਜੀ, 5 ਰਿਵਰਸ ਹਾਰਟ ਐਸੋਸੀਏਸ਼ਨ। ਉਹ ਮੇਰਾ ਆਪ ਦਾ ਇਹ ਹੀ ਕਿ ਤੁਸੀਂ ਕਿੱਦਾਂ ਵਾ ਕਿ ਦੂਜਿਆਂ ਦੇ ਪੈਸਿਆਂ ਤੇ ਸੇਵਾ ਕਰੋਗੇ, ਮਤਲਬ ਕਿ ਜੇ ਤੁਸੀਂ ਆਪ ਨਹੀਂ ਕਰ ਸਕਦੇ, ਆਪ ਤੁਸੀਂ ਜੌਬ ਨਾ ਕਰਦੇ ਹੋ। ਮੈਂ ਇਸ ਲਈ ਡਾਕਟਰ ਬਣਨ ਤੋਂ ਪਹਿਲਾਂ ਵੀ ਅਸੀਂ ਭਾਵੇਂ ਸੇਵਾ ਕਰਦੇ ਸਾਂ, ਪਰ ਅਸੀਂ ਆਰਗੇਨਾਈਜੇਸ਼ਨ ਦੇ ਪ੍ਰਤੀ ਨਹੀਂ ਕੰਮ ਕੀਤਾ ਕਿ ਤੁਸੀਂ ਜੌਬ ਨਹੀਂ ਕਰਦੇ ਤੇ ਤੁਸੀਂ ਲੋਕਾਂ ਦੀ ਸੇਵਾ ਕਰਦੇ ਹੋ। ਮਤਲਬ ਕਿ ਉਹ ਕਿੱਦਾਂ ਹੋ ਸਕਦਾ ਕਿ ਬਾਬੇ ਨਾਨਕ ਨੇ ਵੀ ਹੱਲ ਵਾਏ। ਸੋ ਈਵਨ ਦੋ ਉਹ ਸਾਡੀ ਸਿੱਖੀ ਤੋਂ ਆਉਂਦਾ ਕਿ ਜੇ ਤੁਸੀਂ ਸੇਵਾ ਕਰਨੀ ਆ, ਫਸਟ ਤੁਸੀਂ ਪਹਿਲਾਂ ਆਪਣੇ ਆਪ ਦੀ ਸੇਵਾ ਤੇ ਕਰੋ, ਆਪਣੇ ਪਰਿਵਾਰ ਦੀ ਸੇਵਾ ਕਰਨ ਜੋਗੇ ਹੋ। ਸੋ ਯੂ ਹੈਵ ਟੂ ਬੀ ਅਰਨਿੰਗ। So I think anybody who's trying to do seva and trying to help other people, first ਉਹ ਇੰਨਾ ਤੇ ਬੰਦਾ ਕੈਪੇਬਲ ਹੋਵੇ ਨਾ ਕਿ ਆਪਣਾ ਘਰ ਖਰੀਦ ਸਕੇ, ਗੱਡੀ ਖਰੀਦ ਸਕੇ, ਆਪਣਾ ਸਮਾਨ ਖਰੀਦ ਸਕੇ। ਸੋ ਸਾਡਾ ਇਹ ਸੀ। ਸੋ ਅਸੀਂ ਜੋ ਸ਼ੁਰੂ ਕੀਤਾ, ਅਸੀਂ ਹਰ ਇੱਕ ਸਾਲ 3 ਕਰੋੜ ਦੀਆਂ ਦਵਾਈਆਂ ਇੰਡੀਆ 'ਚ ਲੈ ਕੇ ਉਹ ਸਰਵਿਸ ਦੇਣੀ। ਉਦੋਂ ਅਸੀਂ ਕਿਸੇ ਕੋਲ ਪੈਸਾ ਨਹੀਂ ਲੈਣਾ। ਤੁਸੀਂ ਪਹਿਲਾਂ ਵੀ ਇਹ ਕਰਦੇ ਆ ਰਹੇ ਹੋ? ਹਾਂਜੀ, ਸਾਡਾ ਚੱਲਦਾ ਹੁੰਦਾ ਜੀ, ਇਹ ਜਿਹੜਾ ਸਾਡਾ ਕੰਮ ਚੱਲਦਾ ਹੁੰਦਾ। ਸੋ ਅਸੀਂ ਕੀ ਅਸੀਂ ਆਪਣੇ ਸੈਲਫ ਸਸਟੇਨ ਕਰਨਾ। ਹੁਣ ਆਵੇਸ਼ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ, ਉਦੋਂ ਵੀ ਅਸੀਂ ਇਹ ਗੱਲ ਤੇ ਸਹੀ ਰਹੇ ਕਿ ਅਸੀਂ ਆਪਣਾ ਆਪ ਦਾ ਬਜਟ ਕੱਢਿਆ, ਭਾਵੇਂ ਮੈਂ ਸਾਂ, ਸਿਸਟਰ ਸੀ, ਸਾਰੀ ਫੈਮਿਲੀ ਨੇ ਆਪਣਾ ਦਸਵੰਧ ਕੱਢਿਆ ਕਿ ਹਾਂ ਅਸੀਂ ਆਹ ਕਰਨਾ। ਫਿਰ ਕੀ ਹੋਇਆ ਕਿ ਜਦੋਂ ਅੰਦੋਲਨ ਚੱਲਦਾ ਗਿਆ, ਲੰਬਾ ਪਈ ਗਿਆ, ਫਿਰ ਅਸੀਂ ਆਪਣਾ ਬਜਟ ਰੱਖ ਕੇ ਗਏ 3 ਸਾਲਾਂ ਦਾ ਐਜ਼ ਅ ਫੈਮਿਲੀ ਬਜਟ, ਐਜ਼ ਅ ਆਰਗੇਨਾਈਜੇਸ਼ਨ। ਅਸੀਂ ਆਪਣਾ ਪਹਿਲੇ ਦਿਨ ਤੋਂ ਬਜਟ ਰੱਖਿਆ ਕਿ ਅਸੀਂ 3 ਸਾਲ ਵਧੀਆ ਤਰ੍ਹਾਂ ਚੱਲ ਸਕਦੇ ਹਾਂ, ਨੋ ਪ੍ਰੋਬਲਮ। ਉਹ ਬਾਅਦ ਚੋਂ ਫਿਰ ਦੁਬਾਰਾ ਕਰਾਂਗੇ ਜੇ ਸਾਨੂੰ ਹੋਰ ਦੀ ਲੋੜ ਹੋਈ। ਪਰ ਹੌਲੀ ਹੌਲੀ ਕੀ ਹੋਇਆ ਕਿ ਇੱਕ ਦਿਮਾਗ 'ਚ ਆਈਡੀਆ ਆਇਆ ਕਿ ਕਿਉਂ ਨਾ ਆਪਾਂ ਲਿਸਟ ਭੇਜਿਆ ਕਰੀਏ। ਉਹ ਲਿਸਟ ਦੇ ਉੱਪਰ ਅਸੀਂ ਆਪਣੀਆਂ ਨੀਡਸ ਲਿਖ ਦਿੰਦੇ ਹਾਂ ਕਿ ਇੰਸਟੈਡ ਕਿ ਅਸੀਂ ਸਾਰਾ ਕੁਝ ਬਾਈ ਕਰੀਏ, ਕਿਉਂ ਨਾ ਆਪਾਂ ਲਿਸਟ ਭੇਜਿਆ ਕਰੀਏ। ਉਹ ਲਿਸਟ ਦੇ ਉੱਪਰ ਜਿਹੜੇ ਚੀਜ਼ਾਂ ਲੋਕ ਫੁਲਫਿਲ ਕਰਦੇ ਰਹਿਣਗੇ, ਉਹ ਚੀਜ਼ਾਂ ਮਤਲਬ ਕਿ ਆਪਾਂ ਨੂੰ ਬਾਈ ਨਹੀਂ ਕਰਨੀਆਂ ਪੈਣੀਆਂ। ਸੋ ਉਹਦੇ ਹਿਸਾਬ ਨਾਲ ਅਸੀਂ ਕੰਮ ਫਿਰ ਬਹੁਤ ਵਧੀਆ ਚੱਲਿਆ। ਲੋਕਾਂ ਦੀ ਸਹਾਇਤਾ ਆਈ, ਭਾਵੇਂ ਉਹ ਕੈਲੀਫੋਰਨੀਆ ਤੋਂ ਮੋਲਕ ਭਾਜੀ ਆ, ਉਹਨਾਂ ਦੀ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਨੇ 140 ਘਰ ਸਪਾਂਸਰ ਕੀਤੇ ਆ। ਏਦਾਂ ਹੀ ਹੋਰ ਮੇਰੇ ਵਧੀਆ ਸੱਜਣ ਆ, ਨਿਊਯਾਰਕ ਤੋਂ, ਮੈਰੀਲੈਂਡ ਤੋਂ ਕਮਲ ਭਾਜੀ ਆ, ਜਿਨ੍ਹਾਂ ਨੇ 20 ਘਰ ਸਪਾਂਸਰ ਕੀਤੇ ਆ। ਕਮਲ ਮੇਰੀ ਕਜ਼ਨ ਆ, ਨਿਊ ਜਰਸੀ ਤੋਂ, ਉਹ ਨਰਸ ਆ, ਉਹਨਾਂ ਦੀ ਫੈਮਿਲੀ ਨੇ 20 ਘਰ ਸਪਾਂਸਰ ਕੀਤੇ ਆ। ਸੋ ਉਹਨਾਂ ਨੇ ਬੇਸਿਕਲੀ ਉਹਨਾਂ ਨੂੰ ਕਨੈਕਟ ਕਰ ਦਿੰਦੇ ਆ ਵੈਂਡਰ ਨਾਲ, ਵੈਂਡਰ ਨੂੰ ਉਹ ਪੈਸਾ ਦੇ ਦਿੰਦੇ ਆ, ਲੋਹਾ ਸਾਡੇ ਕੋਲ ਪਹੁੰਚ ਜਾਂਦਾ। ਸੋ ਇਹਦੇ ਨਾਲ ਇੱਕ ਬਹੁਤ ਵਧੀਆ ਟੀਮ ਓਰੀਐਂਟਡ ਹੈ ਫਿਰ। ਔਰ ਮੇਰਾ ਸਦਾ ਹੁੰਦਾ ਕਿ ਮੈਂ ਉਹਨਾਂ ਨੂੰ ਇੱਕ ਰਿਟਰਨ ਵੀਡੀਓ ਭੇਜਦਾ ਜਿੰਨਾ 'ਚ ਮੈਂ ਉਹਨਾਂ ਦਾ ਥੈਂਕ ਯੂ ਕਰਦਾ, ਉਹਨਾਂ ਨੂੰ ਪ੍ਰੋਪਰ ਉਹਨਾਂ ਦਾ ਜੋ ਵੀ ਉਹ ਰਿਕੁਆਇਰ ਕਰਦੇ ਕਿ ਹਾਂ ਇਹ ਜਿਹੜੀ ਚੀਜ਼ ਆ ਕਿ ਸਾਡੀ ਸਾਰਿਆਂ ਦੀ ਲੱਗੇ। ਇਹ ਨਹੀਂ ਕਿ ਡਾਕਟਰ ਸਵੈਮਨ ਠੀਕ ਆ, ਅਸੀਂ ਆਪਣਾ ਟਾਈਮ ਕੱਢਿਆ, ਆਪਣਾ ਦਸਵੰਧ ਕੱਢਿਆ, ਬਟ ਅਸੀਂ ਇਕੱਲੇ ਨਹੀਂ। ਇਹ ਕੋਈ ਫਾਈਟ ਇਹਦੀ ਨਹੀਂ ਕਿ ਬਸ ਹਾਂ ਯਾਰ ਡਾਕਟਰ ਸਵੈਮਨ ਇੱਥੇ, ਡਾਕਟਰ ਸਵੈਮਨ। ਮੇਰਾ ਸਦਾ ਗੋਲ ਹੁੰਦਾ ਕਿ ਮੇਰੇ ਜਿਹੜੇ ਨਾਲ ਸਾਥੀ ਕੰਮ ਕਰਦੇ ਆ, ਮੇਰੇ ਨਾਲ ਜਿਹੜੇ ਮੁੰਡੇ ਆਪਣਾ ਦਿਨ ਰਾਤ ਇੱਕ ਕਰਦੇ ਆ। ਔਰ ਜਦੋਂ ਅੰਦੋਲਨ ਖਤਮ ਹੋ ਗਿਆ, ਮੇਰਾ ਵੱਡਾ ਪ੍ਰੋਜੈਕਟ ਇਹ ਹੋਣਾ ਕਿ ਉਹਨਾਂ ਨੂੰ ਮੈਂ ਕਿੱਦਾਂ ਸੈੱਟ ਕਰਕੇ ਆਉਣਾ ਕਿ ਜੇ ਉਹਨਾਂ ਨੇ ਇੰਨਾ ਹਾਰਡ ਵਰਕ ਕੀਤਾ, ਇੰਨੇ ਚੰਗੇ ਮੁੰਡੇ ਕੁੜੀਆਂ ਵਾ ਜਿਨ੍ਹਾਂ ਨੇ ਆਪਣਾ ਸਭ ਕੁਝ ਡਿਵੋਟ ਕਰ ਦਿੱਤਾ ਆਪਣੇ ਬਜ਼ੁਰਗਾਂ ਲਈ, ਉਹਨਾਂ ਨੂੰ ਜ਼ਰੂਰ ਸੈੱਟ ਕਰਨਾ ਵੀ ਫਿਰ ਸਾਡੀ ਜ਼ਿੰਮੇਵਾਰੀ ਬਣਦੀ ਹੈ, ਭਾਵੇਂ ਜਿਹੜੇ ਮਰਜ਼ੀ ਕੰਮ ਚਾਹੀ ਕਰਕੇ। ਸੋ ਬਹੁਤ ਜ਼ਿੰਮੇਵਾਰੀਆਂ ਵਾ। ਔਰ ਸਾਡੀ ਆਰਗੇਨਾਈਜੇਸ਼ਨ ਆਈ ਥਿੰਕ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਲੋਕੀ ਪਸੰਦ ਕਰ ਰਹੇ ਆ। ਇਸ ਲਈ ਅਸੀਂ ਵੀ ਆਰ ਓਵਰ 1000 ਡਾਕਟਰਸ ਹੁਣ ਜਿਹੜੇ ਇਹ ਆਰਗੇਨਾਈਜੇਸ਼ਨ ਵਿੱਚ ਕੰਮ ਕਰਦੇ ਆ, ਐਂਡ ਸੋ ਮੈਨੀ ਮੋਰ ਵੋਲੰਟੀਅਰਸ। ਠੀਕ ਹੈ, ਇੱਕ ਸਾਡੇ ਹੋਰ ਲਿਸਨਰ ਗੱਲ ਕਰਨਾ ਚਾਹੁੰਦੇ ਨੇ ਤੁਹਾਡੇ ਨਾਲ, ਅਮਰਜੀਤ ਸਿੰਘ ਜੀ। ਹਾਂਜੀ ਅਮਰਜੀਤ ਜੀ। ਹਾਂਜੀ, ਨਵਜੋਤ ਅਤੇ ਡਾਕਟਰ ਸਾਹਿਬ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਇੰਡੀਆ 'ਚ ਸਾਫ਼ ਹਵਾ ਹੈ ਨਹੀਂ, ਸਾਫ਼ ਪਾਣੀ ਹੈ ਨੀਗਾ, ਸਾਫ਼ ਖੁਰਾਕ ਹੈ ਨੀਗਾ, ਤੇ ਇਹਦਾ ਹੈਲਥ ਦਾ ਕੋਈ ਪ੍ਰਬੰਧ ਹੈ ਨਹੀਂ ਗੌਰਮੈਂਟ ਦਾ। ਤੇ ਚਲੋ ਕੈਂਸਰ ਲਈ ਲੱਖ ਦੇ ਦਿੰਦੇ ਆ, ਪਰ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਇੱਥੇ ਕਿਉਂ ਕੈਂਸਰ ਹੋ ਰਿਹਾ ਕੈਨੇਡਾ ਤੇ ਕੈਲੀਫੋਰਨੀਆ ਵਿੱਚ? ਹਾਂ, ਇੱਥੇ ਵੀ ਕੈਂਸਰ ਬਹੁਤ ਜ਼ਿਆਦਾ ਆ। ਸ਼ੁਕਰੀਆ ਤੁਹਾਡਾ। ਹਾਂਜੀ ਜੀ, ਆਈ ਥਿੰਕ ਬਹੁਤ ਵਧੀਆ ਕੁਐਸਚਨ ਆ। ਔਰ ਆਈ ਥਿੰਕ ਇੱਦਾਂ ਇਹ ਉਹੋ ਜਿਹਾ ਕੁਐਸਚਨ ਆ ਕਿ ਯਾਰ ਉੱਥੇ ਵੀ ਹੁੰਦਾ, ਇੱਥੇ ਵੀ ਹੁੰਦਾ, ਐਕਸੈਪਟੇਬਲ ਆ। ਮਤਲਬ ਜਦੋਂ ਤੁਸੀਂ ਕਹਿੰਦੇ ਕਿ ਹਾਂ ਆਪਣੇ ਦੇਸ਼ 'ਚ ਓਕੇ ਐਕਸੈਪਟੇਬਲ ਨਹੀਂ, ਐਕਸੈਪਟੇਬਲ ਨਹੀਂ ਆ। ਜੇ ਕੈਂਸਰ ਇੱਕ ਨੈਚੁਰਲ ਚੀਜ਼ ਵੀ ਹੋ ਸਕਦੀ ਕਿ ਹਾਂ ਹਰ ਇੱਕ ਬੰਦੇ ਨੂੰ ਜਿਹੜਾ ਨੋਰਮਲ, ਕਿਉਂਕਿ ਤੁਹਾਡਾ ਸੈੱਲ ਕੋਈ ਵੀ ਜਿਹੜਾ
ਖਰਾਬੀ ਕਰ ਸਕਦਾ ਕਿਸੇ ਟਾਈਮ ਤੇ, ਜਿਹਨੂੰ ਤੁਸੀਂ, ਕਿਉਂਕਿ ਰੋਜ਼ ਹੀ ਬਹੁਤ ਸੈੱਲ ਤੁਹਾਡੇ ਸਰੀਰ 'ਚ ਜਿਹੜੇ ਖਰਾਬੀ ਕਰਦੇ ਆ, ਪਰ ਤੁਹਾਡਾ ਸਰੀਰ ਆਪਣੇ ਆਪ ਉਹਨਾਂ ਨੂੰ ਪਿਕ ਆਊਟ ਕਰਕੇ ਮਾਰ ਦਿੰਦਾ ਬਿਫੋਰ ਦੇ ਬਿਕਮ ਕੈਂਸਰ। ਹੁਣ ਅਮਰੀਕਾ ਕੈਨੇਡਾ ਵਿੱਚ ਕੀ ਪ੍ਰੋਬਲਮ ਹੈ? ਸਾਡੇ ਦੇਸ਼ਾਂ 'ਚ ਅਲੱਗ ਪ੍ਰੋਬਲਮ ਹੈ, ਤੁਹਾਡੇ ਦੇਸ਼ਾਂ 'ਚ ਅਲੱਗ ਪ੍ਰੋਬਲਮ ਹੈ। ਅਮਰੀਕਾ ਕੈਨੇਡਾ 'ਚ ਪ੍ਰੋਬਲਮ ਆ ਕਿ ਤੁਹਾਡੇ ਇੱਥੇ ਹਾਰਮੋਨਸ ਇੰਟਰੋਡਿਊਸ ਕੀਤੇ ਗਏ ਫੂਡ ਵਿੱਚ, ਦੁੱਧ ਵਿੱਚ ਹਾਰਮੋਨਸ ਇੰਟਰੋਡਿਊਸ ਕੀਤੇ ਗਏ, ਔਰ ਕਿਤੇ ਨਾ ਕਿਤੇ ਤੁਹਾਡੀ ਵੀ এনवायरमेंट ਕੋਈ ਏਡੀ ਸਾਫ਼ ਨਹੀਂ ਹੈ। ਜੇ ਤੁਸੀਂ ਨਿਊਯਾਰਕ ਸ਼ਹਿਰ ਵੱਲ ਚਲ ਜਾਓ, ਉੱਥੇ ਵੀ ਕਾਫੀ COPD ਕੇਸਿਸ ਆਉਂਦੇ ਆ। ਸਿਗਰਟ ਸਮੋਕਿੰਗ ਇੱਕ ਚੀਜ਼ ਹੈ ਜਿਹੜੀ ਤੁਸੀਂ ਕਰਦੇ ਹੋ, ਜਿਹੜੀ ਵੈਸਟ ਆ, ਕਿਉਂਕਿ ਅਮਰੀਕਾ ਵਿੱਚ ਜਿਹੜੀਆਂ ਕਾਮਨ ਕੈਂਸਰਸ ਆ, ਉਹ ਨੰਬਰ 1 ਆ ਬ੍ਰੈਸਟ ਕੈਂਸਰ, ਉਹ ਈਜ਼ਲੀ ਡਿਟੈਕਟੇਬਲ ਆ, ਔਰ ਇੱਕ ਐਸੀ ਚੀਜ਼ ਹੈ ਜਿਹੜੀ ਈਜ਼ਲੀ ਹੁਣ ਟ੍ਰੀਟ ਵੀ ਕਰ ਲਈਦੀ ਆ। ਫਿਰ ਆ ਲੰਗ ਕੈਂਸਰ, ਉਹ ਹੁੰਦੀ ਉਹਨਾਂ ਨੂੰ ਆ ਜਿਹੜੇ ਸਮੋਕ ਕਰਦੇ ਆ। ਤੀਜੀ ਆ ਕੋਲਨ ਕੈਂਸਰ, ਔਰ ਕੋਲਨ ਕੈਂਸਰ ਤੁਸੀਂ ਬਹੁਤ ਈਜ਼ਲੀ ਪ੍ਰੀਵੈਂਟ ਕਰ ਸਕਦੇ ਜੇ ਤੁਸੀਂ ਹਰ ਇੱਕ 10 ਸਾਲਾਂ 'ਚ ਕੋਲੋਨਾਸਕੋਪੀ ਕਰਾਓ। 3 ਮੇਨ ਕੈਂਸਰਾਂ ਤੁਸੀਂ ਜੜ ਤੋਂ ਵੱਢ ਸਕਦੇ ਹੋ ਵਿਦ ਪ੍ਰੋਪਰ ਸਕਰੀਨਿੰਗ ਐਂਡ ਟੈਸਟਿੰਗ। ਜਿਹੜੀ ਇੰਡੀਆ ਦੀ ਗੱਲ ਆਉਂਦੀ ਆ, ਉੱਥੇ ਪ੍ਰੋਬਲਮਾਂ ਹੋ ਰਿਹਾ, ਉੱਥੇ ਪ੍ਰੋਬਲਮਾਂ ਵਾ ਗੰਦੇ ਪਾਣੀ ਦੀਆਂ, ਨਿਰਾ ਹੀ ਜ਼ਹਿਰ ਪੀਂਦੇ ਆ ਲੋਕ এনवायरमेंट ਦੀਆਂ। ਤੁਸੀਂ ਬਿਲੀਵ ਨਹੀਂ ਕਰੋ, ਮੈਂ ਇਸੀ ਗੱਡੀ ਚਲਾਉਣ ਜਾਂਦੇ ਆ, ਮੈਂ ਮੁੰਡੇ ਨੂੰ ਕਿਹਾ, ਮੈਂ ਕਿਹਾ ਵੇਖ ਓਏ ਬੱਦਲ ਕਿੰਨੇ ਥੱਲੇ ਆ ਗਏ, ਉਹਦੇ ਬੱਦਲ ਨਹੀਂ, ਅੱਗੇ ਵੇਖੋ ਪਰਾਲੀ ਸੜਨ ਡਈ ਆ। ਸੋ ਇਟਸ ਲਾਈਕ ਸਾਡੇ ਲਈ ਤੇ ਸ਼ੌਕ ਹੈ। ਮੈਂ ਹਜੇ ਤੱਕ ਮੈਂ 11ਵੇਂ ਮਹੀਨੇ, ਇਹ ਅੱਜ ਦੀ ਗੱਲ ਹੈ ਮੈਂ ਕਰ ਰਿਹਾ, ਅਸੀਂ ਗੱਡੀ ਚਲਾਉਂਦੇ ਤੇ ਮੈਂ ਕਿਹਾ ਬੱਦਲ ਤੇ ਵੇਲਾ ਗੱਡੀ ਤੱਕ ਆ ਕੇ ਕਿੰਨਾ ਵਧੀਆ ਇੱਥੇ এনवायरमेंट ਆ। ਬਿਲਕੁਲ, ਉਹਦੇ ਲਈ ਬੱਦਲ ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਲਿਸਨਰ ਨੇ ਉਹਨਾਂ ਨੂੰ ਆਨਸਰ ਮਿਲ ਗਿਆ ਹੋਏਗਾ ਉਹਨਾਂ ਦਾ। ਮੇਰੇ ਕੋਲ ਸਿਰਫ 5 ਮਿੰਟ ਦਾ ਸਮਾਂ ਬਾਕੀ ਹੈ ਤੇ ਕਾਲਰਸ ਬਹੁਤ ਸਾਰੇ ਨੇ ਜਿਹੜੇ ਗੱਲ ਕਰਨਾ ਚਾਹੁੰਦੇ ਨੇ। ਅਮਰਜੀਤ ਸੰਧੂ ਜੀ, ਹਾਂਜੀ। ਹਾਂਜੀ, ਮੇਰਾ ਤੇ ਸਵਾਲ ਹੈ ਭਾਈ ਸਾਹਿਬ ਨੂੰ। ਪਹਿਲੇ ਤਾਂ ਗੱਲ ਮੈਂ ਥੈਂਕਸ ਕਰਦਾ ਤੇ ਸਲੂਟ ਕਰਦਾ ਵੀ ਇਹਨਾਂ ਨੇ ਇਹ ਬਹੁਤ ਸੇਵਾ ਕਰ ਰਹੇ ਨੇ। ਦੂਜਾ, ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਬਈ ਇੰਡੀਆ ਦੀ ਸਰਕਾਰ ਕੋਈ ਉੱਥੇ ਤੁਹਾਨੂੰ ਤੰਗ ਕਰ ਰਹੀ ਹੈ ਵੀ ਇਹਨਾਂ ਨੇ ਇਹੋ ਜਿਹੇ ਕੰਮ ਕਰ ਰਹੇ ਆ? ਕਿਉਂਕਿ ਅੱਗੇ ਧਾਲੀਵਾਲ ਸਾਹਿਬ ਨੂੰ ਮੋੜ ਦਿੱਤਾ ਤੇ ਕੋਈ ਇਹਨਾਂ ਨੂੰ ਇਹ ਬਸ ਇਹਨਾਂ ਸਵਾਲ ਹੈ ਜੀ, ਇਹ ਦੱਸਣ ਕੋਈ ਕਿਸੇ ਤਰੀਕੇ ਦਾ ਕੋਈ ਤੰਗ ਜਾਂ ਇਹਨਾਂ ਨੂੰ ਕਰ ਰਹੀ ਹੈ? ਥੈਂਕ ਯੂ। ਹਾਂਜੀ, ਕੋਈ ਕਿਸੇ ਤਰ੍ਹਾਂ ਦੀ ਥ੍ਰੈਟ? ਮੈਂ ਵੀ ਤੁਹਾਨੂੰ ਇਹ ਪੁੱਛਣ ਵਾਲੀ ਸੀ ਕਿ ਕਦੇ ਥ੍ਰੈਟ ਮਹਿਸੂਸ ਕੀਤੀ ਹੋਵੇ ਤੁਸੀਂ? ਤੁਸੀਂ ਇਦਾਂ ਕੰਮ ਕਰੋ ਜਿੰਨਾ ਕੰਮ ਆਪਾਂ ਕਰਦੇ ਆ, ਤੇ ਤੁਹਾਨੂੰ ਲੱਗੇ ਕਿ ਦੂਜੇ ਬੰਨੇ ਤੁਹਾਨੂੰ ਕੋਈ ਲਾਤੀ ਨਾ ਮਾਰੇ, ਕਿੱਦਾਂ ਹੋ ਸਕਦਾ? ਪਰ ਉਹ ਗੱਲਾਂ ਬੜੀਆਂ ਛੋਟੀਆਂ ਵਾ। ਜਦੋਂ ਤੁਸੀਂ ਮੈਦਾਨ 'ਚ ਆ ਗਏ, ਜਦੋਂ ਤੁਸੀਂ ਪਹਿਲੇ ਦਿਨ ਮੈਦਾਨ 'ਚ ਆ ਗਏ ਨਾ, ਤੁਸੀਂ ਉਧਰ ਮੈਦਾਨ 'ਚ ਧਾਰ ਕੇ ਆਏ, ਬਹੁਤ ਕੁਝ ਦਿਲਾਂ 'ਚ ਧਾਰ ਕੇ ਆ ਗਏ ਕਿ ਐਂਡ ਕੀ ਹੋ ਸਕਦਾ, ਹਨਾ? ਉਹ ਸਭ ਕੁਝ ਐਕਸੈਪਟਡ ਆ। ਹੁਣ ਜਿਹੜਾ ਮਰਜ਼ੀ ਜੋ ਮਰਜ਼ੀ ਕਰੀ ਜਾਵੇ, ਤੁਸੀਂ ਆਪਣਾ ਕੰਮ ਕਰੀ ਜਾਣਾ। ਬਿੱਛੂ ਦਾ ਕੰਮ ਆ ਡੰਗ ਮਾਰਨਾ, ਬ੍ਰਾਹਮਣ ਦਾ ਕੰਮ ਆ ਦੁੱਧ ਪਿਆਉਣਾ ਬਿੱਛੂ ਨੂੰ, ਭਾਵੇਂ ਬਿੱਛੂ ਜਿੰਨੀ ਮਰਜ਼ੀ ਡੰਗ ਮਾਰੇ। ਸਾਡਾ ਕੰਮ ਹੈ ਦੇਸ਼ ਨੂੰ ਬਚਾਉਣਾ, ਸਾਡਾ ਕੰਮ ਹੈ ਕਿਸਾਨੀ ਨੂੰ ਬਚਾਉਣਾ, ਸਾਡਾ ਕੰਮ ਹੈ ਆਪਣੇ ਲੋਕਾਂ ਦੀ ਸੇਵਾ ਕਰਨਾ ਕਿ ਉਹਨਾਂ ਦਾ ਫਿਊਚਰ ਬ੍ਰਾਈਟ ਹੋ ਸਕੇ। ਹੁਣ ਸਰਕਾਰ ਦਾ ਜੇ ਕੰਮ ਹੈ ਕਿ ਆਪਣੇ ਲੋਕਾਂ ਨੂੰ ਮਾਰਨਾ, ਕਿਸਾਨੀ ਨੂੰ ਮਾਰਨਾ, ਤੇ ਉਹ ਆਪਣਾ ਕੰਮ ਕਰੀ ਜਾਣ। ਆਪਣਾ ਕੰਮ ਕਰਨਾ, ਸਾਨੂੰ ਨਹੀਂ ਕੇਅਰ ਕਿ ਸਰਕਾਰ ਜੋ ਮਰਜ਼ੀ ਕਰੀ ਜਾਵੇ, ਅਸੀਂ ਪਰਵਾਹ ਨਹੀਂ ਕਰਦੇ, ਅਸੀਂ ਆਪਣਾ ਕੰਮ ਕਰੀ ਜਾਣਾ, ਉਹ ਅਸੀਂ ਕਰ। ਲਾਸਟ ਕਾਲਰ ਹੋਣਗੇ ਅੱਜ ਦੇ, ਜਸਵੀਰ ਜੀ। ਹਾਂਜੀ ਜਸਵੀਰ ਜੀ, ਤੁਸੀਂ ਹਾਂਜੀ ਔਨ 에ਅਰ ਹੋ ਤੁਸੀਂ। ਹਾਂਜੀ, ਸਾਡੇ ਸਮਿਆਂ ਦਾ ਮਾਣ ਆ, ਬਹੁਤ ਪ੍ਰਾਊਡ ਹੈ ਇਹਨਾਂ ਦੀ ਫੈਮਿਲੀ ਤੇ ਵੀ, ਕਿਉਂਕਿ ਮੈਂ ਜਾਣਦੀ ਹਾਂ ਪਰਸਨਲੀ ਵੀ ਇਹਨਾਂ ਦੇ ਮੰਮੀ ਨੂੰ, ਡੈਡੀ ਨੂੰ। ਤੇ ਮੈਂ ਇਹ ਵੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਇਹਨਾਂ ਦੀ ਵਾਈਫ ਜਿਹੜੀ ਹੈਗੀ ਆ, ਉਹਦੇ ਤੇ ਵੀ ਸਾਨੂੰ ਬਹੁਤ ਮਾਣ ਹੋਣਾ ਚਾਹੀਦਾ ਆ, ਜਿਹਨੇ ਇਹਨਾਂ ਨੂੰ ਉੱਥੇ ਭੇਜਿਆ, ਹੈਨਾ। ਦੂਸਰੀ ਗੱਲ ਆ ਕਿ ਡਾਕਟਰ ਸਵੈਮਾਨ ਜਿਹੜੇ ਆ, ਉਹ ਗਦਰੀ ਬਾਬਿਆਂ ਦੇ ਜਿਹੜੇ ਉਹਨਾਂ ਦਾ ਕਾਜ ਆ, ਉਹਨੂੰ ਅੱਗੇ ਲੈ ਕੇ, ਅਸਲ ਵਿੱਚ ਅੱਗੇ ਲੈ ਕੇ ਗਏ ਆ। ਜਿੱਦਾਂ ਸਾਡੇ ਗਦਰੀ ਬਾਬੇ ਲੈ ਕੇ ਗਏ ਇੰਡੀਆ ਨੂੰ, ਗਏ ਸੀ ਅਮਰੀਕਾ ਤੋਂ, ਏਦਾਂ ਹੀ ਇਹ ਗਏ ਆ। ਸੋ ਮੈਂ ਤਾਂ ਵਿਸ਼ ਕਰਦੀ ਹਾਂ, ਮੈਂ ਇਹਨਾਂ ਦਾ ਜਦੋਂ ਯੂਨੀਵਰਸਿਟੀ 'ਚ ਇਹਨਾਂ ਦਾ ਭਾਸ਼ਣ ਸੁਣਿਆ, ਮੈਂ ਸੱਚੀ ਵਿਸ਼ ਕਰਦੀ ਹਾਂ ਕਿ ਜਿਹੜੇ ਮੇਰੇ ਬੱਚੇ ਆ ਉਹ ਵੀ ਇਹਨਾਂ ਦੇ ਰਾਹ ਤੇ ਚੱਲਣ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ। ਸਵਾਲ ਹੈ ਇੱਕ ਫੇਸਬੁੱਕ 'ਤੇ ਵੀ ਆਇਆ, ਸਾਡੇ ਇੱਕ ਲਿਸਨਰ ਨੇ, ਉਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਕਿ ਜਦੋਂ ਅੰਦੋਲਨ ਖਤਮ ਹੋ ਜਾਂਦਾ ਹੈ, ਮਿਸ਼ਨ ਪੂਰਾ ਹੋ ਜਾਂਦਾ ਹੈ, ਕੀ ਉਸ ਤੋਂ ਬਾਅਦ ਵੀ ਤੁਹਾਡਾ ਇੰਡੀਆ ਰਹਿਣ ਦਾ ਪਲਾਨ ਹੈਗਾ? ਬੜਾ ਹਾਰਡ ਕੁਐਸਚਨ ਹੈ, ਕਿਉਂਕਿ ਮੈਂ ਆਇਆ ਸੀ ਇੱਥੇ 5 ਦਿਨਾਂ ਲਈ। ਇਹ ਜਵਾਬ ਦੇਣਾ ਬੜਾ ਔਖਾ, ਬਿਕੋਜ਼ ਇੱਕ ਅੰਦੋਲਨ ਨੂੰ ਫੜ ਲਿਆ, ਇੱਕ ਬਜ਼ੁਰਗਾਂ ਨੂੰ ਫੜ ਲਿਆ, ਇੱਕ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੰਜਾਬ ਦਾ ਭਲਾ ਕਰੀਏ। ਇੱਕ ਬੰਦੇ ਮੇਰੀ ਸੈਲਫਿਸ਼ਨੈਸ ਆ ਕਿ ਹਾਂ ਯਾਰ ਮੈਂ ਕਰੋੜਾਂ ਰੁਪਏ ਕਮਾਉਣੇ ਆ, ਮੈਂ ਇੱਕ ਚੰਗੀ ਲਾਈਫ ਲਾਉਣੀ ਹੈ। ਜਿੱਦਾਂ ਮੈਂ ਸਵੇਰੇ ਸੋਹਣਾ ਡਰੈਸ ਅਪ ਹੋਵਾਂ, ਹੱਥ 'ਚ ਮੇਰੇ ਕਾਫੀ ਦਾ ਕੱਪ ਹੋਵੇ, ਮੈਂ ਹਸਪੀਟਲ ਜਾਵਾਂ, ਰਾਜਾ ਵਾਂਗੂ ਰਾਜ ਕਰਾਂ। ਮਤਲਬ ਕਿ ਇੱਕ ਹਸਪੀਟਲ ਵਿੱਚ ਇੱਕ ਜਿਹੜਾ ਡਾਕਟਰ ਹੁੰਦਾ ਉਹ ਰਾਜਾ ਹੁੰਦਾ ਆਪਣੇ ਉੱਥੋਂ ਦਾ। ਇੱਕ ਬੰਨੇ ਮੈਨੂੰ ਇਹ ਹੁੰਦਾ ਕਿ ਯਾਰ 3 ਕਾਨੂੰਨ ਵਾਪਸ ਕਰਾ ਲਏ, ਫਿਰ 6 ਕਾਨੂੰਨ ਬਣਾ ਦੇਣਗੇ, ਫਿਰ ਮੈਂ ਵਾਪਸ ਫਿਰ ਆਊਂਗਾ। ਮਤਲਬ ਕਿ
ਜਿੱਦਾਂ ਆਪਾਂ 1984 ਦੀ ਗੱਲ ਕਰਦੇ ਕਿ ਹਜੇ ਆਪਣੇ ਕੋਲ ਟਾਈਮ ਹੈਗਾ ਆਪਣੇ ਲੋਕਾਂ ਨੂੰ ਬਚਾਉਣ ਲਈ, ਹਜੇ ਵੀ ਆਪਣੇ ਕੋਲ ਟਾਈਮ ਹੈਗਾ ਆਪਣੀ ਕੌਮ ਨੂੰ ਬਚਾਉਣ ਲਈ। ਇਹ ਨਾ ਹੋਵੇ ਕੱਲ ਆਪਾਂ ਪੋਸਟਾਂ ਜੋਗੇ ਰਹਿ ਜਾਈਏ ਤੇ ਬਾਅਦ ਚ ਫਿਰ ਮੈਂ ਸਾਰੀ ਉਮਰ ਇਹੋ ਸੋਚਦਾ ਰਹਾਂ ਯਾਰ ਡਾਕਟਰ ਜੇ ਉਹ ਕਰ ਦਿੰਦਾ। ਤੇ ਜ਼ਿੰਦਗੀ ਦਾ ਮਤਲਬ ਕੀ ਮੈਂ ਅਜੇ ਤੱਕ ਲੱਭਣ ਦੀ ਕੋਸ਼ਿਸ਼ ਕਰ ਰਿਹਾ ਕਿ ਜ਼ਿੰਦਗੀ ਦਾ ਮਤਲਬ ਇਹ ਹੈ ਕਿ ਤੁਸੀਂ 1.5 ਸਾਲ ਪੈਸਾ ਕਮਾ ਲਓ, ਰੋਜ਼ ਵਧੀਆ ਉੱਠੋ ਤੇ ਰੋਜ਼ ਵਧੀਆ ਸੌਂ ਲਓ, ਕਿ ਐਕਚੁਅਲ ਵਿੱਚ ਹੈ ਕਿ ਆਪਣੀ ਲਾਈਫ ਨੂੰ ਪਰ ਆਪਣੇ ਆਲੇ ਦੁਆਲੇ ਦੀ ਲਾਈਫ ਦੇ ਲੋਕਾਂ ਦੀ ਲਾਈਫ ਨੂੰ ਵੀ ਬੈਟਰ ਕਰਨ ਦੀ ਕੋਸ਼ਿਸ਼ ਕਰੋ। ਸੋ ਮੈਂ ਫੀਲ ਕਰੂੰਗਾ ਜੇ ਮੇਰੇ ਕੋਲ ਐਸੀ ਓਪਰਚੁਨਿਟੀ ਹੋਵੇ ਕਿ ਮੈਂ ਆਪਣੇ ਲੋਕਾਂ ਨੂੰ ਹੋਰ ਵਧੀਆ ਜ਼ਿੰਦਗੀ ਦੇ ਸਕਾਂ, ਕੋਈ ਤਰੀਕਾ ਐਸਾ ਹੋਵੇ ਤੇ ਮੈਂ ਕਦੀ ਵੀ ਹੈਜ਼ਿਟੇਟ ਨਹੀਂ ਕਰੂੰਗਾ ਆਪਣੀ ਲਾਈਫ ਨੂੰ ਸੈਕਰੀਫਾਈਸ ਕਰਨ ਲਈ ਉਹਨਾਂ ਦੇ ਲਈ। ਸੋ ਜਿਹੜੇ ਪਲਾਨ ਕੋਈ ਨਹੀਂ ਬਣਾਇਆ, ਮਨ ਬੜਾ ਕਰਦਾ ਵਾਪਸ ਆਉਣ ਨੂੰ ਕਿਉਂਕਿ ਇੱਕ ਸੋਹਣੀ ਨੌਕਰੀ ਆਪਣੀ ਫੈਮਿਲੀ ਲੀਵ ਕਰਕੇ ਗਿਆ, ਪਰ ਪੰਜਾਬ ਲਈ ਕੁਛ ਵੀ ਇਸ ਵੇਲੇ ਮੇਰਾ ਇਹ ਮਾਹੌਲ ਹੈ ਕਿ ਮੈਂ ਆਪਣੇ ਬਜ਼ੁਰਗਾਂ ਲਈ ਜਿਹੜਾ ਮੈਂ ਡੈਡੀਕੇਟਡ ਆ ਔਰ ਉਹਨਾਂ ਲਈ ਕੁਛ ਵੀ ਉਹਦਾ ਆਨਸਰ ਕੋਈ ਨਹੀਂ ਹੈਗਾ। ਡਾਕਟਰ ਸਵੈਮਾਨ, ਬਹੁਤ ਚੰਗਾ ਲੱਗਾ ਤੁਹਾਡੀਆਂ ਗੱਲਾਂ ਸੁਣ ਕੇ। ਬਹੁਤ ਸਾਰੀਆਂ ਹੋਰ ਗੱਲਾਂ ਸੀ ਜਿਹੜੀਆਂ ਹੋ ਸਕਦੀਆਂ ਸੀ। ਕੁਝ ਤੁਹਾਡੇ ਮੰਮੀ ਦੇ ਨਾਲ ਅੱਜ ਮੈਨੂੰ ਆਫ ਦਾ ਏਅਰ ਗੱਲਾਂ ਕਰਨ ਦਾ ਮੌਕਾ ਮਿਲਿਆ। ਸ਼ਾਇਦ ਤੁਹਾਡੀ ਵੀ ਇਹ ਗੱਲ ਜਾਣਕਾਰੀ ਦੇ ਵਿੱਚ ਨਹੀਂ ਸੀ। ਬਹੁਤ ਜ਼ਿਆਦਾ ਉਹਨਾਂ ਨੇ ਤੁਹਾਡੀਆਂ ਜਿਹੜੀਆਂ ਗੱਲਾਂ ਕੀਤੀਆਂ ਤੁਹਾਡੇ ਸਕੂਲ ਟਾਈਮ ਦੀਆਂ, ਤੁਹਾਡੇ ਕਾਲਜ ਟਾਈਮ ਦੀਆਂ, ਕਿ ਕਿਵੇਂ ਛੋਟੀ ਉਮਰ ਦੇ ਵਿੱਚ ਹੀ ਤੁਸੀਂ ਗੈਸ ਸਟੇਸ਼ਨ 'ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਸ ਵੇਲੇ ਵੀ ਕੰਮ ਕਰਨਾ ਸ਼ੁਰੂ ਕੀਤਾ ਜਿਸ ਵੇਲੇ ਅਲਾਊਡ ਨਹੀਂ ਸੀ ਤੁਹਾਡੀ ਏਜ ਦੇ ਮੁਤਾਬਕ ਤੁਹਾਨੂੰ ਕੰਮ ਕਰਨਾ। ਅਤੇ ਦੂਸਰੀ ਇੱਕ ਗੱਲ ਉਹਨਾਂ ਨੇ ਬੜੀ ਖੂਬਸੂਰਤ ਦੱਸੀ, ਕਹਿੰਦੇ ਕਿ ਜਦੋਂ ਟਿਊਸ਼ਨ ਪੜ੍ਹਾਇਆ ਕਰਦੇ ਸਨ ਅਤੇ ਜਦੋਂ $1100 ਦਾ ਚੈੱਕ ਪਹਿਲੀ ਵਾਰੀ ਟਿਊਸ਼ਨ ਪੜ੍ਹਾਉਣ ਦਾ ਆਇਆ, ਤੁਸੀਂ ਲਿਆ ਕੇ ਆਪਣੇ ਪਿਤਾ ਜੀ ਨੂੰ ਉਹ ਚੈੱਕ ਫੜਾ ਦਿੱਤਾ ਕਿ ਇਹ ਚੈੱਕ ਤੁਸੀਂ ਜਿੱਥੇ ਮਰਜ਼ੀ ਵਰਤ ਲਓ, ਦੇਖ ਲਓ ਕਿ ਦੇਸ਼ ਭਗਤ ਯਾਦਗਾਰ ਹਾਲ ਤੁਸੀਂ ਭੇਜਣਾ ਹੈ ਜਾਂ ਕਿਸੇ ਸ਼ਹੀਦਾਂ ਦੇ ਲਈ ਇਸਤੇਮਾਲ ਕਰਨਾ ਹੈ ਜਾਂ ਲੋਕ ਭਲਾਈ ਦੇ ਕਿਹੜੇ ਕੰਮ ਦੇ ਲਈ ਇਸਤੇਮਾਲ ਕਰਨਾ ਹੈ। ਉਸ ਤੋਂ ਪਹਿਲਾਂ ਮੈਂ 2011 ਦੀ ਤੁਹਾਡੀ ਜਿਹੜੀ ਇੱਕ ਆਡੀਓ ਕਲਿੱਪ ਪਲੇ ਕਰਕੇ ਹਟੀ ਹਾਂ। ਇਹ ਸਡਨ ਜਿਹੜੇ ਇੱਕਦਮ ਹੀ ਇਮੋਸ਼ਨ ਨਹੀਂ ਹੈਗੇ ਜਿਹੜੇ ਤੁਹਾਨੂੰ ਵਾਪਸ ਲੈ ਗਏ ਆ, ਪਰ ਇਹ ਗੱਲ ਜ਼ਰੂਰ ਹੈ ਕਿ ਤੁਸੀਂ ਆਪ ਦੱਸਿਆ ਕਿ 5 ਦਿਨਾਂ ਲਈ ਤੁਸੀਂ ਉੱਥੇ ਗਏ ਸੀ, ਪਰ ਇਹ ਦੇਖ ਲਓ ਕਿ ਤਕਰੀਬਨ 1 ਸਾਲ ਹੋ ਗਿਆ। ਬਾਕੀ ਮੈਂ ਵਾਕਈ ਜਿਵੇਂ ਜਸਵੀਰ ਜੀ ਇਹ ਗੱਲ ਕਹਿ ਕੇ ਗਏ ਆ ਕਿ ਤੁਹਾਡੀ ਪਤਨੀ ਦੀ ਵੀ ਤਾਰੀਫ ਕਰਨੀ ਬਣਦੀ ਹੈ। ਤੁਹਾਡੀ ਬੇਟੀ 2 ਸਾਲ ਦੀ ਸੀ ਜਿਨ੍ਹਾਂ ਨੇ ਤੁਹਾਨੂੰ ਹਿੰਮਤ ਦਿੱਤੀ, ਹੌਸਲਾ ਦਿੱਤਾ। ਅਖੀਰ 'ਚ ਤੁਸੀਂ 2 ਸ਼ਬਦ ਹੋਰ ਜੇ ਸਾਡੇ ਸੁਣਨ ਵਾਲਿਆਂ ਦੇ ਨਾਲ ਸਾਂਝੇ ਕਰਨੇ ਚਾਹੋ ਜ਼ਰੂਰ। ਹਾਂਜੀ, ਡੈਫੀਨਿਟਲੀ ਮੇਰੀ ਵਾਈਫ ਨੂੰ ਮੈਂ ਬਹੁਤ ਥੈਂਕ ਯੂ ਕਰਦਾ ਔਰ ਮੈਂ ਉਹਨਾਂ ਨੂੰ ਇਹ ਟਾਈਮ ਵਾਪਸ ਨਹੀਂ ਦੇ ਸਕਦਾ, ਬਟ ਰੀਅਲੀ ਮੈਂ ਥੈਂਕ ਯੂ ਕਰਦਾ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ 1100 ਦਾ ਚੈੱਕ ਬੜਾ ਜ਼ਰੂਰੀ ਹੈ। ਜੇ ਕੋਈ ਮੇਰਾ ਨੌਜਵਾਨ ਵੀਰ ਮੇਰੀ ਗੱਲ ਭੈਣ ਸੁਣਦੀ ਹੋਵੇ, ਉਹ ਮੇਰੇ ਲਈ ਇੱਕ ਬਹੁਤ ਟਫ ਟਾਈਮ ਸੀ। ਮੈਂ 1100 ਦਾ ਚੈੱਕ ਮੇਰੇ ਹੱਥ 'ਚ ਆਇਆ ਜੀ ਔਰ ਉਹ ਮੇਰੀ ਮਿਹਨਤ ਕਰਕੇ ਆਇਆ। ਇੱਕ ਟਿਊਟਰ ਸਾਂ, ਮੈਂ ਟਿਊਸ਼ਨ ਪੜ੍ਹਾਉਂਦਾ ਸਾਂ ਔਰ ਮੇਰਾ ਮਨ ਕਰਦਾ ਸੀ ਮੈਂ ਆਪਣੀ ਗੱਡੀ ਦੇ ਵਿੱਚ ਬੈਂਡ ਵਾਜਾ ਲਵਾਵਾਂ। ਵੱਡੇ ਵੱਡੇ ਸਪੀਕਰ ਉਦੋਂ ਬਹੁਤ ਫੇਮਸ ਹੋਏ ਕਿ ਵੱਡੀ ਆਵਾਜ਼ ਵਿੱਚ ਪੰਜਾਬੀ ਗਾਣੇ ਸੁਣਨੇ। ਸੋ ਮੇਰੇ ਲਈ 2 ਚੋਇਸਾਂ ਸੀ। ਉਹ ਪਤਾ ਨਹੀਂ ਕਿੱਦੋਂ ਮੇਰੇ ਦਿਮਾਗ 'ਚ ਆਇਆ ਯਾਰ ਇੰਡੀਆ 'ਚ ਲੋਕ ਪੜ੍ਹਾਈ ਤੋਂ ਰਹਿ ਗਏ ਆ ਜਾਂ ਖਾਣ ਪੀਣ ਤੋਂ ਰਹਿ ਗਏ ਆ, ਜਾਂ ਕਿਉਂ ਨਾ ਮੈਂ ਉਹਨਾਂ ਨੂੰ ਪੜ੍ਹਾਈ ਦੇਵਾਂ। ਔਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਲਾਇਬ੍ਰੇਰੀ ਹੈ ਜਿੱਥੇ ਬੁੱਕਸ ਆ। ਔਰ ਮੇਰੇ ਲਈ ਉਹ ਟਫ ਡਿਸੀਜਨ ਮੇ ਬੀ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਡਿਸੀਜਨ ਸੀ, ਕਿਉਂਕਿ ਉਸ ਵੇਲੇ ਜੇ ਮੈਂ ਗੱਡੀ ਦੇ ਲਈ ਸਪੀਕਰ ਲੈ ਲੈਂਦਾ ਸ਼ਾਇਦ ਹੋ ਸਕਦਾ ਮੇਰੀ ਲਾਈਫ ਦੂਜੇ ਬੰਨੇ ਚੱਲ ਜਾਂਦੀ। ਪਰ ਉਹ ਜਿਹੜਾ ਇੱਕ ਡਿਸੀਜਨ ਈਵਨ ਦੋ ਮੇਰੇ ਲਈ ਬਹੁਤ ਟਫ ਸੀ, ਕਿਉਂਕਿ ਇੱਕ ਬੱਚੇ ਲਈ ਉਹ ਮਤਲਬ ਕਿ ਤੁਸੀਂ ਸਾਰਿਆਂ ਦੇ ਵੇਖਦੇ ਹੋ ਕਿ ਉਹਨਾਂ ਦੀ ਗੱਡੀਆਂ 'ਚ ਵੱਡੇ ਵੱਡੇ ਸਪੀਕਰ ਲੱਗੇ ਆ, ਉੱਚੀ ਉੱਚੀ ਗਾਣੇ, ਪਰ ਉਹ ਜਿਹੜਾ ਡਿਸੀਜਨ ਮੇਰੇ ਲਈ ਇੱਕ ਅਹਿਮ ਡਿਸੀਜਨ ਸੀ। ਉਹ ਜਿਹੜਾ ਮੈਂ ਪੈਸਾ ਉੱਧਰ ਲਾਤਾ, ਮੈਨੂੰ ਲੱਗਦਾ ਉਹਨੇ ਮੇਰੀ ਲਾਈਫ ਦਾ ਜਿਹੜਾ ਇੱਕ ਸੜਕ ਹੀ ਬਦਲਤੀ। ਸੋ ਸਾਰੇ ਯੂਥ ਨੂੰ ਕਹੂੰਗਾ ਸਪੀਕਰਾਂ ਤੇ ਆਹ ਜਿਹੜੀਆਂ ਚੀਜ਼ਾਂ ਘੜੀਆਂ ਲੈ ਲਈਆਂ, ਸਪੀਕਰ ਲੈ ਲਏ, ਸੋਹਣੇ ਕੱਪੜੇ ਲੈ ਲਏ, ਗੈਸ ਗੁੱਚੀ, ਉਹ ਮਾਇਨੇ ਨਹੀਂ ਰੱਖਦੇ ਤੁਹਾਡੀ ਲਾਈਫ ਵਿੱਚ। ਸੋ ਟਰਾਈ ਕਰੋ ਆਪਣਾ ਜਿਹੜਾ ਪੈਸਾ ਉਹਨੂੰ ਸਹੀ ਤਰ੍ਹਾਂ ਇਸਤੇਮਾਲ ਔਰ ਇਨਵੈਸਟ ਕਰ ਲਓ, ਜਿਹਦੇ ਨਾਲ ਤੁਹਾਡੀ ਜ਼ਿੰਦਗੀ ਨਹੀਂ ਤੁਹਾਡੇ ਬੱਚਿਆਂ ਦੀ ਤੁਹਾਡਾ ਫਿਊਚਰ ਬਣ ਸਕਦਾ। ਡਾਕਟਰ ਸਵੈਮਾਨ, ਬਹੁਤ ਬਹੁਤ ਸ਼ੁਕਰੀਆ ਇਹ ਗੱਲਬਾਤ ਕਰਨ ਦੇ ਲਈ, ਸਮਾਂ ਕੱਢਣ ਲਈ। ਥੈਂਕ ਯੂ ਸੋ ਮਚ।